हाँ जी वीर जी, मैं तो यही कहना सी प्रोग्राम ਤੁਹਾਡਾ ਬਹੁਤ ਜ਼ਿਆਦਾ ਸੋਹਣਾ ਹੁੰਦਾ। ਐਡੀ ਕਰਦੇ ਰਹਿੰਦੇ 7 ਕਦੋਂ ਵੱਜਣਗੇ ਲਬਲਟਾ ਤੋਂ ਬੋਲਦੀ ਆ। ਬਹੁਤ ਮਹੀਨਿਆਂ ਤੋਂ ਸੁਣ ਰਿਹਾ ਤੇ ਪਹਿਲੀ ਵਾਰੀ ਕਾਲ ਕਰ ਰਿਹਾ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਬਹੁਤ ਬਹੁਤ ਸ਼ੁਕਰੀਆ ਜੀ। ਬੇਨਤੀ ਕਰਨੀ ਤੁਹਾਡਾ ਪ੍ਰੋਗਰਾਮ ਨੂੰ ਥੋੜਾ ਹੋਰ ਵਧਾਓ ਪਲੀਜ਼। ਪਹਿਲੀ ਗੱਲ ਤੇ ਤੁਹਾਡਾ ਪ੍ਰੋਗਰਾਮ ਬਾਰ-ਬਾਰ ਸਾਰੇ ਕਹਿ ਰਹੇ ਬਹੁਤ ਵਧੀਆ, ਸੱਚੀ ਵਧੀਆ ਹੁੰਦਾ, ਐਵੇਂ ਨਹੀਂ ਕਹਿ ਰਹੇ ਲੋਕ। ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਦੋਨੋਂ ਵੀਰ ਬਹੁਤ ਵਧੀਆ ਨੇ ਜੀ। ਉਹ ਕਹਿੰਦੇ ਨੇ ਸਿਫਤ ਕੀ ਕਰਨੀ ਹੈ, ਤੇਰੀ ਇੱਕ ਇੱਕ ਗੇੜੇ ਦਾ 1000 ਮੁੱਲ ਨਹੀਂ। ਓਕੇ। ਦੋਨੋਂ ਵੀਰ ਬਹੁਤ ਪਿਆਰੇ ਵੀਰ ਨੇ। ਹਰਪਾਲ ਸਿੰਘ ਨਵਾਂ ਸ਼ਹਿਰ ਬੋਲਦਾ ਜੀ ਤੇ ਤੁਹਾਡਾ ਪ੍ਰੋਗਰਾਮ ਜਿਹੜਾ ਜੀ ਮੈਂ ਤਾਂ ਬਹੁਤ ਫੈਨ ਹਾਂ ਤੁਹਾਡਾ। ਸ਼ੁਕਰੀਆ ਜੀ। ਤੇ ਸਾਰਾ ਜਿੱਦਾਂ ਨਾ ਕੁੱਜੇ 'ਚ ਸਮੁੰਦਰ ਬੰਦ ਕਰ ਦਿੰਦੇ, ਸਾਰੇ ਦਿਨ ਦੀਆਂ ਖਬਰਾਂ। ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ, ਬਹੁਤ ਲੌਂਗ ਟਾਈਮ ਤੋਂ ਸੁਣਦੇ ਆ ਜੀ ਪੂਰਾ ਪਰਿਵਾਰ ਬਹਿ ਕੇ। ਸ਼ੁਕਰੀਆ ਜੀ। ਔਰ ਕਾਲ ਪਹਿਲੀ ਵਾਰੀ ਕੀਤੀ ਆ। ਬੈਠੇ ਆ ਤੁਸੀਂ ਸਾਡੇ ਸਾਹਮਣੇ ਬੈਠੇ ਆ ਜੀ। ਆਪਾਂ ਇੱਕ ਪਰਿਵਾਰ ਅੰਗ ਸਾਰੇ ਗੱਲ ਕਰ ਰਹੇ ਆ। ਬਿਲਕੁਲ। ਉਹ ਦੇਖੋ ਤੁਹਾਡੇ ਫੇਸ ਸਾਡੇ ਸਾਹਮਣੇ ਆ ਜੀ। ਆਪਾਂ ਇੰਨੇ ਦੁਨੀਆ ਬੈਠੀ ਸਾਡੀ ਇਕੱਠੀ, ਸਾਰੇ ਆਪਾਂ ਇਕੱਠੇ ਆ ਜੀ ਜੀ ਇਹਦੇ ਨਾਲ ਦਾ ਟੇਸਟ ਨਹੀਂ ਮਿਲਣਾ ਜੀ। ਪਹਿਲੀ ਗੱਲ ਤਾਂ ਇਹ ਆ ਵੀ ਤੁਹਾਡਾ ਜਿਹੜਾ ਪ੍ਰੋਗਰਾਮ ਆ ਬਹੁਤ ਵਾਧੂ ਆ, ਬਹੁਤ ਜ਼ਿਆਦਾ ਵਾਧੂ ਹੈਗਾ ਤੇ ਅਸੀਂ ਸਪੈਸ਼ਲ ਤੁਹਾਡਾ ਪ੍ਰੋਗਰਾਮ ਸਾਰਾ ਪ੍ਰੋਗਰਾਮ ਛੱਡ ਕੇ ਸਪੈਸ਼ਲ ਦੇਖ ਰਹੇ ਆ ਤੁਹਾਡਾ। ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਕਹੂੰਗਾ ਜੀ ਜਿਹੜਾ ਤੁਹਾਡਾ ਪ੍ਰੋਗਰਾਮ ਆ ਇਹ ਬਹੁਤ ਅਸੀਂ ਦੇਖ ਰਹੇ ਆ। ਜੀ। ਇਹ ਖਬਰਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਅਸੀਂ ਕਾਲਰ ਆ ਜਿਹੜੇ ਵੀ ਤੁਹਾਨੂੰ ਬਹੁਤ ਡਿਸਟਰਬ ਕਰਦੇ ਆ। ਘਰ ਵਾਲਿਆਂ ਨੇ ਕਿਹੜੇ ਚਾਹ ਬਣਾ ਕੇ ਭੇਜਦੇ ਨੇ ਉਹਦੇ ਵੀ ਦੱਸੋ ਜੀ, ਕਿਹੜੇ ਬਰਾੜ ਦੀ ਚਾਹ ਪੀ ਕੇ ਆਉਂਦੇ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਵਿੰਦਰ ਸਿੰਘ ਬਰਾੜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਬੱਲਿਓ ਡਰਾਈਵਰੋ ਨਾਲ ਅਭਿਜੀਤ ਜੀ ਨਿੱਘਾ ਸਵਾਗਤ ਹੈ। ਹਮਦਰਦ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਓਨਟਾਰੀਓ ਦੇ ਵਿੱਚ ਤਾਂ ਲੋਕਡਾਊਨ ਨੂੰ ਅਭਿਜੀਤ ਜੀ ਗਿਆ ਲੱਗ ਤੇ ਉਹ ਵੀ ਦੱਸ ਦਾਂਗੇ ਵੀ ਬਸ 2 ਚੀਜ਼ਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਤੇ ਰੋਕ ਲਾਤੀ ਹੈ, ਉਹ ਬੰਦ ਰਹੂਗਾ ਜੀ 28 ਦਿਨਾਂ ਤੱਕ। ਤੇ ਪੰਜਾਬ ਵਾਲੇ ਹੁਣ ਤਿਆਰ ਹੋ ਜਾਣ ਜੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕੱਲ ਸੰਕੇਤ ਦੇਤੇ ਆ। ਉਹ ਕਹਿੰਦੇ ਵੀ ਸ਼ਨੀਵਾਰ ਨੂੰ ਲੋਕ ਬਹੁਤ ਮਿਲਦੇ ਆ ਆਪਸ ਵਿੱਚ ਤੇ 10 ਤੋਂ 11 ਜਿਹੜੇ ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਕਰਫਿਊ ਤਾਂ ਚੱਲਦਾ ਹੀ ਹੈਗਾ। ਵੀਕਐਂਡ ਤੇ ਲੋਕਡਾਊਨ ਦੀ ਤਿਆਰੀ ਦੇ ਵਿੱਚ ਹੈਗੀ ਹੈ ਜੀ ਪੰਜਾਬ ਸਰਕਾਰ। ਅਗਲੇ ਪਾਸੇ ਚੱਲਾਂਗੇ ਜੀ। ਮਦਰਾਸ ਹਾਈ ਕੋਰਟ ਦਾ ਇੱਕ ਬਿਆਨ ਆਇਆ ਜੀ, ਬਹੁਤ ਵਧੀਆ ਬਿਆਨ ਆ। ਉਹ ਕਹਿੰਦੇ ਵੀ ਜਿਹੜੇ ਲੀਡਰ ਤੇ ਪੋਲੀਟੀਸ਼ੀਅਨ ਅਭਿਜੀਤ ਜੀ ਹੁੰਦੇ ਆ ਉਹ ਜਿਹੜੇ ਵੋਟਰਾਂ ਨੂੰ ਲੁਭਾਉਣੇ ਵਾਅਦੇ ਤੇ ਜਾਂ ਮੁਫਤ ਦੇ ਜਿਹੜੇ ਗਿਫਟ ਵੰਡਦੇ ਆ ਉਹਨੂੰ ਛੱਡ ਕੇ ਤੇ ਜਿਹੜੀ ਬੁਨਿਆਦੀ ਸਹੂਲਤਾਂ ਹੈਗੀਆਂ ਜੇ ਉਹ ਦੇ ਦੇਣ ਤਾਂ ਉਹ ਬਾਹਲੀ ਵਧੀਆ ਗੱਲ ਹੈਗੀ ਹੈ। ਤੇ ਟਕੈਤ ਸਾਹਿਬ ਦੀ ਗੱਡੀ ਤੇ ਹਮਲਾ ਹੋ ਗਿਆ ਰਾਜਸਥਾਨ ਦੇ ਵਿੱਚ ਜਾ ਕੇ। ਤੇ ਜਿਹੜੀ ਫ੍ਰੀ ਕਿਰਾਏ ਵਾਲੀ ਜਿਹੜੀ 1 ਤਰੀਕ ਤੋਂ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੀ ਮੁਹਿੰਮ ਕਿ ਬੱਸਾਂ ਦੇ ਵਿੱਚ ਫ੍ਰੀ ਕਿਰਾਇਆ ਹੋਊਗਾ, ਹੁਣ ਔਰਤਾਂ ਹੀ ਪੰਜਾਬ ਸਰਕਾਰ ਤੇ ਸਵਾਲ ਚੁੱਕਣ ਲੱਗ ਪਈਆਂ। ਉਹਨਾਂ ਨੇ ਕੀ ਕੁਛ ਕਿਹਾ ਬਿਲਕੁਲ ਉਹਦੇ ਵਿੱਚ ਪੁਰਸ਼ਾਂ ਦੇ ਵੀ ਆਪਾਂ ਜਿਹੜੇ ਬੰਦਿਆਂ ਦੀ ਵੀ ਗੱਲ ਕਰ ਲਾਂਗੇ, ਪਰ ਔਰਤਾਂ ਕਿਉਂ ਸਵਾਲ ਚੁੱਕਣ ਲੱਗ ਪਈਆਂ ਕਿ ਸਾਡੇ ਕਿਰਾਏ ਫ੍ਰੀ ਕੀਤੇ ਗਏ ਆ ਪੰਜਾਬ ਸਰਕਾਰ ਵੱਲੋਂ, ਇਹ ਇੱਕ ਵੱਡਾ ਸਵਾਲ ਹੈਗਾ। ਇਹਦੇ ਤੇ ਵੀ ਆਪਾਂ ਗੱਲ ਕਰਾਂਗੇ। ਬਾਕੀ ਕੁਝ ਕੁ ਹੋਰ ਚੀਜ਼ਾਂ ਹੈਗੀਆਂ ਜੀ। ਅਸਮਾਨੋਂ ਇੱਕ ਮੌਤ ਉੱਡਦੀ ਆਈ ਹੈ ਤੇ ਉਹਦੇ ਤੇ ਵੀ ਆਪਾਂ ਜ਼ਿਕਰ ਕਰ ਲਾਂਗੇ ਜੀ ਅਭਿਜੀਤ ਜੀ। ਜੀ ਬਿਲਕੁਲ। ਸ਼ੁਰੂਆਤ ਆਪਾਂ ਇੱਕ ਅਹਿਮ ਮਸਲੇ ਤੋਂ ਕਰ ਲੈਂਦੇ ਹਾਂ। ਹਾਲਾਂਕਿ ਮਸਲੇ ਕੈਨੇਡਾ ਦੇ ਵੀ ਬਹੁਤ ਨੇ ਕਿ ਇੱਕ ਔਰਤ ਵੱਲ ਮੌਤ ਉੱਡਦੀ ਆ ਰਹੀ ਸੀ ਤਾਂ ਉਹਨੇ ਕਿਵੇਂ ਆਪਣਾ ਬਚਾਅ ਕੀਤਾ, ਕਿਵੇਂ ਉਹਨੂੰ ਮਹਿਸੂਸ ਹੋ ਰਿਹਾ ਸੀ, ਜਿਹੜੇ ਉਹ ਕੁਝ ਪਲ ਸੀਗੇ, ਕੁਝ ਸਕਿੰਟ ਸੀਗੇ, ਉਹ ਕਿਵੇਂ ਰਹੇ ਉਹਦੇ ਵਾਸਤੇ। ਉਹਦੇ ਵੱਲ ਜਦੋਂ ਮੌਤ ਵੱਧ ਰਹੀ ਸੀ, ਹਾਲਾਂਕਿ ਉਹ ਬਚ ਗਈ, ਦਰਸ਼ਕਾਂ ਨੂੰ ਪਹਿਲਾਂ ਹੀ ਦੱਸ ਦਈਏ, ਪਰ ਉਹ ਕੁਝ ਜਿਹੜੇ ਪਲ ਸੀ ਉਹਦੇ ਵਾਸਤੇ ਹੌਲਨਾਕ ਨੇ, ਪੂਰੀ ਜ਼ਿੰਦਗੀ ਉਸ ਨੂੰ ਯਾਦ ਰਹਿਣਗੇ। ਪਰ ਉਸ ਤੋਂ ਪਹਿਲਾਂ ਗੱਲ ਕਰ ਲਈਏ ਕਿਸਾਨਾਂ ਦੀ। ਪੰਜਾਬ ਦੇ ਕਿਸਾਨਾਂ ਨੂੰ ਹੁਣ ਪੰਜਾਬ ਦੇ ਕਿਸਾਨਾਂ ਤੇ ਨਵੇਂ ਦੋਸ਼ ਲੱਗੇ ਨੇ ਜੀ। ਬਿਲਕੁਲ। ਕਹਿੰਦੇ ਜੀ ਇਹ ਨਸ਼ਿਆਂ ਦੇ ਆਦੀ ਕਰ ਰਹੇ ਨੇ ਬਿਹਾਰ, ਯੂਪੀ, ਝਾਰਖੰਡ ਜਾਂ ਹੋਰ ਜਿਹੜੇ ਰਾਜਾਂ ਤੋਂ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਹਨਾਂ ਨੂੰ ਨਸ਼ਿਆਂ ਤੇ ਲਾ ਰਹੇ ਨੇ। ਖਾਸ ਤੌਰ ਤੇ ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਅਬੋਹਰ ਵਾਲੇ ਪਾਸੇ ਦੀ ਗੱਲ ਜ਼ਿਆਦਾ ਕੀਤੀ ਗਈ ਹੈ, ਸਰਹੱਦੀ ਜ਼ਿਲ੍ਹਿਆਂ ਦੀ, ਕਿ ਇੱਥੇ ਜਿਹੜੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਨੇ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਨਸ਼ੇ ਦਾ ਆਦੀ ਬਣਾ ਦਿੰਦੇ ਨੇ, ਫਿਰ ਉਹਨਾਂ ਨੂੰ ਬੰਧੂਆ ਮਜ਼ਦੂਰੀ ਕਰਵਾਈ ਜਾਂਦੀ ਹੈ, ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਹ ਇੱਕ ਜਿਹੜੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਦਾ ਜਵਾਬ ਮੰਗਿਆ ਗਿਆ ਕਿ ਕੀ ਇਹ ਗੱਲ ਸੱਚ ਹੈ। ਪਰ ਨਾਲ ਦੀ ਨਾਲ ਹੀ ਦੋਸ਼ ਵੀ ਲਾਇਆ ਗਿਆ। ਇੱਕ ਦੋਸ਼ ਇੱਕ ਤਰ੍ਹਾਂ ਦੇ ਨਹੀਂ ਹੈ, ਅੱਡ-ਅੱਡ ਮੀਡੀਆ ਰਿਪੋਰਟਾਂ ਦੇ ਵਿੱਚ ਅੱਡ-ਅੱਡ ਤਰੀਕੇ ਨਾਲ ਅੱਡ-ਅੱਡ ਐਂਗਲ ਤੋਂ ਇਸ ਮੁੱਦੇ ਨੂੰ ਲਿਆ ਗਿਆ। ਉਹ ਕਿਵੇਂ ਆਪਾਂ ਉਸ ਗੱਲ ਦਾ ਜ਼ਿਕਰ ਕਰਾਂਗੇ। ਅਸਲ ਦੇ ਵਿੱਚ ਬਿਲਕੁਲ ਮੁੱਖ ਮੁੱਦਾ ਤਾਂ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਤੇ ਇੱਕ ਜਿਹੜਾ ਗੰਭੀਰ ਦੋਸ਼ ਮੜਿਆ ਜਾ ਰਿਹਾ ਹੈ ਕਿ
ਅਸਿੱਧੇ ਤੌਰ ਤੇ ਜੀ, ਜੀ। ਕਿ ਉਹਨਾਂ ਕੋਲੇ ਨਸ਼ਿਆਂ ਦੀ ਭਰਮਾਰ ਹੈ। ਇਹ ਬੁਨਿਆਦੀ ਗੱਲ ਇਹ ਹੈ, ਪ੍ਰਵਾਸੀਆਂ ਨੂੰ ਨਸ਼ੇ ਦਾ ਆਦੀ ਬਣਾ ਰਹੇ ਨੇ ਜਾਂ ਨਹੀਂ ਬਣਾ ਰਹੇ ਨੇ ਇਹ ਬਾਅਦ ਦੀ ਗੱਲ ਹੋਊਗੀ, ਪਰ ਇੱਕ ਗੱਲ ਕਲੀਅਰ ਕਰ ਦਿੱਤੀ ਗਈ ਹੈ ਕਿ ਫਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਅਬੋਹਰ ਜਿਹੜੇ ਵੀ ਇਹ ਬਾਰਡਰ ਏਰੀਆਜ਼ ਦੇ ਵਿੱਚ ਜ਼ਿਲ੍ਹੇ ਨੇ ਉੱਥੇ ਕਿਸਾਨਾਂ ਕੋਲ ਨਸ਼ੇ ਦੀ ਭਰਮਾਰ ਹੈ, ਜਾਂ ਉਹਨਾਂ ਨੂੰ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਸਮਗਲਿੰਗ ਵੀ ਕਰਦੇ ਨੇ। 2-3 ਉਦਾਹਰਨਾਂ ਵੀ ਕੋਈ ਦਿੱਤੀਆਂ ਹੋਣਗੀਆਂ, ਫਲਾਣੇ ਥਾਂ ਤੇ ਬੰਦੀ ਬਣਾ ਕੇ ਰੱਖੇ ਆ। ਹਾਂਜੀ ਹਾਂ, ਬਿਲਕੁਲ। ਇੱਥੇ ਆਪਾਂ ਦੱਸ ਦਿੰਦੇ ਹਾਂ ਕਿ ਇਹਨਾਂ ਦੇ ਅੱਡ-ਅੱਡ ਮੀਡੀਆ ਰਿਪੋਰਟਸ ਨੇ, ਮੀਡੀਆ ਅਦਾਰਿਆਂ ਨੇ ਅੱਡ-ਅੱਡ ਤਰੀਕੇ ਨਾਲ ਇਸ ਰਿਪੋਰਟ ਨੂੰ ਲਿਆ ਹੈ। ਇੱਕ ਜਿਹੜੀ ਰਿਪੋਰਟ ਹੈ ਉਹ ਕਹਿੰਦੀ ਹੈ ਜੀ 58 ਮੈਂਟਲੀ ਚੈਲੰਜਡ, ਮਤਲਬ ਮਾਨਸਿਕ ਤੌਰ ਤੇ ਆਪਾਂ ਕਹਿ ਸਕਦੇ ਹਾਂ ਮੰਦਬੁੱਧੀ ਥੋੜੇ ਜਿਹੇ ਜਾਂ ਮਾਨਸਿਕ ਤੌਰ ਤੇ ਬਿਮਾਰ, ਇਹਨੂੰ ਆਪਾਂ ਡੈਫੀਨੇਸ਼ਨ ਕਲੀਅਰ ਨਹੀਂ ਕਰ ਸਕਾਂਗੇ, ਪਰ ਮਾਨਸਿਕ ਉਹ ਪੂਰੀ ਤਰ੍ਹਾਂ ਨਾਰਮਲ ਬੰਦਾ ਨਹੀਂ ਜਿਹੜਾ ਮੈਂਟਲੀ ਜਿਹੜਾ ਕਹਿ ਸਕਦੇ ਆ 58 ਜਣਿਆਂ ਨੂੰ ਛੁਡਵਾਇਆ ਗਿਆ ਜੀ। ਇਹ ਬਿਹਾਰ, ਯੂਪੀ ਦੇ ਸੀਗੇ ਜਿਹੜੇ ਬੰਧੂਆ ਮਜ਼ਦੂਰੀ ਕਰ ਰਹੇ ਸੀ ਜਾਂ ਇਹਨਾਂ ਤੋਂ ਕਰਵਾਈ ਜਾ ਰਹੀ ਸੀ। ਇਹ ਜਿਹੜੀ ਆਪਾਂ ਕਹਿ ਸਕਦੇ ਆ ਕਿ ਇੱਕ ਵੱਡਾ ਜਿਹੜੀ ਤੌਹਮਤ ਲਾਈ ਜਾ ਰਹੀ ਹੈ ਪੰਜਾਬ ਦੇ ਕਿਸਾਨਾਂ ਤੇ। ਇੱਕ ਨਵੀਂ ਰਿਪੋਰਟ ਜਿਹੜੀ ਸਿਆਸਤ ਹਾਲਾਂਕਿ ਭਖਣੀ ਚਾਹੀਦੀ ਹੈ, ਪਰ ਕਾਂਗਰਸ ਵੱਲੋਂ ਇਸ ਦੀ ਕੋਈ ਠੋਸ ਟਿੱਪਣੀ ਜੇ ਆਪਾਂ ਕਹਿ ਸਕਦੇ ਆ ਚੀਫ ਮਿਨਿਸਟਰ CM ਲੈਵਲ ਤੇ ਕੋਈ ਜਿਹੜਾ ਇਸ ਦੀ ਠੋਸ ਜਵਾਬ ਨਹੀਂ ਆਇਆ। ਹਾਲਾਂਕਿ ਜਿਹੜੀ ਚਿੱਠੀ ਹੈਗੀ ਪੰਜਾਬ ਦੇ ਮੁੱਖ ਸਕੱਤਰ ਤੇ ਪੰਜਾਬ ਦੇ DGP ਨੂੰ ਭੇਜੀ ਗਈ ਹੈ, ਤੇ ਉਹਦੇ ਵਿੱਚ ਇੱਕ ਮੀਡੀਆ ਦਾ ਜਿਹੜੀ ਰਿਪੋਰਟ ਆ ਉਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਕਿ ਇਹ ਪੰਜਾਬ ਦੇ ਕਿਸਾਨਾਂ ਤੇ ਦੋਸ਼ ਨਹੀਂ ਲਾਇਆ ਜਾ ਰਿਹਾ। ਅੱਛਾ ਜੀ। ਇੰਨੀ ਗੱਲ ਕਹਿਣ ਤੋਂ ਬਾਅਦ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਬੰਧੂਆ ਮਜ਼ਦੂਰੀ ਕਰਵਾਈ ਜਾਂਦੀ ਹੈ, ਉਹਨਾਂ ਨੂੰ ਨਸ਼ਿਆਂ ਦਾ ਆਦੀ ਬਣਾ ਲਿਆ ਜਾਂਦਾ ਹੈ, ਫਿਰ ਉਹ ਆਪਣੇ ਸੂਬਿਆਂ ਨੂੰ ਮੁੜਦੇ ਹੀ ਨਹੀਂ, ਉਹ ਕਿਉਂਕਿ ਨਸ਼ੇ ਦੇ ਆਦੀ ਹੋ ਚੁੱਕੇ ਹੁੰਦੇ ਨੇ, ਜਿਹੜੀ ਰਿਪੋਰਟ ਕਹਿ ਰਹੀ ਹੈ, ਫਿਰ ਉਹਨਾਂ ਵਾਸਤੇ ਵਾਪਸੀ ਕਰਨੀ ਮੁਸ਼ਕਲ ਹੋ ਜਾਂਦੀ ਹੈ, ਫਿਰ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਤੇ ਇਹ BSF ਨੇ ਕਹਿੰਦੇ ਇਹ ਰਿਪੋਰਟ ਸੌਂਪੀ ਹੈ, ਇਸ ਕਰਕੇ ਕਹਿੰਦੇ BSF ਨੇ ਰਿਪੋਰਟ ਦਿੱਤੀ ਹੈ ਤਾਂ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹਦੇ ਬਾਰੇ ਪਤਾ ਲੱਗਣਾ ਚਾਹੀਦਾ ਹੈ। ਤੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕੀਤੀ ਗਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ। ਪਰ ਦੱਸ ਦਈਏ ਦਰਸ਼ਕਾਂ ਨੂੰ ਕਿ ਜਿਹੜੇ 58 ਹੁਣ ਰਿਹਾ ਕਰਵਾਏ ਨੇ, ਹਾਲਾਂਕਿ ਇਹ ਗੱਲ ਕਈ ਰਿਪੋਰਟਸ ਦੇ ਵਿੱਚ ਜਿਹੜੀਆਂ ਮੀਡੀਆ ਦੇ ਵਿੱਚ ਆਈਆਂ ਨੂੰ ਹਵਾਲੇ ਨਾਲ ਕਹੀ ਜਾ ਰਹੀ ਹੈ ਕਿ ਹਾਂ BSF ਵੱਲੋਂ ਕੁਝ ਮਜ਼ਦੂਰਾਂ ਨੂੰ ਰਿਹਾ ਕਰਵਾਇਆ ਗਿਆ, ਪਰ ਕੌਣ ਸੀ ਉਹ, ਕਿਹੜੇ ਜ਼ਿਲ੍ਹੇ ਦੇ ਵਿੱਚ ਸੀ, ਕਿਹੜੇ ਪਿੰਡ ਦੇ ਵਿੱਚ ਸੀ, ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਬੁਨਿਆਦੀ ਆਪਾਂ ਕਹਿ ਸਕਦੇ ਡੀਪਲੀ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਫਿਰੋਜ਼ਪੁਰ ਦੇ ਕਿੰਨੇ ਸੀ, ਅੰਮ੍ਰਿਤਸਰ ਦੇ ਕਿੰਨੇ ਸੀ, ਗੁਰਦਾਸਪੁਰ ਦੇ ਕਿੰਨੇ ਸੀ, ਜਾਂ ਇੱਧਰ ਅਬੋਹਰ ਵਾਲੇ ਪਾਸੇ ਜਾਂ ਜਿੱਧਰ ਵੀ ਬਾਰਡਰ ਲੱਗਦਾ ਹੈ ਪਾਕਿਸਤਾਨ ਨਾਲ, ਉੱਥੇ ਕਿੰਨੇ ਬੰਦੇ ਬੰਧੂਆ ਮਜ਼ਦੂਰ ਉਹਨਾਂ ਨੂੰ ਲੱਗੇ ਤੇ ਕਿੰਨੇ ਛੁਡਵਾਏ ਗਏ, ਤੇ ਕੀ ਕਿਸਾਨਾਂ ਦੇ ਵਿਰੁੱਧ ਕੋਈ ਉਸ ਵੇਲੇ ਐਕਸ਼ਨ ਲਿਆ ਗਿਆ, ਪੁਲਿਸ ਦੇ ਸਪੁਰਦ ਕੀਤੇ ਗਏ, ਕਿਸ ਤਰੀਕੇ ਦੀ ਉਸ ਵੇਲੇ ਕਾਰਵਾਈ ਹੋਈ, ਇਹ ਹਲੇ ਇਹਦੇ ਤੇ ਪਰਦਾ ਪਿਆ ਹੋਇਆ। ਪਰ ਇੱਕ ਸਿੱਧੇ ਤੌਰ ਤੇ ਮੀਡੀਆ ਦੇ ਵਿੱਚ ਇੱਕ ਰਿਪੋਰਟ ਆ ਗਈ ਹੈ, ਹਾਂਜੀ, ਚਿੱਠੀ ਦੇ ਹਵਾਲੇ ਨਾਲ, ਕਿ ਕੇਂਦਰੀ ਗ੍ਰਹਿ ਮੰਤਰਾਲਾ ਕਹਿ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਨਸ਼ਿਆਂ ਦੇ ਆਦੀ ਬਣਾ ਰਹੇ ਨੇ ਮਜ਼ਦੂਰਾਂ ਨੂੰ। ਇਟ ਮੀਨਸ ਉਹਨਾਂ ਕੋਲੇ ਨਸ਼ਿਆਂ ਦੀ ਭਰਮਾਰ ਹੈ। ਬਿਲਕੁਲ ਜੀ। ਅਗਲੇ ਪਾਸੇ ਉਪਜੀਤ ਜੀ ਆਪਾਂ ਵੱਧਦੇ ਆਂ, ਗੱਲ ਕਰਦੇ ਆਂ ਪੰਜਾਬ ਦੇ ਜਿਹੜੇ ਵਿੱਚ 1 ਅਪ੍ਰੈਲ ਤੋਂ ਜਿਹੜਾ ਫ੍ਰੀ ਕਿਰਾਇਆ ਬੱਸਾਂ ਦੇ ਵਿੱਚ ਔਰਤਾਂ ਲਈ ਕੀਤਾ ਗਿਆ ਸੀਗਾ। ਔਰਤਾਂ ਦੀਆਂ ਵੀਡੀਓ ਹੁਣ ਸਾਹਮਣੇ ਆਉਣੀਆਂ ਲੱਗ ਪਈਆਂ। ਸਰਕਾਰ ਦੇ ਇਸ ਫੈਸਲੇ ਨੂੰ ਉਹਨਾਂ ਨੇ ਬਹੁਤ ਹੀ ਮਾੜੀ ਗੱਲ ਕਹੀ ਹੈ ਕਿ ਜੇ ਸਰਕਾਰ ਨੇ ਔਰਤਾਂ ਦੀਆਂ ਟਿਕਟਾਂ ਹੀ ਨਾ ਕੱਟੀਆਂ ਤੇ ਫਿਰ ਇਹ ਕੁਝ ਕੁ ਟਾਈਮ ਇਹ ਬੱਸਾਂ ਚੱਲਣਗੀਆਂ, ਉਦੋਂ ਬਾਅਦ ਬੱਸਾਂ ਤੇ ਡਰਾਈਵਰ ਕਨੈਕਟਰਾਂ ਦੀਆਂ ਸਾਰਿਆਂ ਦੀਆਂ ਜੌਬ ਚਲੀਆਂ ਜਾਣਗੀਆਂ। ਜਦੋਂ ਖਜ਼ਾਨਾ ਸਾਰਾ ਕੁਝ ਖਾਲੀ, ਆਪਾਂ ਨੂੰ ਪਤਾ ਹੀ ਹੈ ਵੀ ਉਹ ਕਹਿੰਦੀਆਂ ਵੀ ਕਿਉਂ ਇਹ ਕਿਰਾਏ ਫ੍ਰੀ ਕੀਤੇ ਗਏ ਆ। ਸਭ ਤੋਂ ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਵੀ ਜਿੱਥੇ 5 ਜਾਂ ਬੀਬੀਆਂ 4 ਖੜੀਆਂ ਹੋਣਗੀਆਂ ਬੱਸ ਸਟਾਪ ਦੇ ਉੱਪਰ ਉਪਜੀਤ ਜੀ, ਉੱਥੇ ਬੱਸ ਹੁਣ ਤਾਂ ਰੁਕਦੀਆਂ, ਹੌਲੀ ਹੌਲੀ ਇਹ ਚੀਜ਼ ਘਟਣੀ ਸ਼ੁਰੂ ਹੋ ਜਾਊਗੀ। ਨੰਬਰ 2 ਕਹਿੰਦੇ ਵੀ ਜਿਹੜਾ ਆਪਾਂ ਨੂੰ ਸਭ ਨੂੰ ਹੀ ਪਤਾ ਹੀ ਹੈ ਕਿੰਨੇ ਕੁ ਪੈਸੇ ਆਪਣੇ ਕੋਲ ਹੈਗੇ ਆ। ਹੁਣ ਇੱਕ ਅੰਕੜੇ ਵੀ ਲੈ ਕੇ ਆਏ, ਪਰ ਉਦੋਂ ਪਹਿਲਾਂ ਉਪਜੀਤ ਜੀ ਇਹ ਜਿਹੜੀ ਬੀਬੀ ਦੀਆਂ ਗੱਲਾਂ ਨੂੰ ਆਪਾਂ ਬਿਲਕੁਲ ਸਾਫ਼ ਕਰ ਦਿੰਦੇ। ਇੱਕ ਤਸਵੀਰ ਹੋਰ ਦਿਖਾਉਣੇ ਆ, ਕੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਆ, ਆਹ ਦੇਖੋ, ਇਹ ਬੱਸ ਦੇ ਵਿੱਚ ਸਾਰੀਆਂ ਹੀ ਬੀਬੀਆਂ ਇਹਦੇ ਵਿੱਚ, ਤੇ ਹੁਣ ਦਿੱਕਤ ਇੱਥੇ ਉਹੀ ਆ ਗਈ। ਇਹਦੇ ਵਿੱਚੋਂ ਜ਼ਾਹਿਰ ਤੌਰ ਦੀ ਗੱਲ ਹੈ ਕਿ ਇੱਕ ਵੀ ਟਿਕਟ ਨਹੀਂ ਕੱਟੀ ਗਈ ਹੋਣੀ। ਹੁਣ ਇਹ ਬੱਸ ਦਾ ਰੂਟ ਕਿੰਨੇ ਦਿਨਾਂ ਤੱਕ ਐ ਚੱਲ ਸਕਦਾ ਹੈ? ਜੇ ਔਰਤਾਂ ਨੂੰ ਇਹ ਬੱਸ ਲੈ ਕੇ ਜਾਊਗੀ ਫਿਰ ਉੱਥੇ ਛੱਡੂਗੀ, ਚਲੋ ਠੀਕ ਹੈ, ਵਧੀਆ ਗੱਲ ਵੀ ਹੈਗੀ ਹੈ, ਪਰ ਇਹ ਕਿੰਨੇ ਦਿਨਾਂ ਤੱਕ ਇਹ ਬੱਸ ਚੱਲੂਗੀ ਤੇ ਕਿੰਨਾ ਇਹਦਾ ਜਿਹੜਾ ਹੈਗਾ ਬੋਝ ਜਿਹੜਾ ਉਹ ਖਜ਼ਾਨੇ ਤੇ ਪੈਂਦਾ ਜਾਊਗਾ। 2019 ਤੇ 20 ਦੇ ਵਿੱਚ ਉਪਜੀਤ ਜੀ 1 ਸਾਲ ਦੀ ਆਪਾਂ ਗੱਲ ਕਰੀ ਜਾਵੇ ਤਾਂ ਪਨ ਬੱਸ ਤੇ ਪੰਜਾਬ ਰੋਡਵੇਜ਼ ਤੋਂ ਜਿੰਨੀ ਆਮਦਨੀ ਸਰਕਾਰ ਨੂੰ ਹੋਈ ਹੈ ਉਹ ਹੈ 544
544.75 ਕਰੋੜ ਇੱਕ ਸਾਲ ਦੇ ਵਿੱਚ 544.75 ਕਰੋੜ ਦੀ ਆਮਦਨੀ ਇੱਥੋਂ ਹੋਈ ਹੈ। ਇਹਦੇ ਵਿੱਚ ਉਹ ਕਹਿੰਦੇ ਵੀ 40% ਦੀ ਆਪਾਂ ਜੇ ਔਰਤਾਂ ਮੰਨ ਲਈਆਂ ਜਾਣ 100 ਚੋਂ 40% ਦੀ ਤੋਂ ਜਿੰਨੀਆਂ ਟਿਕਟਾਂ ਕੱਟੀਆਂ ਗਈਆਂ ਹੁਣ ਉਹ ਸਰਕਾਰ ਨੂੰ ਉਹਨਾਂ ਤੋਂ ਕਿਰਾਇਆ ਪ੍ਰਾਪਤ ਹੋਇਆ ਜੀ 217 ਕਰੋੜ 217.90 ਕਰੋੜ। ਹੁਣ ਇਹ ਕਿਰਾਇਆ ਕਿੱਥੇ ਜਾਊਗਾ? ਇੱਕ ਤਾਂ ਮਾਈਨਸ ਇਹ ਹੋ ਜਾਊਗਾ ਵੀ ਕਹਿਣ ਦਾ ਮਤਲਬ ਸਿੱਧਾ ਘਾਟਾ ਇੰਨਾ ਕਿ ਤਾਂ ਜਿਹੜਾ 1 ਸਾਲ ਦਾ ਘਾਟਾ 217.90 ਕਰੋੜ ਦਾ ਤਾਂ ਪੈਣਾ ਹੀ ਪੈਣਾ। ਇਹ ਸਭ ਤੋਂ ਵੱਡੀ ਗੱਲ ਜਿਹੜੀ ਨਿਕਲ ਕੇ ਇੱਕ ਸਾਹਮਣੇ ਆਈ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰਾਂਗੇ ਜਿਹੜੇ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਗਈ ਸੀ ਜਦੋਂ ਪੰਜਾਬ ਦੇ ਵਿੱਚ ਖੜਕੂਆ ਸੀ ਪੁਲਿਸ ਵਾਲਿਆਂ ਨੂੰ ਜੀ, ਪੁਲਿਸ ਵਾਲਿਆਂ ਨੂੰ ਇੱਕ ਵੋਚਰ ਭਰਨਾ ਹੁੰਦਾ, ਉਹਨਾਂ ਨੇ ਉਹ ਵੋਚਰ ਭਰ ਕੇ ਦਿੰਦੇ ਨੇ ਤੇ ਉਹਦੇ ਇਵਜ਼ ਦੇ ਵਿੱਚ ਹੁਣ ਤਾਂ ਮਸ਼ੀਨਾਂ ਆ ਗਈਆਂ ਕਿਉਂਕਿ ਪਹਿਲਾਂ ਤਾਂ ਚਲੋ ਮਸ਼ੀਨਾਂ ਵੀ ਨਹੀਂ ਸੀ ਹੁੰਦੀਆਂ, ਉਹ ਵੋਚਰ ਲੈ ਕੇ ਫੜ ਲੈਂਦੇ ਸੀ ਤੇ ਉਹਦੇ ਮੁਤਾਬਕ ਉਹ ਜਿਹੜੇ ਵੋਚਰ ਸੀ ਗਿਣ ਕੇ ਭੇਜ ਦਿੱਤੇ ਜਾਂਦੇ ਸੀ। ਉਹਦੇ ਤੇ ਲਿਖਿਆ ਹੁੰਦਾ ਇੱਥੋਂ ਤੋਂ ਇੱਥੋਂ ਤੱਕ ਦਾ ਸਫ਼ਰ ਕੀਤਾ ਤੇ ਉਹ ਜਿਹੜੀ ਖਾਸ ਤੌਰ ਤੇ PRTC ਵਰਗਾ ਅਦਾਰਾ ਜਿਹੜਾ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਕਿਉਂਕਿ ਉਹ ਸਿੱਧੇ ਤੌਰ ਤੇ ਸਰਕਾਰ ਦੇ ਅਧੀਨ ਨਹੀਂ ਹੈਗਾ, ਨੀਮ ਸਰਕਾਰੀ ਅਦਾਰਾ ਹੈ। ਅੱਛਾ ਜੀ। ਤੇ ਉਹ ਵਿੱਤੀ ਸਹਾਇਤਾ ਵਾਸਤੇ ਫਿਰ ਉਹ ਜਿਹੜੀਆਂ ਪਰਚੀਆਂ ਵੋਚਰ ਉਹ ਭੇਜ ਦਿੰਦੇ ਹੁੰਦੇ ਸੀ ਸਰਕਾਰ ਨੂੰ ਕਿ ਲਓ ਜੀ ਇੰਨੇ ਤੁਹਾਡੇ ਮੁਲਾਜ਼ਮਾਂ ਨੇ ਸਫ਼ਰ ਕੀਤਾ ਹੈ, ਆਹ ਸਾਡਾ ਜਿਹੜਾ ਕਿਰਾਇਆ ਭਾੜਾ ਬਣਿਆ ਆ ਦੇ ਦਿਓ ਸਾਨੂੰ। ਜੀ ਜੀ ਬਿਲਕੁਲ ਜੀ। 25 ਕਰੋੜ ਰੁਪਇਆ ਇੱਕ ਵਾਰੀ ਸਾਹਮਣੇ ਆਏ ਸੀ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਕਿ ਤਕਰੀਬਨ 24-25 ਕਰੋੜ ਰੁਪਇਆ ਬਣ ਚੁੱਕਿਆ ਸੀ ਉਸ ਵੇਲੇ। ਹਾਲਾਂਕਿ ਤਾਜ਼ਾ ਅੰਕੜੇ ਇਸ ਵੇਲੇ ਉਪਲਬਧ ਨਹੀਂ, ਤਾਂ ਉਹ 25 ਕਰੋੜ ਰੁਪਏ ਦੀ ਦੇਣਦਾਰੀ ਸਰਕਾਰ ਦੇ ਸਿਰ ਖੜੀ ਸੀ PRTC ਦੀ ਕਿ ਜਦੋਂ ਨਵੀਆਂ ਬੱਸਾਂ 2015 ਦੇ ਵਿੱਚ ਪਾਈਆਂ ਜਾ ਰਹੀਆਂ ਸੀ ਤਾਂ ਉਦੋਂ ਇਹ ਗੱਲ ਕਹੀ ਗਈ ਕਿ ਹਾਂਜੀ ਇਹ ਤੁਸੀਂ ਸਾਡੀ ਅਦਾਇਗੀ ਕਰੋ, ਅਸੀਂ ਹੋਰ ਵੀ ਕੰਮ ਕਰਨੇ ਨੇ ਸਾਡੇ ਜਿਹੜਾ ਓਵਰਹਾਲਿੰਗ ਕਰਨੀ ਆ ਅਦਾਰੇ ਨੂੰ। ਤੇ ਉਹ ਉੱਥੇ ਆਪਾਂ ਕਹਿ ਸਕਦੇ ਹਾਂ ਜੇ ਸਰਕਾਰ ਅਦਾਇਗੀ ਕਰਦੀ ਰਹੇ ਤਾਂ ਇੱਕ ਜਿਹੜੀ ਆਪਾਂ ਕਿਸੇ ਪੰਜਾਬ ਰੋਡਵੇਜ਼ ਕਹਿ ਲਓ ਜਾਂ PRTC ਕਹਿ ਲਓ ਉਹਨਾਂ ਦਾ ਘਾਟਾ ਨਹੀਂ ਪਊਗਾ ਸਿੱਧੇ ਤੌਰ ਤੇ ਦੂਜੇ ਪਾਸੇ ਪਨਬਸ ਦਾ ਜਿਵੇਂ ਤੁਸੀਂ ਅੰਕੜੇ ਪੇਸ਼ ਕੀਤੇ ਨੇ, ਜੇ ਇਹਦੇ ਵਿੱਚ ਹੁਣ ਕਿਹਾ ਇਹ ਗੱਲ ਇਹ ਕੀਤੀ ਗਈ ਹੈ ਕਿ 0 ਰੁਪਈਸ ਦੀ ਇੱਕ ਟਿਕਟ ਜ਼ਰੂਰ ਕੱਟੀ ਜਾਊਗੀ। ਹੋਲਡ ਰੱਖਿਓ ਜੀ ਵੀ ਇੱਕ ਪ੍ਰੂਫ ਰੱਖਣ ਵਾਸਤੇ। ਹਾਂ ਜੀ ਬਿਲਕੁਲ। ਹੁਣ ਉਹਦੇ ਵਿੱਚ ਕਿਉਂਕਿ ਅੱਜ ਕੱਲ ਮਸ਼ੀਨਾਂ ਆ ਚੁੱਕੀਆਂ ਨੇ, ਰਿਕਾਰਡ ਹੈ ਔਨ ਰਿਕਾਰਡ ਆ, ਉਹਦੇ ਵਿੱਚ ਕੱਲਾ ਦਰਜ ਹੁੰਦਾ ਕਿ ਹਾਂਜੀ ਕਿੱਥੋਂ ਕਿੱਥੇ ਤੱਕ ਕਿਰਾਇਆ ਕੱਟਿਆ ਗਿਆ ਤੇ ਇਹ ਲੇਡੀ ਸੀਗੀ ਇਸ ਕਰਕੇ ਇਹਦਾ 0 ਕਿਰਾਇਆ ਸੀ, ਕੋਈ ਇਹਦੇ ਤੋਂ ਕਿਰਾਇਆ ਨਹੀਂ ਲਿਆ ਗਿਆ ਤੇ ਉਹ 0 ਕਿਰਾਏ ਦੀ ਟਿਕਟ ਕੱਟ ਕੇ ਬਕਾਇਦਾ ਤੌਰ ਤੇ ਦਿੱਤੀ ਜਾਊਗੀ। ਤੇ ਉਹ ਜਿਹੜਾ ਰਿਕਾਰਡ ਹੈ ਫਿਰ ਉਹ ਲਿਖ ਕੇ ਬਣਾ ਕੇ ਜੇ ਹਾਂਜੀ 50 ਰੁਪਏ ਫਰਜ਼ ਕਰੋ ਕਿਰਾਇਆ ਬਣਦਾ ਸੀ ਤਾਂ ਉਹ 50 ਰੁਪਏ ਜੋੜ ਕੇ ਸਰਕਾਰ ਨੂੰ ਭੇਜੇ ਜਾਣਗੇ ਕਿ ਸਾਡੇ ਖਾਤੇ ਵਿੱਚ ਇਹ ਪਾਓ, ਅਸੀਂ ਤੁਹਾਡੇ ਤੋਂ ਲੈਣੇ ਨੇ, ਇਹ ਤੁਸੀਂ ਦੇਣਦਾਰ ਹੋ। ਮਤਲਬ ਇਹ ਬਚਾਇਆ ਜਾ ਸਕਦਾ ਹੈ ਜੇ ਦੋਹਾਂ ਅਦਾਰਿਆਂ ਨੂੰ PRTC ਨੂੰ ਤੇ ਪੰਜਾਬ ਰੋਡਵੇਜ਼ ਨੂੰ ਇਸ ਤਰੀਕੇ ਨਾਲ ਜੇ ਸਰਕਾਰ ਅਦਾਇਗੀ ਕਰੇ। ਹਾਂਜੀ ਬਰਾੜ ਸਾਹਿਬ ਤੇ ਉਪਜੀਤ ਜੀ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਅੱਛਾ ਬਰਾੜ ਸਾਹਿਬ ਇਹ ਬੱਸ ਦੇ ਵਿੱਚ ਜਿੰਦਾ ਕੱਲੀਆਂ ਲੇਡੀਜ਼ ਬੈਠੀਆਂ ਇਹਦਾ ਮਤਲਬ ਫਿਰ ਕਨੈਕਟਰ ਦੀ ਤਾਂ ਲੋੜ ਨਹੀਂ ਰਹਿਣੀ। ਸਾਡੇ ਇੱਥੇ ਹੁਣ ਬਾਹਰ ਡਰਾਈਵਰ ਹੀ ਹੁੰਦਾ ਕੱਲਾ ਕਿਉਂਕਿ ਕਨੈਕਟਰ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹਦੇ ਕੋਲੇ ਪੀਪਾ ਜਿਹਾ ਲੱਗਿਆ ਹੁੰਦਾ, ਪੈਸੇ ਪਾ ਦਿੰਦੇ ਆ ਉਹ। ਇਹਦੇ ਵਿੱਚ ਦੀ ਇੱਕ ਗੱਲ ਹੋਰ ਤੁਹਾਨੂੰ ਐਡ ਕਰ ਦਿੰਦੇ ਆ, ਜਿਹੜਾ ਔਰਤਾਂ ਹੁਣ ਬੱਸ ਦੇ ਵਿੱਚ ਚੜ੍ਹਨਗੀਆਂ ਨਾ ਉਹਨਾਂ ਨੂੰ ਕੁਝ ਦਿਖਾਉਣਾ ਪਊਗਾ ਵੀ ਅਸੀਂ ਪੰਜਾਬ ਦੇ ਵਾਸੀ ਹੈਗੇ ਆ। ਉਹ ਫਿਰ ਇੱਕ ਤਾਂ ਆਧਾਰ ਕਾਰਡ ਕੋਲੇ ਤੇ ਜਾਂ ਜਿਵੇਂ ਉਪਜੀਤ ਜੀ ਨੇ ਗੱਲ ਕੀਤੀ ਹੈ ਜੀ ਟਿਕਟ ਉਹਨਾਂ ਨੂੰ ਜ਼ਰੂਰ ਕੱਟ ਕੇ ਦਿੱਤੀ ਜਾਊਗੀ ਜੀ। ਜ਼ੀਰੋ ਬੈਲੈਂਸ ਦੀ ਇੱਕ ਟਿਕਟ ਜ਼ਰੂਰ ਹਰੇਕ ਬੀਬੀ ਦੇ ਹੱਥ 'ਚ ਫੜਾਈ ਜਾਊਗੀ ਤਾਂ ਕਿ ਉਹ ਸਰਕਾਰ ਤੋਂ ਬਾਅਦ ਦੇਣਦਾਰੀ ਹੋ ਸਕੇ ਜੀ। ਹਾਂ ਫਿਰ ਉਹ ਤਾਂ ਡਰਾਈਵਰ ਹੀ ਦੇ ਦਿਆ ਕਰੂ ਬਰਾੜ ਸਾਹਿਬ, ਫਿਰ ਕਨੈਕਟਰ ਤਾਂ ਹਟਾ ਦੇਣੇ ਚਾਹੀਦੇ ਸਰਕਾਰ ਨੂੰ। ਨਹੀਂ ਸਰ ਤੁਸੀਂ ਤਾਂ ਨਹੀਂ ਕੋਈ ਚੱਕਰ। ਨਹੀਂ ਭਾਜੀ ਤੁਸੀਂ ਕੈਨੇਡਾ ਦਾ ਸਿਸਟਮ ਜਿਹੜਾ ਇੱਥੇ ਪੰਜਾਬ ਦੇ ਵਿੱਚ ਲਾਗੂ ਕਰਨਾ ਬਹੁਤ ਮੁਸ਼ਕਲ ਹੈ ਜੀ, ਤੁਸੀਂ ਸਮਝ ਹੀ ਸਕਦੇ ਹੋ। ਜਿਹੜੇ ਡਰਾਈਵਰ ਨੇ ਆਪਣੀ ਮਰਜ਼ੀ ਨਾਲ ਹਾਲੇ ਜੇ ਪਹਿਲੇ ਦਿਨ ਜਦੋਂ ਲਾਗੂ ਹੋਇਆ ਸੀ ਨਾ ਇਹ ਮੁਫਤ ਬੱਸ ਸੇਵਾ, ਪਹਿਲੇ ਦਿਨ ਹੀ ਇੱਕ ਔਰਤ ਵਿਚਾਰੀ ਮਰਦੀ ਬਚੀ। ਉਸਨੇ ਇਸ਼ਾਰਾ ਕੀਤਾ ਆਪਣੇ ਪਤੀ ਨਾਲ ਜਾਂ ਕਿਸੇ ਰਿਸ਼ਤੇਦਾਰ ਨਾਲ, ਸਕੂਟਰ ਤੇ ਜਾ ਰਹੀ ਸੀ, ਬੱਸ ਨਹੀਂ ਰੋਕੀ, ਉਹ ਉਹਦੇ ਪਿੱਛੇ ਗਈ, ਇੱਕ ਜਗ੍ਹਾ ਤੇ ਜਾ ਕੇ ਬੱਸ ਰੋਕੀ, ਉਹਨੇ ਚੜਨ ਦਾ ਯਤਨ ਕੀਤਾ ਬੀਬੀ ਨੇ ਤੇ ਉਹ ਡਰਾਈਵਰ ਨੇ ਬੱਸ ਤੋੜ ਲਈ। ਉਹ ਵਿਚਾਰੀ ਮੁੱਦੇ ਮੂੰਹ ਥੱਲੇ ਵੱਜੀ, ਇੰਨਾ ਸ਼ੁਕਰ ਪਿਛਲੇ ਟਾਇਰ ਦੇ ਹੇਠ ਨਹੀਂ ਆਈ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਡਰਾਈਵਰ ਆਪਣੇ ਜਿਹੜੇ ਨੇ ਵੀ ਇਹ ਕੰਮ ਕਿੰਨਾ ਕੁ ਸੰਭਾਲ ਲੈਣਗੇ ਜਦੋਂ ਸਵਾਰੀਆਂ ਚੜਾਉਣ ਦੇ ਮਾਮਲੇ ਦੇ ਵਿੱਚ ਇੰਨੀ ਕੁਤਾਹੀ ਕੀਤੀ ਜਾਂਦੀ ਹੈ। ਬਿਲਕੁਲ ਜੀ। ਬਾਕੀ ਜੀਤ ਜੀ ਇਹ
ਇਲੈਕਸ਼ਨ ਝੰਡਾ ਜੀ, ਉਹ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ ਉਹਨੇ ਇਲੈਕਸ਼ਨ ਝੰਡਾ ਦਿੱਤਾ। ਨਹੀਂ ਉਹ ਤਾਂ ਬਿਲਕੁਲ ਠੀਕ ਹੈ, ਉਹ ਤਾਂ ਕਲੀਅਰ ਹੈ ਜੀ। ਆਪਾਂ ਤਾਂ ਵੈਸੇ ਮੁੱਦੇ ਦੀ ਗੱਲ ਕਰ ਰਹੇ ਹਾਂ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਦਿੱਲੀ ਸਰਕਾਰ ਨੇ ਸਭ ਤੋਂ ਪਹਿਲਾਂ ਲਾਗੂ ਕੀਤਾ ਸੀ ਜੀ, ਕੇਜਰੀਵਾਲ ਨੇ ਉਹ ਤਾਂ ਇਹਦੀ ਰੀਸ ਕੀਤੀ ਹੈ। ਰਾਘਵ ਚੱਡਾ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਵੀ ਕਹਿਤਾ ਜੀ ਸਾਡੀ ਰੀਸ ਕਰਦੇ ਨੇ। ਚਲੋ ਉਹ ਗੱਲ ਵੱਖਰੀ ਹੈ, ਪਰ ਇਹ ਅੱਗੇ ਜਿਹੜੇ ਇਹਦੇ ਅਸਰ ਨੇ, ਇਹ ਜੇ ਕੋਈ ਫੈਸਲਾ ਲਿਆ ਗਿਆ ਉਹਦਾ ਮੰਤਵ ਕੀ ਹੈ ਇੱਕ ਵੱਖਰੀ ਗੱਲ ਹੈ, ਪਰ ਉਹਦੇ ਅਸਰ ਕੀ ਹੋਣਗੇ ਆਪਾਂ ਉਹਦੇ ਬਾਰੇ ਗੱਲ ਕਰ ਰਹੇ ਹਾਂ ਜੀ। ਸ਼ੁਕਰੀਆ ਜੀ। ਇੱਕ ਦੋ ਗੱਲਾਂ ਇਹਦੇ ਵਿੱਚ ਇਹ ਤਾਂ ਗਵਰਨਮੈਂਟ ਦੀਆਂ ਬੱਸਾਂ ਦਾ ਵੀ ਸੱਤਿਆਨਾਸ਼ ਮਾਰ ਦੇਣਗੇ। ਬਿਲਕੁਲ ਜੀ, ਆਪਾਂ ਗੱਲ ਕਰਦੇ ਹਾਂ ਜੀ। ਇੱਕ ਗੱਲ ਜਿਵੇਂ ਆਪਣੇ ਦਰਸ਼ਕਾਂ ਦੇ ਵਿੱਚੋਂ ਇੱਕ ਦੋ ਪੁਆਇੰਟ ਹੈਗੇ ਆ, ਔਰਤਾਂ ਹੀ ਔਰਤਾਂ, ਹੁਣ ਇਹ ਤਾਂ ਪੱਕੀ ਗੱਲ ਹੈ ਕਿ ਜੇ ਕੋਈ ਰੋਡਵੇਜ ਦੀ ਬੱਸ ਮਿਲੂਗੀ, ਬੰਦਾ ਵੀ ਸੋਚੂਗਾ ਚਲੋ ਮੈਂ ਭਗਵਾਨੇ ਥੋੜੇ ਜਿਹੇ ਘਰ ਦੇ ਕੰਮ ਕਰ ਲੈਣਾ ਤੇ ਤੂੰ ਮਾੜਾ ਮੋਟਾ ਇੱਕ ਤਾਂ ਸ਼ਹਿਰ ਜਾਇਆ, ਕੁਛ ਆ ਵੀ ਗੱਲ ਹੈਗੀਆਂ ਜਾਂ ਰਿਸ਼ਤੇਦਾਰੀਆਂ ਤੇ ਹੁਣ ਔਰਤਾਂ ਹੀ ਜਾਇਆ ਕਰਨਗੀਆਂ ਤੇ ਜਾਣਗੀਆਂ ਵੀ ਉਹ ਰੋਡਵੇਜ ਦੇ ਵਿੱਚ। ਹੁਣ ਜਿਹੜੇ ਬੰਦੇ ਹੈਗੇ ਆ ਰੋਡਵੇਜ ਦੇ ਵਿੱਚ, ਉਹ ਜਦੋਂ ਚੜਨਗੇ ਅੱਗੇ ਸੀਟ ਨਹੀਂ ਮਿਲਣੀਗੀ, ਉਦੋਂ ਬਾਅਦ ਫਿਰ ਬੰਦਾ ਸਲਾਹਕਾਰ ਹੀ ਲੈਂਦਾ, ਯਾਰ ਆ ਰੋਡਵੇਜ ਆ ਗਈ, ਇਹਨੂੰ ਲੰਘ ਜਾਂਦੇ, ਪਿੱਛੇ ਪ੍ਰਾਈਵੇਟ ਆਉਂਦੀ ਆ, ਘੱਟੋ ਘੱਟ ਉੱਥੇ ਸੀਟ ਤਾਂ ਮਿਲੂਗੀ ਵੀ 50-60 ਕਿਲੋਮੀਟਰ ਜਾਣਾ ਆਪਾਂ। ਅੱਛਾ, ਉਧਰਲੇ ਪਾਸੇ ਉਹ ਪ੍ਰਾਈਵੇਟ ਚ ਵੜ ਜਾਣਗੇ। ਹੁਣ ਪ੍ਰਾਈਵੇਟ ਚ ਭੀੜ ਜ਼ਿਆਦਾ ਹੋ ਜਾਊਗੀ ਤੇ ਕਿਤੇ ਇਹ ਤਾਂ ਨਹੀਂ ਗੀ ਨਾ, ਜਿਵੇਂ ਸਰਕਾਰ ਕਦੇ ਕਦੇ ਹੁੰਦੀ ਹੈ ਇਧਰੋਂ ਪੈਨਸ਼ਨ ਦੇਈ ਜਾਂਦੀ ਹੁੰਦੀ ਹੈ ਬਜ਼ੁਰਗਾਂ ਨੂੰ, ਤੇ ਦੂਜੇ ਪਾਸੇ ਬਿੱਲ ਭਰਨ ਦੀ ਵੀ ਤਰੀਕ ਹੁੰਦੀ ਹੈ ਉਦੋਂ ਵੀ ਉਧਰ ਦੂਜੇ ਪਾਸੇ ਬਿੱਲ ਭਰੀ ਜਾਂਦੇ ਹੁੰਦੇ ਆਪਾਂ ਬਿਜਲੀ ਵਾਲੇ। ਇਧਰੋਂ ਜਿਹੜੀਆਂ ਔਰਤਾਂ ਦੇ ਕਿਰਾਏ ਫ੍ਰੀ ਕੀਤੇ ਆ, ਤੇ ਜੇ ਕੱਲ ਨੂੰ ਮੁੱਖ ਮੰਤਰੀ ਸਾਹਿਬ ਕਹਿ ਦੇਣ ਜਾਂ ਕੋਈ ਵੀ ਹੋਰ ਕਹਿ ਦੇ ਵੀ ਯਾਰ ਉਧਰਲੇ ਪਾਸੋਂ ਘਾਟਾ ਹੋ ਰਿਹਾ, ਆਪਾਂ ਜਿਹੜੇ ਹੁਣ ਬੰਦੇ ਹੈਗੇ ਇਹਨਾਂ ਦੇ ਕਿਰਾਇਆਂ ਦੇ ਵਿੱਚ ਥੋੜੇ ਰੁਪਈਆ 2 ਰੁਪਈਆ ਚੱਕ ਦਈਏ। ਬਿਲਕੁਲ, ਇਹ ਤਾਂ ਕਿਸੇ ਵੀ ਵੇਲੇ 3 ਮਹੀਨੇ ਹਰ 3 ਮਹੀਨੇ ਬਾਅਦ ਸਮੀਖਿਆ ਹੁੰਦੀ ਹੈ ਜੀ, ਰਿਵਿਊ ਹੁੰਦਾ ਹੈ, ਉਹ ਤਾਂ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਜੀ। ਡੀਜ਼ਲ ਆਪਾਂ ਕਹਿੰਦਾ ਖਰਚਾ ਵੱਧ ਗਿਆ, ਮੇਨਟੇਨੈਂਸ ਐਂਡ ਜਿਹੜਾ ਰਿਪੇਅਰ ਦਾ ਖਰਚਾ ਵੱਧ ਗਿਆ ਜੀ, ਸਾਡੇ ਹੋਰ ਜਿਹੜੇ ਆਪਰੇਟਿੰਗ ਕਾਸਟ ਵੱਧ ਗਈ, ਮਤਲਬ ਕਈ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਵਾਧਾ ਕੀਤਾ ਜਾ ਸਕਦਾ। ਸਤਿ ਸ਼੍ਰੀ ਅਕਾਲ। ਮੈਂ ਜਿਹੜੀ ਆਹ ਗੱਡੀ ਦੇ ਉੱਤੋਂ ਕੋਈ ਡਿੱਗਿਆ ਸਮਾਨ ਤੋਂ ਕਹਿੰਦੇ ਉੱਡਦੀ ਆਈ ਉਹ ਆਪਣੀ ਜੀ ਬਹੁਤ ਵੀ, ਇਹ ਕੀ ਹੋਇਆ ਦੱਸੋ ਜਰੂਰ ਜੀ। ਬਿਲਕੁਲ ਜੀ, ਬਿਲਕੁਲ। ਇਹ ਟੋਰਾਂਟੋ ਹਾਈਵੇ 401 ਦੀ ਘਟਨਾ ਜੀ, ਇਹਦੇ ਤੇ ਵੀ ਆਵਾਂਗੇ ਆਪਾਂ ਜੀ। ਆਪਾਂ ਅਗਲੇ ਪਾਸੇ ਵਧਦੇ ਆਂ। ਜਿਹੜੀ ਆ ਦਰਸ਼ਕ ਨੇ ਇੱਕ ਗੱਲ ਕਹੀ ਸੀਗੀ ਕਿ ਜਿਹੜੀ ਅਸਮਾਨ ਦੇ ਵਿੱਚੋਂ ਉੜਦੀ ਮੌਤ ਹੈ ਜਿਹੜੀ, ਉਹ ਇੱਕਦਮ ਕਿਵੇਂ ਆ ਗਈ ਹੈ। ਬਿਲਕੁਲ, ਇਹ ਹੈਰਾਨੀ ਦੀ ਗੱਲ ਹੈ ਜੀ। ਇੱਕ ਬੰਦੇ ਨੂੰ ਜਦੋਂ ਪਤਾ ਲੱਗ ਜੇ ਕਿ ਉਹ ਦੇਖੋ ਆਪਾਂ ਕਿਵੇਂ ਇੱਕ ਜਦੋਂ ਹਾਲਾਤ ਬੰਦੇ ਵਾਸਤੇ ਭਿਆਨਕ ਬਣ ਜਾਂਦੇ ਨੇ। ਇੱਕ ਔਰਤ ਕਾਰ ਦੇ ਵਿੱਚ ਜਾ ਰਹੀ ਹੈ ਹਾਈਵੇ 401 ਤੇ ਅਚਾਨਕ ਸਾਹਮਣੇ ਇੱਕ ਉੱਡਦਾ ਟਾਇਰ ਆਉਂਦਾ ਹੈ ਜੀ। ਉਹਨੂੰ ਨਹੀਂ ਪਤਾ ਕਿੱਥੋਂ ਆਇਆ, ਕਿਵੇਂ ਆਇਆ। ਇਹ ਹਲੇ ਤੱਕ ਜਿਹੜੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੀ ਪਤਾ ਕਰਨ ਦਾ ਯਤਨ ਕਰ ਰਹੀ ਹੈ ਕਿ ਇਹ ਕਿੱਥੋਂ ਕਿਹੜੀ ਕਾਰ ਦਾ ਟਾਇਰ, ਹਾਲਾਂਕਿ ਕਾਰ ਦਾ ਹੀ ਟਾਇਰ ਹੈ ਉਹ ਕਲੀਅਰ, ਇਹ ਗੱਲ ਸਾਹਮਣੇ ਕਿਉਂਕਿ ਪਿੱਛੇ ਪਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਹ ਕਾਰ ਦਾ ਟਾਇਰ ਹੈ ਤੇ ਉੱਡਦਾ ਹੋਇਆ ਆਇਆ। ਉਹ ਗੱਡੀ ਉਹਦੀ ਇੰਨੀ ਕੁ ਮਜ਼ਬੂਤ ਸੀ, ਆਪਾਂ ਕਹਿ ਸਕਦੇ ਹਾਂ ਸ਼ਾਇਦ ਉਹਦੀ ਇਸੇ ਕਰਕੇ ਜਾਨ ਬਚ ਗਈ। ਵੱਡੀ ਗੱਡੀ ਸੀ, ਜੇ ਕਿਤੇ ਛੋਟੀ ਗੱਡੀ ਜਾਂ ਥੋੜੀ ਕਮਜ਼ੋਰ ਹੁੰਦੀ ਤਾਂ ਸ਼ਾਇਦ ਉਹਦੀ ਜਾਨ ਬਚਣੀ ਮੁਸ਼ਕਲ ਹੋ ਜਾਣੀ ਸੀ। ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਇੱਕ ਕਾਰ ਦਾ ਟਾਇਰ ਉੱਡਦਾ ਹੋਇਆ ਕਿਸੇ ਪਾਸਿਓਂ ਆਇਆ, ਕਿੱਥੋਂ ਖੁੱਲਿਆ ਕਿਵੇਂ ਖੁੱਲਿਆ ਇਹ ਨਹੀਂ ਪਤਾ ਲੱਗ ਸਕਿਆ ਹਾਲੇ ਤੱਕ। ਔਰ ਉਸ ਦੀ ਵਿੰਡਸ਼ੀਲਡ ਨੂੰ ਬਿਲਕੁਲ ਚਕਨਾਚੂਰ ਆਪਾਂ ਕਹਿ ਸਕਦੇ ਹਾਂ, ਕੀਚਰ ਕਰਤਾ ਜਿਹਨੂੰ ਕਹਿ ਸਕਦੇ ਹਾਂ। ਇਹ ਗੱਲ ਇੱਥੇ ਆਪਾਂ ਖਾਸ ਤੌਰ ਤੇ ਆਪਾਂ ਕਈ ਇਸ ਤੋਂ ਪਹਿਲਾਂ ਵੀ ਇੱਕ ਦੋ ਵੀਡੀਓ ਸਾਂਝੀਆਂ ਕੀਤੀਆਂ ਨੇ ਹਾਈਵੇਜ਼ ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ। ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ, ਜਦੋਂ ਸਟਰੱਕ ਵੱਜਦਾ ਆ ਕੇ ਆਪਾਂ ਉਦੋਂ ਪਤਾ ਲੱਗਦਾ। ਤੇ ਇਸ ਔਰਤ ਨੂੰ ਕੁਦਰਤੀ ਤੌਰ ਤੇ ਪਹਿਲਾਂ ਪਤਾ ਲੱਗਿਆ। ਇਹਦਾ ਨਾਮ ਹੈ ਜੀ, ਆਪਾਂ ਦੱਸ ਦਈਏ, ਲੀਜ਼ਾ ਮੈਕਨੀਲ। ਲੀਜ਼ਾ ਮੈਕਨੀਲ ਨੇ ਪਹਿਲਾਂ ਹੀ ਮਤਲਬ ਪਤਾ ਲੱਗ ਗਿਆ ਕਿ ਮੇਰੇ ਵੱਲ ਇੱਕ ਟਾਇਰ ਆ ਰਿਹਾ ਬਹੁਤ ਤੇਜ਼ੀ ਨਾਲ, ਵੀ ਹੁਣ ਪਤਾ ਨਹੀਂ ਕੀ ਬਣੂਗਾ। ਤੇ ਜਦੋਂ ਆ ਕੇ ਸਟਕ ਕੀਤਾ, ਉਹ ਟਾਇਰ ਵੱਜਿਆ ਆ ਕੇ, ਤਾਂ ਇੱਕਦਮ ਉਸਨੇ ਸੀਟ ਆਪਣੀ ਪਿੱਛੇ ਕਰ ਲਈ ਤੇ ਪਿੱਛੇ ਹਟ ਗਈ ਇੱਕ ਤਰੀਕੇ ਨਾਲ, ਤੇ ਉਹਦੀ ਆਪਾਂ ਕਹਿ ਸਕਦੇ ਜਾਨ ਬਚ ਗਈ। ਪਰ ਉਸ ਰਾਤ ਜਦੋਂ ਉਹ ਹਾਦਸੇ ਤੋਂ ਬਾਅਦ ਘਰੇ ਪਹੁੰਚੀ ਤੇ ਮਤਲਬ ਮੈਂਟਲੀ ਉਹ ਇੰਨੀ ਡਿਸਟਰਬ ਹੋ ਚੁੱਕੀ ਸੀ, ਮਾਨਸਿਕ ਤੌਰ ਤੇ ਇੰਨੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਉਹਦੇ ਅਸਰ ਪਿਆ ਸੀ ਕਿ ਉਹਨੂੰ ਉਸ ਰਾਤ ਪੂਰੀ ਰਾਤ ਨੀਂਦ ਹੀ ਨਹੀਂ ਆਈ ਕਿ ਇਹ ਭਾਣਾ ਵਾਪਰਿਆ ਕੀ ਮੇਰੇ ਨਾਲ, ਕਿ ਜੇ ਕਿਤੇ ਮਾੜਾ ਮੋਟਾ ਟਾਇਰ ਇੱਧਰ ਹੋ ਜਾਂਦਾ ਤਾਂ ਕੀ ਹੋ ਸਕਦਾ ਸੀ। ਬਿਲਕੁਲ ਜੀ, ਆਪਾਂ ਅੱਗੇ ਗੱਲਬਾਤ ਤੇ ਜਾਰੀ ਰੱਖਾਂਗੇ। ਕਾਲਰ ਲਾਈਨ ਤੇ ਕਾਫੀ ਟਾਈਮ ਤੋਂ। ਹਾਂਜੀ, ਸਵਾਗਤ ਹੈ ਜੀ। ਮੈਂ ਕਿਹਾ ਅੱਜ ਫਰਾਈਡੇ ਆ, ਅੱਜ ਸਾਰਿਆਂ ਨੇ ਪੀਤੀ ਖਾਧੀ ਹੈਗੀ ਆ, ਫਿਰ ਆਰਾਮ ਨਾਲ ਤੁਸੀਂ ਖਬਰਾਂ ਦੇਈ ਚੱਲੋ ਤੇ ਫੋਨ ਘੱਟ ਯੂਜ਼ ਕਰੋ। ਮੈਂ ਰਾਤੀ ਤੁਹਾਨੂੰ ਮੈਂ ਕਿਹਾ ਸੀਗਾ ਮੈਂਟਲੀ ਗੱਲ ਆ ਵੀ ਤੁਹਾਨੂੰ ਜਿਹੜੀ ਖਬਰਾਂ ਉਹ ਸੁਣਾ ਦਿਆ ਕਰੋ ਸਾਨੂੰ। ਜੀ ਸ਼ੁਕਰੀਆ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਸਾਰੇ ਪੀ ਕੇ ਰੋਟੀ ਖਾ ਕੇ ਤਾਂ ਫਿਰ ਫੋਨ ਤੁਹਾਨੂੰ ਕਰਦੇ ਆ ਤੇ ਗੱਲ ਨਹੀਂ ਕੋਈ ਹੁੰਦੀ, ਭਾਲ ਨਾਲ ਕਰੀ ਜਾਂਦੇ ਨਾ। ਜੀ ਬਿਲਕੁਲ, ਸ਼ੁਕਰੀਆ ਜੀ, ਥੈਂਕ ਯੂ। ਕਾਲ ਆ ਰਹੀ ਸੀ ਜੀ। ਬਿਲਕੁਲ ਜੀ।
ਆਪਾਂ ਜੀ ਇੱਕ ਵਾਰ ਇਸ ਔਰਤ ਦੀ ਥੋੜੀ ਜੀ ਗੱਲਬਾਤ ਵੀ ਸੁਣਾ ਦਿੰਨੇ ਆ, ਉਸ ਤੋਂ ਬਾਅਦ ਇਸ ਤੇ ਇਹੀ ਵਿਚਾਰ ਚਰਚਾ ਕਰਾਂਗੇ, ਕਿਉਂਕਿ ਹੁਣ ਸੜਕਾਂ ਤੇ ਤਾਂ ਆਪਾਂ ਸਭ ਨੇ ਜਾਣਾ ਹੁੰਦਾ ਹੈ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਆਪਾਂ ਘਰੇ ਬਹਿ ਜਾਈਏ। ਪਰ ਇਹ ਜਿਹੜੀ ਚੀਜ਼ ਹੈਗੀ, ਜਿਵੇਂ ਆਪਾਂ ਕਹਿ ਰਹੇ ਵੀ ਅਸਮਾਨ ਚੋਂ ਜਿਹੜੀ ਮੌਤ ਉੱਡਦੀ ਉੱਡਦੀ ਆਈ ਹੈ, ਇਹ ਕਿਸੇ ਨਾਲ ਵੀ ਹਾਦਸਾ ਵਾਪਰ ਸਕਦਾ ਹੈ। ਸੋ ਨਾ ਤਾਂ ਉਹ ਜਿਹੜੇ ਦਾ ਹੁਣ ਅਗਲੇ ਪਾਸੇ ਜਿਹੜਾ ਜਾ ਰਿਹਾ ਹੋਊਗਾ ਉਹਦਾ ਟਾਇਰ ਖੁੱਲਿਆ, ਨਾ ਤਾਂ ਉਹਦਾ ਇਹਦੇ ਵਿੱਚ ਉਪਜੀਜੀ ਕਸੂਰ ਹੈਗਾ, ਨਾ ਹੀ ਆਪਣਾ ਕਸੂਰ ਹੈ ਕਿ ਆਪਾਂ ਉਹਦੇ ਪਿੱਛੇ ਜਾ ਰਹੇ ਹਾਂ। ਇਹ ਤਾਂ ਬਚਿਆ ਕਿਵੇਂ ਜਾਵੇ? ਇੱਕ ਵਾਰ ਉਸ ਔਰਤ ਦੀ ਆਪਾਂ ਗੱਲ ਸੁਣ ਲੈਂਦੇ ਆ, ਉਦੋਂ ਬਾਅਦ ਕਰਦੇ ਹਾਂ ਵਾਪਸੀ। Driving down the 401, and in a split second I saw a tire. I believe I saw it bounce once. I could be incorrect. I saw it bounce extremely high, and it was coming down right at my windshield. I, as quickly as I could, took a look to see if there was anywhere that I could go to escape this tire and not cause injury or accident to anyone else. And it just, I looked back and thought, this is it. I am going to die, and this is the end. You are lucky to be alive. And driving down the ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰ ਜੀਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਤਾਂ ਇਹੀ ਕਹਿਣਾ ਸੀ, ਪ੍ਰੋਗਰਾਮ ਤੁਹਾਡਾ ਬਹੁਤ ਜ਼ਿਆਦਾ ਸੋਹਣਾ ਹੁੰਦਾ, ਐਡਿਟ ਕਰਦੇ ਰਹਿੰਦੇ, 7 ਕਦੋਂ ਵੱਜਣਗੇ ਲਬਲਟਾ ਤੋਂ ਬੋਲਦੇ ਆ। ਓਕੇ ਜੀ, ਓਕੇ ਜੀ, ਸ਼ੁਕਰੀਆ ਜੀ, ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਅਲਬਰਟਾ ਤੋਂ ਜੀ, ਬਿਲਕੁਲ ਉਹਨਾਂ ਦੇ ਆਪਾਂ ਗੱਲ ਕਹਿ ਸਕਦੇ ਹਾਂ ਕਿ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਪ੍ਰੋਗਰਾਮ ਦੀ ਉਡੀਕ ਕਰਦੇ ਹੋ, ਕਿਉਂਕਿ ਖਾਸ ਤੌਰ ਤੇ ਜੇ ਆਪਾਂ ਦੇਖਿਆ ਜਾਵੇ ਟਾਈਮ ਜ਼ਿਆਦਾਤਰ ਜੇ ਆਪਾਂ ਕਹਿ ਸਕਦੇ ਹਾਂ ਸੂਟ ਕਰਦਾ ਆਪਣਾ ਓਨਟਾਰੀਓ, ਆਪਾਂ ਕਿਊਬਿਕ ਤੇ ਨਿਊਯਾਰਕ ਵਾਲੇ ਪਾਸੇ, ਪਰ ਫਿਰ ਵੀ ਪੂਰੇ ਆਪਾਂ ਕਹਿ ਸਕਦੇ ਹਾਂ ਈਵਨ ਕਿ ਕੈਲੀਫੋਰਨੀਆ ਤੱਕ ਤੇ ਹੋਰ ਆਪਾਂ ਸਰੀ ਵਾਲੇ ਪਾਸੇ BC ਦੇ ਵਿੱਚ ਵੀ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਨੇ ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਜੀ। ਰੱਖੋ ਜੀ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਬਖਸ਼ੀਸ਼ ਸਿੰਘ ਜੋਸਨ ਹੂਸਟਨ ਟੈਕਸਸ ਤੋਂ ਬੋਲ ਰਿਹਾ ਜੀ। ਜੀ, ਔਰ ਮੈਂ ਤੁਹਾਡਾ ਪ੍ਰੋਗਰਾਮ ਬਹੁਤ ਮਹੀਨਿਆਂ ਤੋਂ ਸੁਣ ਰਿਹਾ ਤੇ ਪਹਿਲੀ ਵਾਰੀ ਕਾਲ ਕਰ ਰਿਹਾ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਬਹੁਤ ਬਹੁਤ ਸ਼ੁਕਰੀਆ ਜੀ। ਬੇਨਤੀ ਕਰਨੀ, ਤੁਹਾਡਾ ਪ੍ਰੋਗਰਾਮ ਨੂੰ ਥੋੜਾ ਹੋਰ ਵਧਾਓ ਪਲੀਜ਼। ਓਕੇ ਜੀ, ਕਰੋ ਪਲੀਜ਼। ਜੀ ਜੀ, ਥੈਂਕ ਯੂ ਜੋਸਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪ੍ਰੋਗਰਾਮ ਦੇ ਨਾਲ ਬਸ ਦਿੱਲੀ ਜੁੜਿਆ ਕਰੋ ਜੀ। ਜੀ ਜੀ, ਸ਼ੁਕਰੀਆ। ਹੌਸਲਾ ਵੱਧ ਜਾਂਦਾ ਜੀ, ਦੇਖੋ 2 ਲਗਾਤਾਰ ਕਾਲਸ ਆ ਗਈਆਂ, ਬਹੁਤ ਸਾਡਾ ਤਾਂ ਖੂਨ ਵੱਧ ਜਾਂਦਾ ਤੇ ਹੋਰ ਅਸੀਂ ਮਤਲਬ ਉਤਸ਼ਾਹ ਦੇ ਨਾਲ ਦਰਸ਼ਕਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਹਾਂ। ਬਿਲਕੁਲ ਜੀ, ਆਪਾਂ ਉਸ ਬੀਬੀ ਬਾਰੇ ਵਾਈਂਡ ਅਪ ਕਰੀਏ ਜੀ। ਵਾਕਈ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਰੱਬ ਨੇ ਹੀ ਉਹਨੂੰ ਰਜ਼ਾ ਰੱਖਿਆ, ਜੇ ਆਪਾਂ ਕਹਿ ਦਈਏ ਕਿ ਜੀ ਪਰਮਾਤਮਾ ਨੇ ਹੀ ਉਸ ਨੂੰ ਬਚਾਇਆ। ਜੀ ਜੀ, ਉਸ ਨੂੰ ਉਹਨੇ ਇੱਕ, ਹਾਲਾਂਕਿ ਆਪਾਂ ਉਹ ਗੱਲਬਾਤ ਨਹੀਂ ਦਿਖਾ ਸਕਦੇ ਜਦੋਂ ਇੱਕ ਟੈਲੀਵਿਜ਼ਨ ਚੈਨਲ ਨਾਲ ਵੀ ਉਹ ਗੱਲਬਾਤ ਕਰ ਰਹੀ ਸੀ। ਜੀ ਜੀ, ਉਸ ਤੋਂ ਜਦੋਂ ਉਹਦੇ ਤਜਰਬੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਗਈ ਉਸ ਟੀਵੀ ਚੈਨਲ ਵੱਲੋਂ, ਜੀ ਜੀ, ਤਾਂ ਉਸਦੇ ਚਿਹਰੇ ਤੇ ਉਹ ਡਰ ਉਸ ਦੇਖਿਆ ਜਾ ਸਕਦਾ ਸੀ। ਬਿਲਕੁਲ ਜੀ। ਹਾਲਾਂਕਿ ਇੱਥੇ ਤਾਂ ਮਾਸਕ ਪਾਇਆ ਹੋਇਆ ਸੀ, ਪਰ ਜਦੋਂ ਉਹ ਆਪਾਂ ਕਹਿ ਸਕਦੇ ਹਾਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇੱਕ ਟੀਵੀ ਚੈਨਲ ਨਾਲ ਗੱਲ ਕਰ ਰਹੀ ਸੀ, ਉਹਦੇ ਚਿਹਰੇ ਦੇ ਹਾਵ ਭਾਵ ਉਸ ਲੇਡੀ ਦੇ ਦੇਖੇ ਜਾ ਸਕਦੇ ਸੀ ਕਿ ਉਸ ਦਿਨ ਉਸ ਨਾਲ ਕਿਵੇਂ ਮੌਤ ਨੂੰ ਉਹਨੇ ਬਿਲਕੁਲ ਆਪਣੇ ਸਾਹਮਣੇ ਦੇਖਿਆ। ਬਿਲਕੁਲ ਜੀ। ਤੇ ਆਪਾਂ ਦੱਸ ਦਈਏ ਦਰਸ਼ਕਾਂ ਨੂੰ ਕਿ ਪੰਜਾਬੀ ਬੀਬੀਆਂ ਨਾਲ ਵੀ ਇਹ ਘਟਨਾ ਅਜਿਹੀ ਵਾਪਰ ਚੁੱਕੀ ਹੈ। ਤਕਰੀਬਨ 3-4 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਪਿਕਅਪ ਟਰੱਕ ਦੇ ਵਿੱਚੋਂ ਪਲਾਈਵੁੱਡ ਦਾ ਟੁਕੜਾ ਉੱਡ ਕੇ, ਵੱਡਾ ਪਲਾਈਵੁੱਡ ਦਾ ਬਲੌਕ ਬੋਰਡ ਉੱਡ ਕੇ ਇਸੇ ਤਰੀਕੇ ਨਾਲ ਵਿੰਡਸ਼ੀਲਡ ਦੇ ਅੰਦਰ ਐਂਟਰ ਹੋ ਗਿਆ ਸੀ। ਵਿੰਡਸ਼ੀਲਡ ਬਿਲਕੁਲ ਕ੍ਰਸ਼ ਕਰਤੀ ਸੀ ਔਰ ਉਸ ਦੇ ਵਿੱਚ ਉਹ ਦੋਵੇਂ ਜਣੀਆਂ ਵਾਲ-ਵਾਲ ਬਚ ਗਈਆਂ ਸੀ। ਉਹ ਦੋਵੇਂ ਪੰਜਾਬਣਾਂ ਸੀਗੀਆਂ। ਉਹਨਾਂ ਨੇ ਵੀ ਇਹ ਗੱਲ ਮਤਲਬ ਦੱਸੀ ਸੀ, ਹੌਲਨਾਕ ਜੋ ਉਹਨਾਂ ਨਾਲ ਵਾਪਰੀ ਸੀ, ਔਰ ਹੁਣ ਇਹ ਜਿਹੜੀ ਨਵੀਂ ਘਟਨਾ ਸਾਹਮਣੇ ਆਈ ਹੈ। ਮੈਂ ਤੇ ਕਹਿਣਾ ਜੀ, ਪਹਿਲੀ ਗੱਲ ਤੇ ਤੁਹਾਡਾ ਪ੍ਰੋਗਰਾਮ ਵਾਰ-ਵਾਰ ਸਾਰੇ ਕਹਿ ਰਹੇ ਬਹੁਤ ਵਧੀਆ, ਸੱਚੀ ਵਧੀਆ ਹੁੰਦਾ, ਐਵੇਂ ਨਹੀਂ ਕਹਿ ਰਹੇ ਲੋਕ। ਅੱਛਾ ਜੀ। ਤੇ ਇਸ ਤੋਂ ਇਲਾਵਾ ਹਾਂਜੀ ਬਿਲਕੁਲ ਵਧੀਆ ਹੁੰਦਾ ਜੀ। ਸਾਰੇ ਤੁਸੀਂ ਦੇਖੋ ਕੁਝ ਕਵਰ ਕਰ ਦਿੰਦੇ ਕਿ ਜਿਹੜੀਆਂ ਖਬਰਾਂ ਆਉਂਦੀਆਂ ਜਾਂ ਕੈਨੇਡਾ ਦੀਆਂ ਖਬਰਾਂ ਕੈਨੇਡਾ ਦੀਆਂ, ਜਿਹੜੀਆਂ ਇੰਡੀਆ ਦੀਆਂ, ਪਰ ਤੁਸੀਂ ਤਾਂ ਸਾਰਾ ਕੁਝ ਦੁਨੀਆ ਪਰ ਲਪੇਟੀ ਫਿਰਦੇ ਵਿੱਚ ਸਾਰਾ ਕੁਝ। ਸ਼ੁਕਰੀਆ ਜੀ, ਸ਼ੁਕਰੀਆ। ਇੱਥੇ ਇਹ ਤਾਂ ਸਾਡੇ ਬ੍ਰਹਮਪੁਰ ਚ ਫ੍ਰੀ ਕਰ ਦਿੱਤਾ ਸੀ ਵੀ ਬਜ਼ੁਰਗਾਂ ਵਾਸਤੇ ਫ੍ਰੀ ਬੱਸਾਂ ਜੀ। ਉਹ ਫਿਰ ਕੀ ਹੋਇਆ ਕਿ ਹੂਟੇ ਮਾਟੇ ਮੋਹ ਲੈਂਦੇ ਸਾਰੇ ਜਾਣੇ, ਜਿਹੜੇ ਵਿਹਲੇ ਸੀ ਘਰ, ਚਲੋ ਪਾਸੇ ਬੈਠੇ ਦੁਨੀਆ ਦੇਖਦੇ ਆ। ਜੀ ਜੀ, ਬਿਲਕੁਲ। ਉਹਨਾਂ ਨੇ ਹੁਣ ਕੀ ਕੀਤਾ, $1 ਕਰਤਾ ਜੀ। ਅੱਛਾ ਜੀ, $1 ਪਾਵੋ, $1 ਪਾਵੋ, ਫੇਰ ਜਾਵੋ। ਹੁਣ ਡਾਲਰ ਤੇ ਉਹ ਹੀ ਪਾਊਗਾ ਨਾ ਜਿਹਦੇ ਕਿਤੇ ਸੱਚੀ ਕਿਤੇ ਜਾਣਾ ਹੋਵੇ। ਜੀ ਜੀ, ਹੋਰ ਕੁਝ ਨਹੀਂ ਹੈਗਾ, ਬਸ ਸਿਰਫ ਇਹ ਵੀ ਬਜ਼ੁਰਗ ਹੋਵੇ, ਸੀਨੀਅਰ ਸਿਟੀਜ਼ਨ 65 ਜੀ ਜੀ, $1 ਪਾ ਕੇ ਇੱਧਰ ਚਲ ਜਾਓ, $1 ਪਾ ਕੇ ਉੱਧਰ ਚਲ ਜਾਓ। ਬਿਲਕੁਲ।
ਜਿੱਥੇ ਮਰਜੀ ਰਹੋ। ਏਦਾਂ ਦਾ ਇੱਥੇ ਕਰ ਦਿੰਦੇ ਬੀਬੀਆਂ ਨੂੰ 50 10 ਰੁਪਏ ਦੇ ਦਿੰਦੇ ਜਾਂ ਕੋਈ, ਜਿਹਦੇ ਨਾਲ ਬੀਬੀ 10 ਰੁਪਏ ਉਹੀ ਪਾਵੇ ਜਿਹਦੇ ਜਾਣਾ ਕਿਤੇ। ਬਿਲਕੁਲ ਬਿਲਕੁਲ ਸਹੀ, ਬਿਲਕੁਲ ਸਹੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਗੱਲ ਵਾਕਈ ਵਜੀਦ ਜੀ ਪੁਆਇੰਟ ਇਹਨਾਂ ਦੇ ਵਿੱਚ ਹੈਗਾ ਜੀ। ਹਾਂ, ਇਹਦੇ ਵਿੱਚ ਹੁਣ ਇਹ ਵੀ ਹੋ ਜਾਊਗਾ ਵੀ ਫਲਾਨੀ ਚਲੋ ਗੁਰਦਿਆਲ ਕੋਲੇ ਮੈਂ ਤਾਂ ਜਾਣਾ ਹੀ ਜਾਣਾ, ਤੂੰ ਵੀ ਨਾਲ ਚੜੀ, ਚੱਲ ਵਿਹਲੀ ਇੱਥੇ ਕੀ ਕਰਨੀ ਹੈ ਬਹਿ ਕੇ, ਵੀ ਵੈਸੇ ਵੀ ਇੱਥੇ ਹੁਣ ਗਰਮੀਆਂ ਦੇ ਵਿੱਚ ਧਰੀਕ ਥੱਲੇ ਹੀ ਬੈਠੇ ਆ। ਇਹ ਗੱਲ ਵੀ ਨਿਕਲ ਕੇ ਸਾਹਮਣੇ ਆ ਸਕਦੀ ਹੈ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਵਧੀਆ ਚੱਲਦਾ ਜੀ ਤੁਹਾਡਾ, ਪਰ ਥੋੜਾ ਜਿਹਾ ਜਿਵੇਂ ਅਸੀਂ ਦਿੱਲੀ ਪੈਗ ਦੇ ਵਿੱਚ ਰਹਿੰਦੇ ਆ ਜੀ, ਥੋੜਾ ਸਾਡੇ ਹਿਸਾਬ ਨਾਲ ਲੇਟ ਹੈ, ਪਰ ਫਿਰ ਵੀ ਅਸੀਂ ਵੇਟ ਕਰਦੇ ਹਾਂ। ਤੁਹਾਡੇ ਕਿੰਨੇ ਟਾਈਮ ਤੇ ਸ਼ੁਰੂ ਹੁੰਦਾ ਜੀ ਵਿਨੀਪੈਗ ਚ? ਹਾਂਜੀ, ਤੁਹਾਡੇ ਕਿੰਨੇ ਟਾਈਮ ਤੇ ਸ਼ੁਰੂ ਹੁੰਦਾ ਜੀ? ਜਿਵੇਂ ਟੋਰਾਂਟੋ ਤੇ ਰਾਤ ਨੂੰ 9 ਵਜੇ ਸ਼ੁਰੂ ਹੋ ਜਾਂਦਾ ਜੀ, ਤੁਹਾਡੇ ਵਾਲੇ ਪਾਸੇ ਕੀ ਹਿਸਾਬ ਹੈ ਜੀ? ਸਾਡੇ ਹਿਸਾਬ ਹੈਗਾ ਜੀ, ਜਿਵੇਂ ਹੁਣ ਸਾਡੇ ਕੋਲ 9 ਵੱਜ ਗਏ ਜੀ ਇੱਥੇ। ਹਾਂਜੀ, ਇਸ ਵੇਲੇ ਹੁਣ ਵੱਜਿਆ, ਫਿਰ ਤਾਂ ਤੁਹਾਡੇ ਅਰਲੀ ਸ਼ੁਰੂ ਹੋ ਜਾਂਦਾ ਜੀ ਇਹ। ਹਾਂਜੀ ਹਾਂ, ਪਰ ਮੈਂ ਉਹ ਥੋੜਾ ਲੇਟ ਹੋਣਾ, ਪਰ ਫਿਰ ਵੀ ਤੁਹਾਡਾ ਜਿਹੜਾ ਇੱਕ ਭਾਈ ਸਾਹਿਬ ਨੇ ਇੱਕ ਗੱਲ ਕਰੀ ਜੀ ਪਹਿਲਾਂ, ਵੀ ਕਈ ਬੰਦੇ ਸ਼ਾਮ ਨੂੰ ਡਰਿੰਕ ਕਰਕੇ ਫੋਨ ਕਰਦੇ, ਰਾਈਟ? ਬਿਲਕੁਲ ਜੀ। ਉਹ ਤੁਸੀਂ ਆਪੇ ਸਮਝ ਲਿਆ ਕਰੋ, ਉਹਨੂੰ ਸ਼ਾਰਟਕਟ ਬਣਾ ਦਿਆ ਕਰੋ। ਜੀ ਜੀ, ਬਿਲਕੁਲ ਜੀ, ਬਿਲਕੁਲ। ਮੈਂ ਨਹੀਂ ਕਹਿਣਾ ਸੀ। ਥੈਂਕ ਯੂ ਜੀ। ਬਾਕੀ ਸਾਨੂੰ ਹੋ ਗਿਆ ਕਾਫੀ, ਮੇਰੇ ਖਿਆਲ ਚ ਵਜੀਦ ਜੀ, ਜੇ ਆਪਾਂ ਬੱਲਿਓ ਡਰਾਈਵਰ ਤੇ ਸੁਣ ਲਾ ਸਰਕਾਰੀ ਦੇ ਦੋਵੇਂ ਐਪੀਸੋਡ ਮਿਲਾ ਲਈਏ ਨਾ ਵਜੀਦ ਜੀ, ਤੇ 350 ਆਪਾਂ ਐਪੀਸੋਡ ਕੱਢਤਾ, ਤੇ ਆਪਣਾ ਵਾਹ ਵਾਸਤਾ ਹੁਣ ਪੈਂਦਾ ਹੀ ਰਹਿੰਦਾ ਜੀ। ਚਲੋ ਜੀ, ਬਾਕੀ ਸ਼ੁਕਰੀਆ ਜੀ, ਸਾਰੇ ਬਿਲਕੁਲ ਪਰਿਵਾਰ ਦੇ ਮੈਂਬਰ ਹੈ ਜੀ। ਰੱਖੋ ਜੀ ਗੱਲ। ਵੀਰ ਜੀ ਬੇਨਤੀ ਹੈ ਵੀ ਮੈਂ ਨਾ ਇੱਕ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਦੋਨੋਂ ਵੀਰ ਬਹੁਤ ਵਧੀਆ ਨੇ ਜੀ। ਉਹ ਕਹਿੰਦੇ ਨੇ ਸਿਫਤ ਕੀ ਕਰਨੀ ਹੈ, ਤੇਰੇ ਇੱਕ ਇੱਕ ਗੇੜੇ ਦਾ 1000 ਮੁੱਲ ਨਹੀਂ। ਓਕੇ, ਦੋਨੋਂ ਵੀਰ ਬਹੁਤ ਪਿਆਰੇ ਵੀਰ ਨੇ, ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਵਧੀਆ ਇਹਨਾਂ ਦਾ ਪ੍ਰੋਗਰਾਮ ਮੈਂ ਰੋਜ਼ ਸੁਣਦਾ ਰਹਿੰਦਾ। ਥੈਂਕ ਯੂ ਜੀ। ਨੰਬਰ 2 ਜੀ, ਬੇਨਤੀ ਹੈ ਵੀ ਅੱਜ ਨਵੀਂ ਚੀਜ਼ ਆਈ, ਜਿੱਥੇ ਇਲੈਕਸ਼ਨ ਚੱਲ ਰਹੀ ਹੈ, ਮੈਂ ਇਹਨਾਂ ਨਾਲ ਦੂਜੇ ਪਾਸੇ ਦਿਮਾਗ ਜਾਣਾ ਹੈ, ਉੱਥੇ ਇਹਨਾਂ ਦਾ ਬੀਜੇਪੀ ਵਾਲਿਆਂ ਦੀ ਉਹ ਸਭ ਕੁਝ ਫੜਿਆ ਗਿਆ ਹੈ। ਜਿਹੜੇ ਡੁਪਲੀਕੇਟ ਭਰਾਣੇ ਨਾ, ਮਤਲਬ ਗੱਡੀ ਚੋਂ ਉਹਨਾਂ ਦੀਆਂ ਮਤਲਬ ਫੜੀਆਂ ਗਈਆਂ ਸਾਰੀਆਂ, ਜਿਹੜੇ ਜਾਲੀ ਕੁੜੀਆਂ ਵੋਟਾਂ ਪਾਣੀਆਂ ਨੇ। ਜੀ ਜੀ। ਤੇ ਬਾਕੀ ਵੀਰ ਜੀ ਇੰਨੇ ਵਧੀਆ ਇਨਸਾਨ ਨੇ, ਔਰ ਬੀਜੇਪੀ ਦਾ ਹੋਣਾ ਮਾੜਾ ਵਾਲੇ, ਅਖੀਰ ਹੋਣਾ ਮਾੜਾ ਵਾਲੇ, ਬਿਲਕੁਲ ਤੇ ਨਾਨਕਾ ਔਰ ਸੱਚੀ ਹੋਣੀ ਸੱਚਾਈ ਹੈ। ਜੀ ਜੀ, ਪਰ ਬਹੁਤ ਮਾੜਾ ਹੋ ਰਿਹਾ ਜੋ ਹੋ ਰਿਹਾ ਨਾ। ਜੀ ਜੀ, ਥੈਂਕ ਯੂ। ਚੰਗਾ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਈਵੀਐਮ ਵਾਲਾ ਮੁੱਦਾ ਮੈਂ ਨੋਟ ਕਰ ਲਿਆ ਜੀ, ਇਹਦੇ ਤੇ ਗੱਲ ਜ਼ਰੂਰ ਕਰਾਂਗੇ, ਜਿਹੜੀਆਂ ਉਹ ਫੜੀਆਂ ਗਈਆਂ ਮਸ਼ੀਨਾਂ। 2 ਕਾਲਰ ਹੋ ਰਿਹਾ ਜੀ, ਫਿਰ ਆਪਾਂ ਕਰਦੇ ਹਾਂ ਜੀ ਆਪਾਂ ਗੱਲਬਾਤ। ਸਵਾਗਤ ਹੈ ਜੀ, ਰੱਖੋ ਗੱਲ। ਹੈਲੋ ਜੀ, ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਹਰਪਾਲ ਸਿੰਘ ਨਵਾਂ ਸ਼ਹਿਰ ਬੋਲਦਾ ਜੀ। ਜੀ ਜੀ। ਤੇ ਤੁਹਾਡਾ ਪ੍ਰੋਗਰਾਮ ਜਿਹੜਾ ਜੀ, ਮੈਂ ਤਾਂ ਬਹੁਤ ਫੈਨ ਹਾਂ ਤੁਹਾਡਾ। ਸ਼ੁਕਰੀਆ ਜੀ। ਤੇ ਸਾਰਾ ਜਿੱਦਾਂ ਨਾ ਕੁੱਜੇ 'ਚ ਸਮੁੰਦਰ ਬੰਦ ਕਰ ਦਿੰਦੇ, ਸਾਰੇ ਦਿਨ ਦੀਆਂ ਖਬਰਾਂ ਤੇ ਤੁਹਾਡੇ ਪ੍ਰੋਗਰਾਮ ਤੋਂ ਤੇ ਨਿਊਜ਼ ਐਂਡ ਵਿਊਜ਼ ਤੇ ਤਰਨ ਤੇ ਨਿਰਪਰ ਦੇ ਜ਼ਰੂਰ ਦੇਖੀਦਾ ਪ੍ਰੋਗਰਾਮ, ਆਨੰਦ ਆ ਜਾਂਦਾ। ਸ਼ੁਕਰੀਆ ਜੀ, ਥੈਂਕ ਯੂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਇੱਕ ਲਾਸਟ ਕਾਲ ਅਪ ਜੀ, ਇਸ ਤੋਂ ਬਾਅਦ ਆਪਾਂ ਖਬਰਾਂ ਤੇ ਆਉਣੀ ਹੈ ਜੀ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜੀਤ ਸਿੰਘ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੀਆਂ ਮੋਗੇ ਦੀ ਖਬਰ ਆ ਰਹੀ ਜਿਹੜੀ ਕਾਰ ਸਾੜੀ ਕਿਸੇ ਨੇ, ਉਹਦੇ ਬਾਰੇ ਦੱਸਿਓ। ਮੋਗੇ ਦੇ ਵਿੱਚ ਕਾਰ ਸਾੜੀ ਹੈ ਜੀ ਕਿਸੇ ਨੇ? ਜੀ ਬਿਲਕੁਲ, ਜੇ ਸਾਡੇ ਕੋਲ ਜਾਣਕਾਰੀ, ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਮੁਹੱਈਆ ਜ਼ਰੂਰ ਕਰਾ ਦਈਏ। ਬਿਲਕੁਲ, ਜੋ ਵੀ ਹੋਊਗਾ ਕਾਰ ਬਾਰੇ ਜਾਂ ਹੋਰ ਜਾਣਕਾਰੀ ਹੈ ਜ਼ਰੂਰ ਤੁਹਾਨੂੰ ਮੁਹੱਈਆ ਕਰਵਾਉਣ ਦਾ ਯਤਨ ਕਰਾਂਗੇ। ਬਿਲਕੁਲ ਜੀ, ਟੈਕਨੀਕਲ ਟੀਮ ਨੂੰ ਕਹਿ ਦਿੰਦੇ ਮੋਗੇ ਦੀ ਕੋਈ ਇਹ ਖਬਰ ਹੈਗੀ ਹੈ ਜੀ। ਰੱਖੋ ਜੀ ਗੱਲ। ਸਵਾਗਤ ਹੈ। ਹਾਂਜੀ, ਮੈਂ ਵਿਨੀਪੈਗ ਤੋਂ ਬੋਲ ਰਿਹਾ। ਵੀਰ ਕਹਿੰਦਾ ਸੀ ਪੈਗ ਲਾ ਕੇ ਵੈਸੇ ਕਾਲ ਹੀ ਨਹੀਂ ਕਰਨੀ ਚਾਹੀਦੀ ਕਿਸੇ ਬੰਦੇ ਨੂੰ। ਜੀ ਬਿਲਕੁਲ। ਮੈਂ ਵਿਨੀਪੈਗ ਚ ਬੱਸ ਡਰਾਈਵਰ ਹਾਂ। ਸਾਡੇ ਤਾਂ ਵੈਸੇ ਹੀ ਕੋਈ ਬੰਦਾ ਚੜ ਜੇ ਮੁਫਤ ਕਹਿੰਦਾ ਵੀ ਅੱਗੇ ਨੂੰ ਪੈਸੇ ਪਾਵਾਂਗੇ, ਵੀ ਅੱਜ ਪਾਉਣੇ ਨਹੀਂ ਕਿਤੇ, ਉਹ ਵੈਸੇ ਹੀ ਕਹਿੰਦੇ ਪਾਲਿਸੀ ਹੈ ਤੇ ਪੇ ਯੂ ਡਬਲ ਨੈਕਸਟ ਟਾਈਮ। ਜੀ, ਇੱਕ ਹੋਰ ਆਪਣਾ ਨਾਮ ਦੱਸਿਓ ਜੀ। ਸਭ ਤੋਂ ਕਮਿਊਨਿਟੀ ਦੇ ਆਪਣੇ ਨਾਮ ਦੱਸਿਓ ਜੀ, ਸਭ ਤੋਂ ਪਹਿਲਾਂ ਨਾਮ ਦੱਸਿਓ ਜੀ ਆਪਣਾ। ਮੇਰਾ ਨਾਮ ਐਮ ਬਰਾੜ ਆ ਜੀ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਇਹ ਗੱਲ ਦੱਸੋ, ਜਿਵੇਂ ਬਰਾੜ ਸਾਹਿਬ ਇੱਕ ਗੱਲ ਦੱਸੋ, ਜਿਵੇਂ ਤੁਸੀਂ ਬੱਸ ਕਿਸੇ ਬੱਸ ਸਟੈਂਡ ਤੇ ਰੋਕ ਦਿੰਦੇ ਹੋ, ਤੇ ਉਹ ਜਦੋਂ ਸਵਾਰੀਆਂ ਉਤਰਦੀਆਂ ਉਦੋਂ ਡਾਲਰ ਪਾਉਂਦੀਆਂ, ਜਾਂ ਚੜ੍ਹਦੇ ਸਾਰ ਫਿਰ ਭੀੜ ਬਹੁਤ ਹੁੰਦੀ ਹੈ ਜੀ ਉੱਥੇ ਤਾਂ ਫਿਰ ਇਧਰਲੇ ਪਾਸੇ ਇਹ ਵੀ ਕੰਮ ਹੋ ਸਕਦਾ ਵੀ ਭਾਈ ਤੁਸੀਂ ਪਹਿਲਾਂ ਪਿੱਛੇ ਚੱਲੋ, ਬੱਸ ਤੋਰਨੀ ਹੈ? ਨਹੀਂ, ਆਪਣਾ ਬਾਈ ਜੀ ਗੱਲ ਏਦਾਂ ਬਰਾੜ ਸਾਹਿਬ ਜੀ, ਤੇ ਇਹਦੇ ਵਿੱਚ ਗੱਲ ਏਦਾਂ ਹੈ ਕਿ ਉਹ ਚੜਨ ਲੱਗੇ ਪੈਸੇ ਪਾਉਣੇ ਉਹਨਾਂ ਨੇ। ਕਈ ਵਾਰੀ ਹੁਣ ਬੰਦੇ ਪੈਸੇ ਨਹੀਂ ਪਾਉਂਦੇ, ਉਹ ਚੜ ਜਾਂਦੇ ਆ ਜੀ। ਉਹ ਕਹਿੰਦੇ ਪੇ ਯੂ ਡਬਲ ਨੈਕਸਟ ਟਾਈਮ। ਆਪਣੇ ਕਈ ਬੱਚੇ ਹੁੰਦੇ ਉਹਨਾਂ ਦੇ ਕਾਰਡਾਂ 'ਚ ਪੈਸਾ ਨਹੀਂ ਪਿਆ ਹੁੰਦਾ, ਜਾਂ ਭੁੱਲ ਜਾਂਦੇ ਆ, ਕਾਰਡ 'ਚ ਪੈਸੇ ਮੁੱਕ ਜਾਂਦੇ ਆ, ਉਹ ਵਿਚਾਰੇ ਸੰਗ ਦੇ ਕਹਿ ਨਹੀਂ ਪਾਉਂਦੇ। ਅੱਛਾ ਜੀ। ਕਹਿ ਸਕਦੇ ਡਰਾਈਵਰ ਨੂੰ ਪੇ
ਪੇ ਦਾ ਡਬਲ ਨੈਕਸਟ ਟਾਈਮ। ਜੀ ਜੀ ਆਪਣੀ ਕਮਿਊਨਿਟੀ 'ਚ ਇਹ ਗੱਲ ਕਿਸੇ ਨੇ ਸ਼ੇਅਰ ਨਹੀਂ ਕੀਤੀ। ਜੀ ਉਹ ਕਹਿ ਸਕਦੇ ਆਈ ਵਿਲ ਪੇ ਦਾ ਨੈਕਸਟ ਟਾਈਮ। ਕੱਲ ਨੂੰ ਕਿਹੜੀ ਵੀ ਬੱਸ ਚੜਨ ਉਹਦੇ 'ਚ ਡਬਲ ਪੇ ਕਰ ਸਕਦੇ ਡਰਾਈਵਰ ਨੂੰ ਦੱਸ ਕੇ ਕਿ ਮੈਂ ਪਹਿਲਾਂ ਬੱਸ 'ਚ ਪੈਸੇ ਨਹੀਂ ਪਾਏ, ਡਬਲ ਪੇ ਕੀਤੇ। ਦੇ ਆਰ ਅਲਾਉਡ ਟੂ ਰਾਈਡ। ਉਹਨਾਂ ਨੂੰ ਅਸੀਂ 45 ਮਿੰਟ ਦੀ 95 ਮਿੰਟ ਦੀ ਅਗਲੀ ਟ੍ਰਾਂਸਫਰ ਵੀ ਦਿੰਨੇ ਆ ਅਗਲੀ ਬੱਸ ਲੈਣ ਲਈ, ਉਹ ਵੀ ਪ੍ਰਿੰਟ ਕਰਕੇ ਦੇਊਗਾ। ਬਰਾੜ ਸਾਹਿਬ ਇਹ ਇਮਾਨਦਾਰੀ ਤੇ ਹੀ ਹੁੰਦਾ, ਨੈਕਸਟ ਟਾਈਮ ਉਹ ਪਾਸ ਆਏ ਇਮਾਨਦਾਰੀ ਤੇ ਹੁੰਦਾ ਜਾਂ ਰਿਕਾਰਡ 'ਚ ਚੜ ਜਾਂਦੇ ਹੋ? ਇਮਾਨਦਾਰੀ ਤੇ ਆ ਬਿਲਕੁਲ। ਡਰਾਈਵਰ ਕਦੇ ਨਹੀਂ ਮਨਾ ਕਰੂਗਾ, ਸਿਰਫ ਉਹਨੂੰ ਕਹਿਣਾ ਕਿ ਮੇਰਾ ਕਾਰਡ ਨਹੀਂ ਚੱਲ ਰਿਹਾ, ਸੌਰੀ ਮੈਨੂੰ ਮੈਂ ਅਗਲੀ ਬੱਸ ਲੈਣੀ ਆ, ਮੈਨੂੰ ਬੱਸ ਲਈ ਦਿਓ। ਇਹ ਇੱਕ ਆਪਣੀ ਕਮਿਊਨਿਟੀ ਲਈ ਜਾਣਕਾਰੀ ਆ। ਮੈਂ ਬਹੁਤ ਬੱਚੇ ਮੇਰੀ ਬੱਸ ਚੜ੍ਹਦੇ ਨੇ, ਬਹੁਤ ਆਪਣੀ ਕਮਿਊਨਿਟੀ ਦੇ ਬੰਦੇ ਬੱਸ ਚੜ੍ਹਦੇ ਆ, ਤੇ ਮੈਂ ਆਪਣੇ ਬੰਦਿਆਂ ਨੂੰ ਇਹ ਗੱਲ ਪਤਾ ਨਹੀਂ ਹੁੰਦੀ, ਆਪਾਂ ਇੱਜ਼ਤ ਤੇ ਲੈ ਜਾਂਦੇ। ਬਿਲਕੁਲ ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਜੀ। ਆਪਾਂ ਹੱਥ ਮਾਰ ਦਿੰਦੇ ਆ ਵੀ ਅਸੀਂ ਜਾਣਾ ਨੀਗਾ, ਤੇ ਐਜ਼ ਆ ਬੱਸ ਡਰਾਈਵਰ ਕਦੇ ਵੀ ਕਿਸੇ ਬੰਦੇ ਨੇ ਕਾਲ ਨਹੀਂ ਕੀਤੀ। ਇਹ ਗੱਲ ਮੈਂ ਸ਼ੁਕਰੀਆ ਕਹਿਣਾ ਰਿਫਿਊਜ਼ ਨਹੀਂ ਕਰ ਸਕਦੇ। ਤੇ ਤੁਸੀਂ ਉਹਨੂੰ ਡਰਾਈਵਰ ਨੂੰ ਕਹੋ ਕਿ ਮੈਨੂੰ ਟ੍ਰਾਂਸਫਰ ਦੇ ਦੇਵੇ। ਜੀ ਜੀ। ਤੇ ਇਹ ਤੁਸੀਂ ਆਪਣੇ ਚੈਨਲ ਦੇ ਥਰੂ ਸ਼ੇਅਰ ਕਰੋ ਪਲੀਜ਼। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਬਹੁਤ ਵਧੀਆ ਜਿਹੜੀ ਜਾਣਕਾਰੀ ਹੈਗੀ ਹੈ ਸਾਂਝੀ ਕੀਤੀ ਹੈ। ਉਪਜੀਤ ਜੀ ਇਧਰਲੇ ਪਾਸੇ ਵੀ ਫਿਰ ਹੁਣ ਜਿਹੜੀਆਂ ਬੀਬੀਆਂ ਕਹਿ ਜਾਣਗੀਆਂ ਪੇ ਯੂ ਨੈਕਸਟ ਟਾਈਮ। ਨਹੀਂ ਇੱਥੇ ਹੁਣ ਬੀਬੀਆਂ ਨੂੰ ਤਾਂ ਫ੍ਰੀ ਹੋ ਗਿਆ, ਬੰਦਿਆਂ ਵਾਸਤੇ ਔਖਾ ਹੈ। ਹੋ ਸਕਦਾ ਇਹਦੇ ਵਿੱਚ ਦੇਖੋ, ਇਹਦੇ ਵਿੱਚ ਸ਼ੋਧ ਬਿੱਲਾਂ ਤਰ੍ਹਾਂ ਸ਼ੋਧ ਹੋ ਜੇ ਵੀ ਮਾੜਾ ਮੋਟਾ, ਜਿਵੇਂ ਇਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਮੁਸ਼ਕਲ ਹੀ ਕਹਿਣ, ਕਿਉਂਕਿ ਇਮਾਨਦਾਰੀ ਘੱਟ ਵੱਧਦੀ ਹੈ। ਫਿਲਹਾਲ ਤਾਂ ਦੇਖੋ ਬੀਬੀਆਂ ਨੇ ਤਾਂ ਚਲੋ ਕੋਈ ਟਿਕਟ ਦੇਣੀ ਨਹੀਂ ਹੈ। ਬਾਕੀ ਜਿਹੜੀ ਗੱਲ ਕੀਤੀ ਹੈ ਕਿ ਜਾਗਦੇ ਜ਼ਮੀਰ ਵਾਲੇ ਕਹਿੰਦੇ ਵੀ ਅਸੀਂ ਅਗਲੀ ਵਾਰ ਦੇ ਦਾਂਗੇ, ਪਰ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਇੰਡੀਆ ਦੀ ਛੱਡੀ ਆਪਾਂ, ਕਿ ਪੰਜਾਬ ਦੇ ਵਿੱਚ ਤਾਂ ਚੈੱਕਰ ਬਕਾਇਦਾ ਤੌਰ ਤੇ ਚੜ੍ਹਦੇ ਨੇ, ਉਹਨੂੰ 10 ਗੁਣਾ ਜੁਰਮਾਨਾ ਕੀਤਾ ਜਾਂਦਾ। ਉਹ ਪੇ ਯੂ ਡਬਲ ਨੈਕਸਟ ਟਾਈਮ ਤਾਂ ਬਹੁਤ ਦੂਰ ਦੀ ਗੱਲ ਆ, ਉਹਨੂੰ ਪਹਿਲਾਂ ਚੈੱਕਰਾਂ ਨੇ ਨਹੀਂ ਟੱਪਣ ਦੇਣਾ। ਪਹਿਲਾਂ ਉਹ ਬੰਦੇ ਨੇ ਟਿਕਟ ਤਾਂ ਨਹੀਂ ਲਈ, ਉਹਦੇ ਕੋਲ ਪੈਸੇ ਨਹੀਂ ਹੈਗੇ ਜਾਂ ਕੋਈ ਹੋਰ ਸਮੱਸਿਆ, ਤੇ ਉਹ 10 ਗੁਣਾ ਕਿੱਥੋਂ ਦੇਊਗਾ? ਤਾਂ ਇਹ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਜੀ। ਬਿਲਕੁਲ ਜੀ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹਾਂਜੀ ਹਾਂਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਟਾਂਡੀ ਮੰਗਤਾ ਬੋਲਦਾ ਜੀ, ਵੈਨਕੂਵਰ ਤੋਂ। ਜੀ ਜੀ। ਮੈਂ ਤਾਂ ਆਪਣੇ ਭਾਈਚਾਰੇ ਦਾ ਉੱਥੇ ਦਾ ਹਾਲ ਪੁੱਛਣਾ ਇੰਡੀਆ ਦਾ, ਵੀ ਜਿੱਦਾਂ ਮੋਚੀ ਜਿਹੜਾ ਆ ਉਹ ਕਿੰਨੀ ਕੁ ਕਮਾਈ ਕਰ ਲੈਂਦਾ, ਜਿਹੜਾ ਜੱਟੀਆਂ ਗੰਢਦਾ ਹੁੰਦਾ, ਤੇ ਇੱਕ ਰਕਸ਼ੇ ਵਾਲਾ ਜੀ ਜਿਹੜਾ ਆ ਉਹ ਕਿੰਨੀ ਕੁ ਕਮਾਈ ਕਰ ਲੈਂਦਾ, ਉਹਦੇ ਬਾਰੇ ਕਿਸੇ ਨੇ ਨਹੀਂ, ਕੋਈ ਲੀਡਰ ਨਹੀਂ ਬੋਲਦਾ, ਕੋਈ ਨਹੀਂ ਬੋਲਦਾ। ਇੱਕ ਟੇਲਰ ਮਾਸਟਰ ਜੀ ਜੀ ਜੀ, ਉਹਦੇ ਬਾਰੇ ਮੈਂ ਖਬਰ ਪਤਾ ਕਰਨਾ ਚਾਹੁੰਦਾ ਬਈ ਉਹ ਜਿੱਦਾਂ ਵੀ ਕਿੱਦਾਂ ਉਹਨਾਂ ਦਾ ਗੁਜ਼ਾਰਾ ਚੱਲਦਾ, ਉਹ ਕਦੀ ਮੀਡੀਆ ਨੇ ਨਹੀਂ ਖਬਰ ਦਿੱਤੀ। ਬਿਲਕੁਲ ਜੀ। ਤੇ ਬਾਕੀ ਤੁਹਾਡਾ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਨਾ। ਮੈਂ ਇੱਕ ਗੱਲ ਕਹਿੰਦਾ, ਇੱਕ ਪੁੱਛਣਾ ਵੀ ਗਰਮੀ ਜਿਹੜੀ ਆ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਵੱਧ ਗਈ ਆ। 200 ਸਾਲ ਪਹਿਲਾਂ ਜਦੋਂ ਗੋਰਿਆਂ ਦਾ ਰਾਜ ਸੀਗਾ ਉੱਥੇ, ਜੀ ਜੀ, ਉਸ ਤੋਂ ਜਦੋਂ 200 ਸਾਲ ਪਹਿਲਾਂ ਕਹਿੰਦੇ ਵੀ ਗਰਮੀ ਜਿਹੜੀ ਆ ਕੈਨੇਡਾ ਨਾਲੋਂ ਵਧੀਆ ਮੌਸਮ ਸੀਗਾ ਪੰਜਾਬ ਦਾ, ਸਭ ਕੁਝ ਸੀਗਾ, ਜਿੱਦਾਂ ਜੰਗਲ ਜ਼ਿਆਦਾ ਸੀਗੇ ਤੇ ਅੰਬ ਜਾਮਣਾ ਸਾਰਾ ਕੁਝ ਹੀ ਸੀਗਾ। ਕੱਚੇ ਘਰ ਜ਼ਰੂਰ ਸੀਗੇ ਪਰ ਗਰਮੀ ਨਹੀਂ ਇੰਨੀ ਪੈਂਦੀ। ਜਦੋਂ ਸੜਕਾਂ ਬਣੀਆਂ ਕਹਿੰਦੇ ਲੋਕ ਸੜਕਾਂ ਬਣ ਨਹੀਂ ਦਿੰਦੇ ਸੀ ਵੀ ਇਹਨਾਂ ਗਰਮੀ ਵਧਣੀ ਆ ਜੀ। ਜਿਹੜੀਆਂ ਤੁਸੀਂ ਟਾਂਡੀ ਸਾਹਿਬ ਜਿਹੜੀਆਂ 2-3 ਗੱਲਾਂ ਕਹੀਆਂ, ਮੋਚੀ, ਰਕਸ਼ੇ ਵਾਲਾ ਤੇ ਟੇਲਰ, ਇਹਨਾਂ ਦੇ ਆਰਥਿਕ ਹਾਲਾਤ ਕਿਵੇਂ ਆ, ਘਰ ਦਾ ਗੁਜ਼ਾਰਾ ਕਿਵੇਂ ਚੱਲਦਾ, ਇਹ ਬਹੁਤ ਅਹਿਮ ਜਿਹੜਾ ਤੁਹਾਡਾ ਪੁਆਇੰਟ ਜਿਹੜਾ ਤੁਹਾਡੇ ਹਿਸਾਬ ਨਾਲ ਸੀਗੇ, ਨੋਟ ਕਰ ਲਿਆ ਜੀ। ਕੋਸ਼ਿਸ਼ ਸਾਡੀ ਹੋਊਗੀ ਜਿਹੜੇ ਸਾਡੇ ਫੀਲਡ ਦੇ ਪੱਤਰਕਾਰ ਹੈਗੇ ਆ, ਜ਼ਰੂਰ ਇੱਕ ਸਟੋਰੀ ਇਹਨਾਂ ਦੇ ਉੱਪਰ ਵੀ ਇਹ ਤਿੰਨੇ ਬੰਦਿਆਂ ਤੇ ਕੱਢੀ ਜਾਵੇ, ਉਹ ਵੀ ਤੁਹਾਡੇ ਸਨਮੁਖ ਰੱਖ ਦਾਂਗੇ ਜੀ। ਬਹੁਤ ਬਹੁਤ ਸ਼ੁਕਰੀਆ। ਬਾਕੀ ਤੁਸੀਂ ਵੈਦਰ ਦੀ ਗੱਲ ਕੀਤੀ ਹੈ, ਉਹ ਵੀ ਅਸੀਂ ਗੱਲ ਕਰ ਲਾਂਗੇ ਕਿ ਅਮਰੀਕਾ ਦੇ ਵਿੱਚ ਰਿਕਾਰਡ ਕਿੰਨੇ ਸਾਲ ਪੁਰਾਣੇ ਟੁੱਟੇ ਆ। ਤੇ ਉਪਜੀਤ ਜੀ 2 ਗੱਲਾਂ ਇਹਦੇ ਵਿੱਚ ਸੀਗੀਆਂ। EVM ਵਾਲੀ ਇੱਕ ਦਰਸ਼ਕ ਸੀਗੇ, ਉਹਨਾਂ ਨੇ ਸਵਾਲ ਉਠਾਇਆ ਸੀਗਾ ਵੀ EVM ਦੀਆਂ ਮਸ਼ੀਨਾਂ ਜਿਹੜੀਆਂ ਜਿੱਥੇ ਚੋਣਾਂ ਹੋ ਰਹੀਆਂ, ਸਭ ਨੂੰ ਪਤਾ ਕਿੱਥੇ ਹੋ ਰਹੀਆਂ, ਇੱਕ ਵਿਧਾਇਕ ਉਹ ਇੱਕ ਹੀ ਪਾਰਟੀ ਦੇ ਵਾਰ-ਵਾਰ ਆ ਜਾਂਦੇ ਆ। ਉਹ ਕਹਿੰਦੇ ਵੀ ਉਹਨਾਂ ਦੀ ਗੱਡੀ ਦੇ ਵਿੱਚੋਂ ਮਸ਼ੀਨਾਂ ਮਿਲ ਗਈਆਂ EVM, ਤੇ ਜਦੋਂ ਬਾਅਦ ਚ ਪੁੱਛਿਆ ਗਿਆ ਉਹ ਕਹਿੰਦੇ ਨਹੀਂ, ਜਿਹੜੀ ਚੋਣ ਕਮਿਸ਼ਨ ਵਾਲੀ ਗੱਡੀ ਸੀ ਉਹ ਖਰਾਬ ਹੋ ਗਈ ਤੇ ਸ਼ਿਫਟ ਕੀਤਾ ਸੀ। ਉਸ ਤੋਂ ਪਹਿਲਾਂ ਕਾਲਰ ਹੈਗੇ ਜੀ, ਰੱਖੋ ਜੀ ਗੱਲ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੁਲਦੀਪ ਸਿੰਘ ਬੋਲ ਰਿਹਾ ਜੀ, ਟੋਰਾਂਟੋ ਤੋਂ। ਜੀ ਕੁਲਦੀਪ ਜੀ, ਇੱਕ ਛੋਟੀ ਇਨਫੋਰਮੇਸ਼ਨ ਚਾਹੀਦੀ ਸੀਗੀ ਜੀ। ਜੀ ਬਿਲਕੁਲ। ਹਾਂਜੀ, ਜਿਹੜੀ ਐਮਰਜੈਂਸੀ ਸ਼ੁਰੂ ਹੋ ਰਹੀ ਹੈ ਸੈਟਰਡੇ ਤੋਂ ਜੀ। ਹਾਂਜੀ ਹਾਂਜੀ, ਕਿਸੇ ਰਿਲੇਟਿਵ ਨੇ ਆਉਣਾ ਹੋਵੇ ਤੇ ਕੀ ਉਹ ਆ ਸਕਦਾ ਆਊਟ ਆਫ ਪ੍ਰੋਵਿੰਸ ਤੋਂ? ਹਾਂਜੀ ਬਿਲਕੁਲ, ਆਵਾਜਾਈ ਤੇ ਰੋਕ ਨਹੀਂ ਲਾਈ ਗਈ ਹੈ ਜੀ ਕਿਸੇ ਕਿਸਮ ਦੀ। ਜਿਹੜੀਆਂ ਵੈਸੇ ਬੰਦਿਸ਼ਾਂ ਲਾਗੂ ਕੀਤੀਆਂ ਗਈਆਂ ਨੇ। ਬਾਕੀ ਜਿਹੜਾ ਇੱਥੇ ਤੁਹਾਡੇ ਕੈਨੇਡਾ ਦੇ ਵਿੱਚੋਂ ਹੀ ਆਉਣਾ ਨਾ ਕਿਤੋਂ?
ਹਾਂਜੀ ਕੈਨੇਡਾ ਹਾਂਜੀ, ਨਹੀਂ ਉਹਦੇ ਤੇ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਹੈ ਜੀ। ਇਹ ਸਿਰਫ ਇਹ ਜਿਹੜੇ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਭੀੜ ਇਕੱਠੀ ਕਰਨ ਤੇ ਕੋਈ ਸਮਾਜਿਕ ਜਿਹੜੇ ਪ੍ਰੋਗਰਾਮ ਆਪਾਂ ਰੱਖ ਲੈਂਦੇ ਆ, ਪਾਰਟੀਆਂ, ਬਰਥਡੇ ਪਾਰਟੀਆਂ ਜਾਂ ਹੋਰ ਕੋਈ ਇੱਧਰ ਉੱਧਰ ਦੀਆਂ ਮਤਲਬ ਆਪਾਂ ਸਮਾਜਿਕ ਇਕੱਠ ਕਰ ਲੈਂਦੇ ਆ, ਉਹਨਾਂ ਤੇ ਰੋਕ ਲਾਈ ਗਈ ਹੈ। ਜਾਂ ਮਤਲਬ ਆਉਣਾ ਉਹਨਾਂ ਨੇ ਆਪਣੇ ਸਾਧਨ ਤੇ ਹੈ ਜੀ, ਬਾਈ 에ਅਰ ਹੋਣਾ ਜੀ। ਉਹਨਾਂ ਦੇ ਕੋਈ ਦੇਖੋ ਜੀ ਕੋਈ ਇਸ ਤਰੀਕੇ ਦੀਆਂ ਟਰੈਵਲ ਰੈਸਟ੍ਰਿਕਸ਼ਨਸ ਨਹੀਂ ਲਾਗੂ ਕੀਤੀਆਂ ਗਈਆਂ। ਜਿਹੜੀ ਭੀੜ ਘਟਾਉਣ ਦੇ ਯਤਨ ਕੀਤੇ ਗਏ ਨੇ ਕਿ ਤੁਸੀਂ ਬਿਲਕੁਲ ਵੀ ਕੋਈ ਸਮਾਜਿਕ ਇਕੱਠ ਨਹੀਂ ਕਰਨਾ, ਸਿਰਫ ਵਿਆਹ ਨੂੰ ਤੇ ਫਿਊਨਰਲ ਨੂੰ ਛੱਡ ਕੇ। ਇਸ ਤੋਂ ਇਲਾਵਾ ਜਿਹੜੀ ਕੋਈ ਆਵਾਜਾਈ ਰੈਸਟ੍ਰਿਕਸ਼ਨਸ ਬਹੁਤੀਆਂ ਨਹੀਂ ਹੈਗੀਆਂ ਜੀ। ਜੀ ਬਿਲਕੁਲ ਅਭਿਜੀਤ ਜੀ, ਜਿਵੇਂ ਪਹਿਲਾਂ ਹੀ ਥੋੜਾ ਜਿਹਾ ਸ਼ੱਕ ਸੀਗੇ ਵੀ 28 ਦਿਨਾਂ ਦਾ ਲੱਗ ਸਕਦਾ, ਚਲੋ ਕੱਲ ਲਾਤਾ, ਡਾਕਫੋਰਡ ਸਾਹਿਬ ਨੇ ਆ ਕੇ ਵੀ ਕਹਿਤਾ ਵੀ ਭਾਈ ਇਹ ਕੰਮ ਜ਼ਰੂਰੀ ਸੀਗਾ ਤੇ ਇਸ ਕਰਕੇ ਸਾਨੂੰ ਇਹ ਕੰਮ ਜਿਹੜੇ ਕਰਨੇ ਪਏ ਆ। ਜਿਵੇਂ ਟਰਾਂਸਪੋਰਟ ਵਗੈਰਾ ਉਹ ਜੇ ਚੱਲਦੀ ਰਹੂਗੀ ਤੇ ਫਿਰ ਉਹਦੇ ਵਿੱਚ ਚੜ੍ਹਨੇ ਤਾਂ ਬੰਦੇ ਹੀ ਉਹਨਾਂ ਨੇ। ਨਹੀਂ, ਉਹ ਦੇਖੋ ਸੋਸ਼ਲ ਡਿਸਟੈਂਸਿੰਗ ਦਾ ਜਿਵੇਂ ਕਿਹਾ ਗਿਆ, ਉਹਨਾਂ ਦੀ ਤਾਂ ਫਿਰ ਪਾਲਣਾ ਕਰਨੀ ਹੀ ਪੈਣੀ ਹੈ। ਇਸ ਤਰੀਕੇ ਨਾਲ ਰੱਖਿਓ ਜੀ, ਜੇ ਆਪਾਂ ਹਰ ਚੀਜ਼ ਜਿਵੇਂ ਪਹਿਲਾਂ ਸੀਗਾ ਕਿ ਬਿਲਕੁਲ ਹੀ ਬੰਦ ਕਰਤਾ, ਫਿਰ ਉਹਦੇ ਨਾਲ ਸਾਰੀ ਜ਼ਿੰਦਗੀ ਵੀ ਰੁਕ ਜਾਂਦੀ ਹੈ। ਇਹ ਆਪਾਂ ਇਸ ਚੀਜ਼ ਉਹ ਇੱਕ ਗੱਲ ਹਰ ਜਿਹੜਾ ਆਪਾਂ ਸਿਹਤ ਮਾਰ ਕਹਿ ਰਿਹਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵੀ ਉਹ ਰੂਟੀਨ ਦੇ ਵਿੱਚ ਜਿਵੇਂ ਚੱਲਦਾ ਕੰਮ ਉਵੇਂ ਚਲਾਓ, ਪਰ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਦਾ ਖਾਸ ਖਿਆਲ ਰੱਖੋ। ਜਿਹੜੇ ਬੇਜਾ ਇਕੱਠ ਨਾ ਕੀਤੇ ਜਾਣ, ਬਿਨਾਂ ਵਜ੍ਹਾ ਤੋਂ ਕੋਈ ਵੀ ਇਕੱਠ ਨਾ ਕੀਤਾ ਜਾਵੇ। ਜਿਵੇਂ ਆਪਾਂ ਹਾਂਜੀ ਅੱਜ ਪਾਰਟੀ ਹੈ ਜੀ, ਚਲੋ ਸ਼ਾਮ ਨੂੰ 10 ਬੰਦੇ ਇਕੱਠੇ ਹੋ ਗਏ, 15 ਬੰਦੇ ਇਕੱਠੇ ਹੋ ਗਏ, ਉਹ ਚੀਜ਼ਾਂ ਨਾ ਕਰੋ। ਬਿਨਾਂ ਵਜ੍ਹਾ ਕਿਸੇ ਦੇ ਘਰ ਨਾ ਜਾਓ, ਮਤਲਬ ਇਹਨਾਂ ਚੀਜ਼ਾਂ ਤੇ ਰੋਕ ਲਾਈ ਗਈ ਹੈ। ਅਦਰਵਾਈਜ਼ ਜੇ ਤੁਸੀਂ ਹੁਣ ਕੰਮ ਤੇ ਜਾਣਾ, ਉਹ ਤਾਂ ਕੰਮ ਤਾਂ ਚੱਲਣਗੇ ਹੀ ਜੀ। ਮਾੜਾ ਮੋਟੇ ਦਾ ਜਿਹੜੇ ਬਿਲਕੁਲ ਨਾਨ ਐਸੈਂਸ਼ੀਅਲ ਜਿਹੜੇ ਸਟੋਰਸ ਨੇ, ਉੱਥੇ ਵੀ 25% ਜਿਹੜੀ ਕਪੈਸਿਟੀ ਦੇ ਨਾਲ ਉਹਨਾਂ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ। ਰੈਸਟੋਰੈਂਟਸ ਵੀ ਚੱਲ ਰਹੇ ਨੇ, ਉੱਥੇ ਆਪਾਂ ਬੈਠ ਕੇ ਨਹੀਂ ਖਾ ਸਕਦੇ, ਪਰ ਤੁਸੀਂ ਟੇਕ ਅਵੇ ਲੈ ਸਕਦੇ ਹੋ ਜਾਂ ਹੋਮ ਡਿਲੀਵਰੀ ਕਰਵਾ ਸਕਦੇ ਹੋ। ਬਿਲਕੁਲ ਜੀ, ਰੱਖੋ ਜੀ ਗੱਲ, ਸਵਾਗਤ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਮੈਂ ਮੌਂਟਰੀਅਲ ਤੋਂ ਬੋਲਦਾ ਜੀ। ਜੀ ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ, ਬਹੁਤ ਲੌਂਗ ਟਾਈਮ ਤੋਂ ਸੁਣਦੇ ਆ ਜੀ, ਪੂਰਾ ਪਰਿਵਾਰ ਬਹਿ ਕੇ। ਸ਼ੁਕਰੀਆ ਜੀ। ਪਰ ਕਾਲ ਪਹਿਲੀ ਵਾਰੀ ਕੀਤੀ ਆ। ਹਾਂਜੀ ਬਿਲਕੁਲ ਜੀ। ਹਾਂਜੀ ਜੀ, ਤੇ ਉਹ ਮੈਂ ਦੇਖ ਰਿਹਾ ਵੀ ਜਿਹੜਾ ਕੈਪਟਨ ਨੇ ਕਿਰਾਇਆ ਫ੍ਰੀ ਕੀਤਾ, ਤਾਂ ਬੱਸ ਦੇ ਵਿੱਚ ਤਾਂ ਜਨਾਨੀਆਂ ਹੀ ਨਜ਼ਰ ਆਉਂਦੀਆਂ ਸਾਰੀਆਂ। ਬਿਲਕੁਲ ਜੀ, ਆਉਣਗੀਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਹੋਊਗਾ ਜੀ। ਹਾਂਜੀ ਜੀ, ਚਲੋ ਜੀ, ਕੋਈ ਨਹੀਂ, ਸਹੂਲਤ ਮਿਲਣੀ ਚਾਹੀਦੀ ਹੈ ਜੀ, ਪਰ ਇਹ ਫ੍ਰੀ ਨਹੀਂ ਸੀ ਕਰਨੀਆਂ ਚਾਹੀਦੀਆਂ। ਵੀ ਜੇ ਕਿਰਾਇਆ 50 ਰੁਪਏ ਆ ਤਾਂ 25 ਰੁਪਏ ਕਰ ਦੇਣਾ ਚਾਹੀਦਾ ਸੀਗਾ, ਵੀ ਕਮ ਸੇ ਕਮ ਕੁਛ ਘਾਟਾ ਦੇਣਾ ਨਾ ਪੈਂਦਾ ਕੁਛ। ਜੀ, ਆਪਣੇ ਕਿਹੜੀ ਜਗ੍ਹਾ ਤੋਂ ਬੋਲਦੇ ਤੇ ਨਾਮ ਦੱਸਿਓ ਜੀ। ਮੈਂ ਮੌਂਟਰੀਅਲ ਤੋਂ ਬੋਲਦਾ ਜੀ, ਪਾਵਰ। ਜੀ ਪਾਵਰ ਸਾਹਿਬ, ਹੁਣ ਜਿਹੜਾ ਜਵਾਬ ਹੈਗਾ ਉਹ ਤੁਹਾਨੂੰ ਦਿੰਦੇ ਆ। ਦੇਖੋ ਜੀ, ਕੈਨੇਡਾ ਅਮਰੀਕਾ ਵਾਲੇ ਪਾਸੇ ਜਿਵੇਂ ਪਹਿਲਾਂ ਵੀ ਸਾਨੂੰ ਕਾਲ ਆਈਆਂ, ਉੱਥੇ ਅਭਿਜੀਤ ਜੀ ਜਿਹੜੀਆਂ ਸਰਕਾਰਾਂ ਹੈਗੀਆਂ ਬਾਕੀ ਜਿਹੜੀਆਂ ਬੁਨਿਆਦੀ ਸਹੂਲਤਾਂ ਬਹੁਤ ਦੇ ਦਿੰਦੀਆਂ। ਸਾਡੇ ਵਾਲੇ ਪਾਸੇ ਪਹਿਲੀ ਵਾਰ ਜਦੋਂ ਕੋਈ ਚੀਜ਼ ਫ੍ਰੀ ਹੋ ਜਾਂਦੀ ਹੈ ਨਾ, ਫਿਰ ਲੋਕਾਂ ਨੂੰ ਇਹ ਹੋ ਜਾਂਦਾ ਕਿ ਲਓ ਆਹ ਚੀਜ਼ ਤਾਂ ਇੱਕ ਫ੍ਰੀ ਹੋਈ ਹੈ ਨਾ। ਉਹ ਸਭ ਨੂੰ ਪਤਾ ਹੈ ਕਿ ਜਿਵੇਂ ਇੱਕ ਕਾਲਰ ਨੇ ਅਭਿਜੀਤ ਜੀ, ਸਾਰਿਆਂ ਨੂੰ ਪਤਾ ਵੀ ਇੱਕ ਦੱਸਤਾ ਸੀ, ਉਹ ਇੱਕ ਬੰਦਾ ਹੈਗਾ ਜਿਹੜਾ ਕਹਿੰਦੇ ਬਿਲਕੁਲ ਤਨ ਮਨ ਧਨੋਂ ਜਿਹੜਾ ਉਹ ਤਨ ਤੇ ਮਨੋਂ ਕੋਈ ਰੁਪਈਆ ਇੱਕ ਨਹੀਂ ਲਊਗਾ ਤੇ ਉਹ ਸੇਵਾ ਕਰੂਗਾ। ਉਹ ਬੰਦੇ ਨੇ ਹੋ ਸਕਦਾ ਵੀ ਕੋਈ ਇਹੋ ਜਿਹੀ ਚੀਜ਼ ਰੱਖਤੀ ਹੋਵੇ ਵੀ ਆਹ ਰੱਖ ਦਿਓ, ਇਹਦੇ ਨਾਲ ਕੰਮ ਠੀਕ ਹੋ ਜਾਊਗਾ। ਚਲੋ ਜਿੰਨਾ ਟਾਈਮ ਹੈਗਾ ਲੋਕਾਂ ਨੂੰ ਇਹੀ ਲੱਗਦਾ ਕਿ ਉਹਨਾਂ ਟਾਈਮ ਤਾਂ ਇਹ ਚੀਜ਼ ਦਾ ਲਾਹਾ ਲਿਆ ਜਾਵੇ। ਉਦੋਂ ਬਾਅਦ ਪਤਾ ਹੀ ਆ ਪੰਡ ਤਾਂ ਫਿਰ ਪਹਿਲਾਂ ਹੀ ਹੈਗੀ, ਉਹਦੇ ਵਿੱਚ ਥੋੜਾ ਜਿਹਾ ਭਾਰ ਹੀ ਵਧਣਾ। ਜਿਹੜੀ ਦੂਜੀ ਪਾਰਟੀ ਆਊਗੀ ਉਹ ਫਿਰ ਇਹੀ ਰੇੜਕਾ ਸੁਣਾਈ ਜਾਊਗੀ ਵੀ ਲਓ ਜੀ ਆਹ ਵੀ ਫ੍ਰੀ ਕਰ ਗਏ ਸੀਗੇ, ਅਸੀਂ ਤਾਂ ਹਜੇ ਉਹਦਾ ਹੀ ਕੰਮ ਹਜੇ ਲਾਵਾਂਗੇ। ਇਹ ਕੰਮ ਲੰਮਾ ਚੱਲੂਗਾ ਜੀ। ਨਹੀਂ ਦੇਖੋ ਜੇ ਆਪਾਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰਨੀ ਹੈ, ਜਿਵੇਂ ਕਿ ਪ੍ਰਸ਼ਾਂਤ ਕਿਸ਼ੋਰ ਦੇ ਕਹੇ ਤੇ ਇਹ ਕੰਮ ਕੀਤਾ ਹੈ, ਤਾਂ ਪ੍ਰਸ਼ਾਂਤ ਕਿਸ਼ੋਰ ਨੇ ਕਈ ਥਾਵਾਂ ਤੇ ਸ਼ਰਾਬਬੰਦੀ ਵੀ ਲਾਗੂ ਕਰਵਾਈ ਹੈ। ਪਰ ਪੰਜਾਬ ਵਾਲਿਆਂ ਨੂੰ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਠੇਕੇ ਬੰਦ ਕੀਤੇ ਜਾਣ, ਬਿਲਕੁਲ ਐਨ ਐਲਕੋਹਲ ਖਤਮ ਕੀਤਾ ਜਾਵੇ, ਸ਼ਰਾਬਬੰਦੀ ਲਾਗੂ ਕੀਤੀ ਜਾਵੇ। ਉਹ ਕਰ ਸਕਦੇ ਨੇ, ਕੀ ਹੈ ਹਿੰਮਤ ਉਹਨਾਂ ਦੇ ਵਿੱਚ ਕਰਨ ਦੀ, ਜਾਂ ਮਤਲਬ ਇਹ ਬੜੀ ਵੱਡੀ ਗੱਲ ਦੇਖਣ ਵਾਲੀ ਹੈਗੀ ਹੈ। ਬਿਹਾਰ ਨੇ ਲਾਗੂ ਕੀਤਾ, ਗੁਜਰਾਤ ਨੇ ਲਾਗੂ ਕੀਤਾ, ਕਿ ਪੰਜਾਬ ਹਿੰਮਤ ਰੱਖਦਾ ਹੈ ਸ਼ਰਾਬਬੰਦੀ ਲਾਗੂ ਕਰਨ ਦੀ? ਵਾਹ ਜੀ, ਪੰਜਾਬ ਤੁਹਾਨੂੰ ਲੱਗਦਾ ਜੀ ਕਰ ਦੂਗਾ ਇਸ ਚੀਜ਼ ਪਾਸੇ ਜੋ ਆਪਾਂ ਲੋਕਡਾਊਨ ਦੇ ਵਿੱਚ ਆਪਾਂ ਵੇਖ ਕੇ ਹਟੇ ਸੀਗੇ। ਚਲੋ ਜੀ, ਰੱਖੋ ਜੀ ਗੱਲ, ਸਵਾਗਤ ਹੈ ਜੀ। ਹਾਂਜੀ ਸਰਕਾਰ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਆਪਣੇ ਦੱਸੋ ਜੀ। ਹਾਂਜੀ ਬਹੁਤ ਵਧੀਆ। ਜਦੋਂ ਨਾ ਅਸੀਂ ਟੀਵੀ ਤੇ ਅਸੀਂ ਟੋਰਾਂਟੋ ਤੋਂ ਬੋਲਦੇ ਹਾਂ ਜੀ, ਅੱਗੇ ਵੀ ਫੋਨ ਤੇ ਕਰਦੇ ਹਾਂ ਗੱਲ, ਤੇ ਸਾਰੇ ਜਦੋਂ ਲੋਕੀ ਗੱਲ ਕਰਦੇ, ਅੱਜ ਦਾ ਦਿਨ ਜਿੱਦਾਂ ਮੈਂ ਉਦਾਂ ਤਾਂ ਰੋਜ਼ ਹੀ ਹਰ ਵੇਲੇ ਏਦਾਂ ਹੁੰਦੀ ਹੈ, ਅੱਜ ਦਾ ਦਿਨ ਦੇਖੋ ਆਪਾਂ ਗੱਲ ਕਰਦੇ ਹਾਂ। ਇਸ ਵੇਲੇ ਜਿੰਨੇ ਵੀ ਇੱਧਰ ਆਪਣੇ ਸਾਡੇ ਨਾਰਥ ਅਮਰੀਕਾ ਜਾਂ ਕੈਨੇਡਾ ਲੋਕੀ ਬੈਠੇ ਆ, ਤੁਸੀਂ ਸਾਡੇ ਸਾਹਮਣੇ ਬੈਠੇ ਆ, ਆਪਾਂ ਇੱਕ ਪਰਿਵਾਰ ਅੰਗ ਸਾਰੇ ਗੱਲ ਕਰ ਰਹੇ ਆ। ਉਹ ਦੇਖੋ ਤੁਹਾਡੇ ਫੇਸ ਸਾਡੇ ਸਾਹਮਣੇ ਆ ਜੀ,
ਆਪਾਂ ਇੰਨੇ ਦੁਨੀਆ ਬੈਠੀ ਸਾਡੀ ਇਕੱਠੀ, ਸਾਰੇ ਆਪਾਂ ਇਕੱਠੇ ਆ ਜੀ ਜੀ, ਇਹਦੇ ਨਾਲ ਦਾ ਟੇਸਟ ਨਹੀਂ ਮਿਲਣਾ ਜੀ। ਵਾਹ ਜੀ ਵਾਹ, ਬਹੁਤ ਵੈਰੀ ਨਾਈਸ ਹੋ ਰਿਹਾ, ਵੈਰੀ ਵੈਰੀ ਨਾਈਸ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਲੋਕਜੀਤ ਜੀ। ਆਪਾਂ ਚਾਹੇ ਕਿਸੇ ਵੀ ਦਰਸ਼ਕ ਨੂੰ ਹਜੇ ਤੱਕ ਨਹੀਂ ਕੋਲੋਂ ਦੇਖਿਆ, ਪਰ ਆਪਾਂ ਤਾਂ ਡੇਲੀ ਉਹਨਾਂ ਦੇ ਘਰਾਂ ਦੇ ਵਿੱਚ ਆਉਣੇ ਆ ਤੇ ਉਹ ਆਪਣੇ ਜਦੋਂ ਕਹਿੰਦੇ ਫੈਮਿਲੀ ਸਮੇਤ ਤੁਹਾਨੂੰ ਦੇਖ ਰਹੇ ਹੋ ਤੇ ਪਰਿਵਾਰ ਕਿਸੇ ਤਾਂ ਕਹਿੰਦੇ ਆ, ਫਿਰ ਇਹ ਪਰਿਵਾਰ ਦਾ ਰਿਸ਼ਤਾ ਤੇ ਪਰਿਵਾਰ ਦੇ ਬੰਦੇ ਹੈਗੇ ਆ। ਸੋ ਇਹਦੇ ਵਿੱਚ ਕਈ ਦਰਸ਼ਕ ਕਹਿ ਦਿੰਦੇ ਆ ਚਲੋ ਆਪਾਂ ਸਭ ਨੂੰ ਇਕੱਠੇ ਹੋ ਕੇ ਤੋਰਨਾ ਹੈਗਾ, ਕੋਈ ਮਾੜਾ ਮੋਟਾ 19 ਕੀ ਗੱਲ ਕਿਸੇ ਦੇ ਮੂੰਹ ਵੱਧ ਕਹੀ ਜਾਂਦੀ ਹੈ ਤੇ ਉਹਨੂੰ ਆਪਾਂ ਥੋੜਾ ਜਿਹਾ ਹੌਸਲੇ ਨਾਲ ਥੋੜਾ ਜਿਹਾ ਪਹੁੰਚਾਉਣੀ ਸਿੱਖੀਏ ਜੀ। ਸਵਾਗਤ ਹੈ ਜੀ। ਲੋ ਜੀ, ਕਾਲ ਉਪਜੀਤ ਜੀ ਹੋ ਗਈ ਡਿਸਕਨੈਕਟ ਤੇ ਖਬਰਾਂ ਬਹੁਤ ਪਈਆਂ ਜੀ। ਸ਼ਰਾਬ ਦੀ ਗੱਲ ਚੱਲੀ ਹੈ ਜੀ, ਇੱਕ ਵੀਡੀਓ ਮੈਂ ਕੱਢ ਕੇ ਲਿਆਂਦੀ ਹੈ, ਇਹ ਮੇਰੇ ਹਿਸਾਬ ਦੇ ਨਾਲ ਹੈ ਜੀ 31 ਮਾਰਚ ਜਿੱਦਣ ਠੇਕੇ ਟੁੱਟਦੇ ਹੁੰਦੇ ਆ। ਅੱਜ ਤੋਂ ਪਹਿਲਾਂ ਤਾਂ ਆਪਾਂ ਇਲੈਕਸ਼ਨਾਂ ਬਾਰੇ ਹੋ ਕੇ ਪਿੰਡਾਂ ਦੇ ਵਿੱਚ ਦੇਖੇ ਸੀ ਵੀ ਫਲਾਨਾ ਬੰਦਾ ਇਮਾਨਦਾਰ ਇਮਾਨਦਾਰ ਇਮਾਨਦਾਰ, ਹੌਲੀ ਹੋ ਜਾਂਦੀ ਨਾ ਆਵਾਜ਼। ਐਵੇਂ ਇੱਕ ਬੰਦੇ ਨੇ, ਠੇਕੇ ਵਾਲੇ ਨੇ ਸ਼ਾਇਦ ਇੱਕ ਰਕਸ਼ੇ ਨੂੰ ਕਰਾਇਆ ਜੀ, ਉਹ ਕਹਿੰਦੇ ਵੀ ਜਿੰਨਾ ਸਟਾਕ ਹੈਗਾ ਤੇ ਉਹਨੇ ਦਾਰੂਆਂ ਦੇ ਉਪਜੀਤ ਜੀ ਬੋਤਲਾਂ ਦੇ ਨਾਂ ਦੱਸੇ ਆ ਤੇ ਉਹ ਕਹਿੰਦੇ ਵੀ ਇੰਨੇ ਦੀ ਬੋਤਲ ਵਿਕਣੀ ਹੈ। ਇੱਕ ਵਾਰ ਆਪਾਂ ਉਹਨਾਂ ਨੂੰ ਉਹ ਵੀਡੀਓ ਦੇਖ ਲੈਂਦੇ ਆ, ਫੇਰ ਦੱਸਾਂਗੇ ਵੀ ਕਿੰਨੇ ਕਿੰਨੇ ਦਾ ਘਾਟਾ ਪਾ ਕੇ ਉਹ ਬੋਤਲਾਂ ਬੰਦਾ ਵੇਚ ਰਿਹਾ ਤੇ ਬੋਤਲਾਂ ਵੇਚਣ ਦਾ ਉਹਨੇ ਤਰੀਕਾ ਕਿਵੇਂ ਲੱਭਿਆ ਪਿੰਡ ਦੇ ਵਿੱਚੋਂ। ਇੱਕ ਵਾਰ ਮਾਰਦੇ ਆ ਝਾਤ, ਛੋਟੀ ਜਿਹੀ ਵੀਡੀਓ ਹੈ ਜੀ। ਦੀ ਬੋਤਲ 450 ਰੁਪਏ ਦੀ, ਬਲੈਟਰ ਪ੍ਰਾਈਡ ਦੀ ਬੋਤਲ 650 ਰੁਪਏ ਦੀ, 100 ਪਾਈਪਰ ਦੀ ਬੋਤਲ 1250 ਰੁਪਏ ਦੀ, ਬੀਅਰ ਦੀ ਬੋਤਲ 150 ਰੁਪਏ ਦੀ ਖਰੀਦ ਕੇ ਲੈ ਜਾਓ। ਮਲੋਤਰਾ ਗਰੁੱਪ ਵੱਲੋਂ ਸ਼ਰਾਬ ਦੇ ਰੇਟਾਂ ਦੇ ਵਿੱਚ ਭਾਰੀ ਛੋਟ, ਸ਼ਰਾਬ ਦੇ ਰੇਟਾਂ ਦੇ ਵਿੱਚ ਭਾਰੀ ਛੋਟ, ਸ਼ਰਾਬ ਦੇ ਰੇਟਾਂ ਦੇ ਵਿੱਚ ਭਾਰੀ ਛੋਟ, ਸ਼ਰਾਬ ਦੇ ਰੇਟਾਂ ਦੇ ਵਿੱਚ ਭਾਰੀ ਦੀ ਬੋਤਲ। ਰੱਖੋ ਜੀ ਗੱਲ ਆਪਣੀ। ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਰਘਵੀਰ ਸਿੰਘ ਬਰਕ ਬੋਲਦਾ ਜੀ, ਆਪਣੇ ਵਿੰਡਸਰ ਤੋਂ ਜੀ। ਰਘਵੀਰ ਸਿੰਘ ਜੀ, ਪਹਿਲੀ ਗੱਲ ਤਾਂ ਇਹ ਆ ਵੀ ਤੁਹਾਡਾ ਜਿਹੜਾ ਪ੍ਰੋਗਰਾਮ ਆ ਬਹੁਤ ਵਾਧੂ ਆ, ਬਹੁਤ ਜ਼ਿਆਦਾ ਵਾਧੂ ਹੈਗਾ ਤੇ ਅਸੀਂ ਸਪੈਸ਼ਲ ਤੁਹਾਡਾ ਪ੍ਰੋਗਰਾਮ, ਸਾਰਾ ਪ੍ਰੋਗਰਾਮ ਛੱਡ ਕੇ ਸਪੈਸ਼ਲ ਦੇਖ ਰਹੇ ਹਾਂ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਤੇ ਤੁਸੀਂ ਬਹੁਤ ਸਾਰੇ ਵਰਲਡ ਦੀਆਂ ਖਬਰਾਂ ਦੇ ਰਹੇ ਆ। ਜੀ ਜੀ, ਸ਼ੁਕਰੀਆ ਜੀ। ਦੂਸਰੀ ਗੱਲ ਇਹ ਆ ਵੀ ਮੇਰਾ ਇੱਕ ਕੁਐਸਚਨ ਆ ਜੀ, ਇਹ ਦੇਖੋ ਵੀ ਜਿਹੜੀਆਂ ਇਹਨੇ ਹੁਣ ਬੀਬੀਆਂ ਵਾਸਤੇ ਹੁਣ ਬੱਸਾਂ ਫ੍ਰੀ ਕੀਤੀਆਂ ਜੀ, ਇਹਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਆਏ ਨੂੰ, ਪਹਿਲਾਂ ਕਿਉਂ ਨਹੀਂ ਕੀਤੀਆਂ? ਬਿਲਕੁਲ ਮੈਨੂੰ ਇਸ ਗੱਲ ਦਾ ਦੱਸਿਓ ਤੁਸੀਂ, ਇਹ ਕਾਹਦੇ ਵਾਸਤੇ ਕੀਤੀਆਂ ਇਹਨੇ? ਜੀ। ਫਿਰ ਤੁਸੀਂ ਦੇਖੋ ਵੀ ਉਹ ਆਪਣੇ ਜਿਹੜਾ ਸੈਣੀ ਆ ਡੀਸੀ, ਆਪਣੇ ਕਿਹੜਾ ਸੀਗਾ ਉਹ ਡੀਸੀ ਸੀਗਾ, ਕੀ ਨਾਂ ਸੀ ਉਹਦਾ ਜੀ? ਡੀਜੀਪੀ ਸਾਬਕਾ, ਜਿੱਥੇ ਆਪਣੇ ਉਹ ਬਰਗਾੜੀ ਦੇ ਵਿੱਚ ਜਿਹੜਾ ਹੋਇਆ ਸੀ ਜੀ ਸਾਬਕਾ ਡੀਜੀਪੀ ਆਪਣੇ ਜੀ। ਆਪਣੇ ਤੁਸੀਂ ਰਘਵੀਰ ਸਿੰਘ ਜੀ ਗੱਲ ਰੱਖ ਲਓ, ਅਸੀਂ ਨੋਟ ਕਰ ਲਾਂਗੇ ਸਾਰੀ, ਤੁਸੀਂ ਗੱਲ ਰੱਖ ਲਓ। ਕਾਲਰ ਬਹੁਤ ਸਾਰੇ ਲਾਈਨ ਤੇ ਆ ਗਏ ਆ ਜੀ, ਅਸੀਂ ਨੋਟ ਕਰ ਲਾਂਗੇ ਉਹਦੇ ਵਿੱਚੋਂ ਕੀ ਕਹਿਣਾ ਚਾਹੋਗੇ ਜੀ। ਜਿਹੜੇ ਦੋ ਬੰਦੇ ਸ਼ਹੀਦ ਹੋਏ, ਹਾਲ ਤੱਕ ਸੈਣੀ ਬਾਹਰ ਘੁੰਮ ਰਿਹਾ, ਹਾਲ ਤੱਕ ਉਹਦਾ ਵੀ ਕੋਈ ਹੱਲ ਨਹੀਂ ਕੀਤਾ ਹੈਗਾ ਕਿ ਇਹ ਹੁਣ ਆਪਣੇ ਗਾਹਾਂ ਹੱਥ ਪੈਰ ਮਾਰ ਰਿਹਾ ਪਏ, ਮੇਰਾ ਹੱਥ ਪੈਰ ਮੇਰਾ ਕੋਈ ਨਾ ਕੋਈ ਵੱਜੇ ਬਸ ਬਿਲਕੁਲ ਜਿੱਤਣ ਵਾਸਤੇ। ਬਿਲਕੁਲ ਜੀ, ਬਿਲਕੁਲ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਜੀ। ਇਲੈਕਸ਼ਨ ਸਟੰਟ ਨੇ ਇਹ, ਚਾਹੇ ਤੁਸੀਂ ਆਪਾਂ ਬੀਬੀਆਂ ਵਾਸਤੇ ਮੁਫਤ ਬੱਸ ਸਫ਼ਰ ਦੀ ਗੱਲ ਕਰ ਲਓ ਜਾਂ ਫਿਰ ਜੋ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਹੋਇਆ ਸੀ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ, ਉਹ ਵੀ ਬਿਲਕੁਲ ਉਹ ਚੋਣਾਂ ਤੱਕ ਘੜੀਸ ਕੇ ਲਿਆਂਦਾ ਗਿਆ। ਪਿਛਲੇ 5 ਸਾਲ ਦੌਰਾਨ ਕੁਝ ਨਹੀਂ ਕੀਤਾ ਗਿਆ, 4-4.5 ਸਾਲ ਦੌਰਾਨ ਉਹ ਐਂਡ ਤੇ ਲਿਆਂਦਾ ਗਿਆ ਤਾਂ ਕਿ ਇਹ ਮੌਕੇ ਤੇ ਇਸ ਨੂੰ ਕੈਸ਼ ਕੀਤਾ ਜਾ ਸਕੇ। ਜੋ ਸਿਆਸੀ ਜਿਹੜੀ ਆਪਾਂ ਕਹਿ ਸਕਦੇ ਹਾਂ ਅਕਾਲੀ ਦਲ ਦੇ ਪ੍ਰਤੀ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਹੋ ਗਈ ਸੀ, ਉਸ ਨੂੰ ਕੈਸ਼ ਦੁਬਾਰੇ ਕਰਨਾ ਚਾਹੁੰਦੀ ਹੈ ਕਾਂਗਰਸ। ਜੀ ਬਿਲਕੁਲ ਜੀ, ਰੱਖੋ ਜੀ ਗੱਲ। ਸਵਾਗਤ ਹੈ ਜੀ। ਹਾਂਜੀ ਹਾਂਜੀ, ਮੈਂ ਸਰਬਜੀਤ ਢਿੱਲੋਂ ਗੱਲ ਕਰ ਰਹੀ ਬਰੈਂਪਟਨ ਤੋਂ। ਜੀ ਢਿੱਲੋਂ ਸਾਹਿਬ। ਹਾਂਜੀ, ਜਿਹੜਾ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਤੇ ਵਧੀਆ ਤੁਸੀਂ ਚੰਗੀਆਂ ਖਬਰਾਂ ਦਿੰਦੇ ਹੋ, ਤੁਹਾਡਾ ਚੈਨਲ ਵਧੀਆ ਕੰਮ ਕਰ ਰਿਹਾ ਜੀ। ਸ਼ੁਕਰੀਆ ਜੀ। ਤੇ ਦੂਸਰਾ, ਜਿਹੜੀ ਬੀਬੀਆਂ ਦੀ ਮੁਫਤ ਬੱਸ ਪਾਸ ਦੀ ਜਿਹੜੀ ਹੈਗੀ ਸਹੂਲਤ ਚਲਾਈ ਹੈ ਕੈਪਟਨ ਸਰਕਾਰ ਨੇ। ਜੀ ਜੀ। ਤੇ ਉਹਦਾ ਹੀ ਏਦਾਂ ਵੀ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਚਲੋ ਵਧੀਆ ਚਲਾਤੀ, ਜਿੰਨਾ ਕੁ ਫਾਇਦਾ ਹੋਊਗਾ ਬੀਬੀਆਂ ਨੂੰ, ਵਧੀਆ ਕੋਈ ਆਪਣੀਆਂ ਮੰਨੀਆਂ ਭੋਗ ਤੇ ਪੇਕੇ ਮਿਲਿਆ ਕਰਨੀਆਂ, ਇੰਨਾ ਮਹਿੰਗਾ ਕਰਾਇਆ। ਜੇ ਨਾ ਵੀ ਚਲਾਉਂਦਾ ਫੇਰ ਆਪਾਂ ਕੈਪਟਨ ਦਾ ਕੀ ਕਰ ਲੈਂਦੇ।
ਜਿਹੜੀ ਸਹੂਲਤ ਮਿਲ ਗਈ ਵਧੀਆ, ਜਿੰਨੀ ਮਿਲਦੀ ਓਨੀ ਤਾਂ ਲਓ। ਬਿਲਕੁਲ ਜੀ ਬਿਲਕੁਲ। ਹਾਂ, ਵੋਟ ਪਾਉਣੀ ਨਾ ਪਾਉਣੀ ਉਹ ਤਾਂ ਤੁਹਾਡੇ ਹੱਥ 'ਚ ਹੈ, ਉਹ ਵੱਖਰੀ ਗੱਲ ਹੈ ਜੀ। ਮਿਲਦੀ ਉਹ ਤਾਂ ਲਓ। ਜੀ ਜੀ, ਜ਼ਰੂਰੀ ਤਾਂ ਨਹੀਂ ਜੇ ਆਪਾਂ ਨੂੰ ਮੁਫਤ ਬੱਸ ਦੇ ਦੀ ਤੇ ਆਪਾਂ ਹੋਰ ਪੰਜੇ ਤੇ ਹੀ ਲਾਉਣੀ ਆ। ਤੁਸੀਂ ਸਹੂਲਤ ਤਾਂ ਲਓ ਵਧੀਆ। ਇੰਨਾ 100 ਰੁਪਏ ਲੀਟਰ ਡੀਜ਼ਲ ਹੈ ਇੰਡੀਆ ਤੇ ਬੇਬੇ ਨੂੰ ਤੇ ਨਾ ਕੋਈ ਊਂ ਨਹੀਂ ਲਿਜਾਂਦਾ ਉੱਥੇ ਵੀ ਭੋਗ ਤੇ ਤੂੰ ਕੀ ਕਰਨਾ, ਤੇ ਇਹਨੂੰ ਮੌਜ ਬਣ ਗਈ ਵਧੀਆ ਘੁੰਮਣ ਫਿਰਨ ਤੋਂ, ਜਿਹੜਾ 6 ਮਹੀਨੇ ਸਾਲ ਚੱਲਦੀ ਹੈ। ਨਹੀਂ ਨਾਲੇ ਗੱਲ ਹੋ ਰਹੀ ਨੇ ਜਾਂਦੇ ਚੋਰ ਦੀ ਲੰਗੋਟੀ ਸਹੀ। ਜੀ ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਪਜੀਤ ਜੀ, ਉਹ ਮੈਂ ਵੀਡੀਓ ਦਿਖਾ ਕੇ ਹਟੀ ਸੀ ਰੇਟ, ਮੈਂ ਵੀ ਭੁੱਲ ਗਿਆ, ਵਿੱਚ ਕਾਲ ਹੀ ਇੰਨੀ ਆ ਗਿਆ। ਇੱਕ ਵਾਰ ਦੁਬਾਰੇ ਪਜੀਤ ਜੀ ਉਹ ਵੀਡੀਓ ਦਿਖਾਉਣੀ ਹੈ ਜੀ, ਤੇ ਉਹਦੇ ਵਿੱਚ ਜਿਹੜਾ ਰੇਟ ਉਹ ਮੈਂ ਤੁਹਾਨੂੰ ਇਹੀ ਪੁੱਛਣਾ ਬਾਅਦ ਦੇ ਵਿੱਚ, ਇਹ ਇੰਨਾ ਘਾਟਾ ਜਿਹੜਾ ਪਾ ਕੇ ਹੁਣ ਇਹ ਵੇਚਦੇ ਆ, ਉਸ ਤੋਂ ਬਾਅਦ ਇਹ ਪੂਰਾ ਕਿਵੇਂ ਹੁੰਦਾ ਜੀ ਇੱਕ ਦਿਨ ਦੇ ਪਿੱਛੇ? ਇੱਕ ਵਾਰ ਘਾਟਾ ਨਹੀਂ ਹੈਗਾ ਇਹਨਾਂ ਦਾ ਬਿਲਕੁਲ ਵੀ ਕੋਈ ਪੈਂਦਾ। ਇਹ ਤਾਂ ਆਪਾਂ ਨੋਮੀਨਲ ਜਿਹੜਾ ਪ੍ਰੋਫਿਟ, ਜਿਹੜਾ ਆਪਣਾ ਪ੍ਰੋਫਿਟ ਆ ਉਹ ਥੋੜਾ ਜਿਹਾ ਘਟਾ ਲੈਂਦੇ ਨੇ। ਘਾਟਾ ਕੋਈ ਠੇਕੇਦਾਰ ਨਹੀਂ ਖਾਂਦਾ, ਉਹ ਤਾਂ ਆਪਣਾ ਸਟਾਕ ਹੁੰਦਾ। ਜਿਹੜੀ 800 ਦੀ ਬੋਤਲ ਉਹ 500 ਦੀ ਵੇਚਦੇ ਹੋ ਬਿਲਕੁਲ। ਉਹਦੇ ਵਿੱਚ ਪਹਿਲਾਂ ਹੀ ਉਹ ਦੇਖੋ, ਜੇ ਆਪਾਂ ਜਿਹੜੀ ਉਹਨਾਂ ਦਾ ਤਿਆਰ ਕਰਨ ਦਾ ਇੱਕ ਜਿਹੜੀ ਬੋਤਲ ਆ, ਸਾਡੇ ਇਕਨੋਮਿਕਸ ਦੇ ਪ੍ਰੋਫੈਸਰ ਹੁੰਦੇ ਸੀਗੇ, ਉਹ ਸਾਨੂੰ ਦੱਸਦੇ ਹੁੰਦੇ ਸੀ ਕਿ ਫੇਅਰ ਐਂਡ ਲਵਲੀ ਦੀ ਕੀਮਤ ਉਸ ਵੇਲੇ ਤਕਰੀਬਨ 35 ਰੁਪਏ ਹੁੰਦੀ ਸੀ। ਉਹਨਾਂ ਨੇ ਸਾਨੂੰ ਦੱਸਿਆ ਸੀ ਇਸ ਦੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਸਿਰਫ 70 ਤੋਂ 80 ਪੈਸੇ ਪਰ ਇੱਕ ਟਿਊਬ ਹੈ, ਇੱਕ ਟਿਊਬ ਦਾ। ਵੱਧ ਤੋਂ ਵੱਧ ਕਹਿੰਦੇ ਜੇ ਆਪਾਂ ਸਾਰਾ ਵੱਧ ਤੋਂ ਵੱਧ ਵੀ ਖਲਾਰਾ ਪਾ ਕੇ ਵੀ ਲਾ ਲਈਏ ਤਾਂ 1.25 ਰੁਪਏ ਤੋਂ ਨਹੀਂ ਟੱਪਦੀ। ਤੁਸੀਂ ਕਾਸਟ ਆਫ ਪ੍ਰੋਡਕਸ਼ਨ ਇੱਕ ਚੀਜ਼ ਦੀ 1 ਰੁਪਿਆ, ਜੇ ਆਪਾਂ 1.5 ਰੁਪਿਆ 2 ਰੁਪਏ ਵੀ ਲਾ ਲਈਏ, ਚਲੋ ਖੁੱਲਾ 2 ਰੁਪਏ ਲਾ ਲਈਏ, ਤੇ ਉਹ ਵਿਕਦੀ 35 ਰੁਪਏ ਦੀ ਹੈ, ਤੇ ਤੁਸੀਂ ਲਾਓ ਵੀ ਹਿਸਾਬ ਕਿਤਾਬ ਕਿੱਥੇ ਜਾ ਕੇ ਬੈਠਦਾ। ਇਹਦੇ ਵਿੱਚ ਟੈਕਸ ਵੀ ਸ਼ਾਮਲ ਹੁੰਦੇ ਨੇ, ਇਹਦੇ ਵਿੱਚ ਕੰਪਨੀਆਂ ਦਾ ਪ੍ਰੋਫਿਟ ਵੀ ਸ਼ਾਮਲ ਹੁੰਦਾ, ਇਹਦੇ ਵਿੱਚ ਡੀਲਰਾਂ ਦਾ ਪ੍ਰੋਫਿਟ ਵੀ ਸ਼ਾਮਲ ਹੁੰਦਾ, ਦੁਕਾਨਦਾਰਾਂ ਦਾ ਮੁਨਾਫਾ ਵੀ ਸ਼ਾਮਲ ਹੁੰਦਾ, ਬਹੁਤ ਕੁਝ ਹੁੰਦਾ ਜਿਹੜਾ ਅੱਗੇ ਜਾ ਕੇ। ਇਸੇ ਤਰੀਕੇ ਨਾਲ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ, ਇੱਕ ਅਲਕੋਹਲ ਦੀ ਬੋਤਲ ਵੱਧ ਤੋਂ ਵੱਧ ਜਿਹੜੀ ਆਪਾਂ ਬਿਹਤਰੀਨ ਤੋਂ ਬਿਹਤਰੀਨ ਕੋਈ ਦਾਵਾ ਕਰਦੇ ਤਾਂ 30 ਤੋਂ 40 ਰੁਪਏ ਦੀ ਨਹੀਂ ਪੈਂਦੀ। ਜੀ ਜੀ, ਵੱਧ ਤੋਂ ਵੱਧ ਜੇ ਆਪਾਂ ਖੁੱਲ ਕੇ ਵੀ ਲਾ ਲਈਏ ਤਾਂ 50 ਰੁਪਏ 50 ਰੁਪਏ ਦੀ ਬੋਤਲ, ਉਹਦੇ ਤੇ ਐਕਸਾਈਜ਼ ਡਿਊਟੀ ਲੱਗਣੀ ਆ, ਹੋਰ ਟੈਕਸ ਲੱਗਣੇ ਨੇ, ਤੇ ਜੇ ਉਹ ਠੇਕੇਦਾਰ ਨੂੰ 300 400 ਦੀ ਪਊਗੀ ਤੇ 500 ਦੀ ਵੇਚ ਦੂਗਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਪਰ ਠੇਕੇ ਬਹੁਤ ਮਹਿੰਗੇ ਜਾਂਦੇ ਨੇ, ਭਾਅ ਜਿਹੜਾ ਬੋਲੀ ਹੈ ਜਾਂ ਆਪਾਂ ਚਾਹੇ ਲੋਟਰੀ ਸਿਸਟਮ ਹੋਵੇ ਜਾਂ ਬੋਲੀ ਹੋਵੇ ਬਹੁਤ ਜ਼ਿਆਦਾ ਹੁੰਦਾ, ਤੇ ਉਸ ਤੋਂ ਉਹ ਫਿਰ ਜਿਹੜਾ ਪੂਰਾ ਕਰਨ ਵਾਸਤੇ ਫਿਰ ਉਹ ਜਿਹੜੀ ਸਿੰਡੀਕੇਟ ਬਣ ਕੇ ਇੱਕ ਭਾਅ ਤੈਅ ਕੀਤੇ ਜਾਂਦੇ ਨੇ। ਬਿਲਕੁਲ ਜੀ ਬਿਲकुल। ਹਾਂਜੀ, ਅਮਰੀਕ ਸਿੰਘ ਬੋਲਦਾ ਜੀ, ਵਿਨੀਪੈਗ ਤੋਂ ਜੀ। ਜੀ ਅਮਰੀਕ ਸਿੰਘ ਜੀ। ਹਾਂ, ਉਹ ਬਰਾੜ ਸਾਹਿਬ, ਉਹ ਜਿਹੜੀ ਆਪਣਾ ਉਹ ਭੈਣ ਜੀ ਕੋ ਵੀਡੀਓ ਨਾ ਬੱਸ ਵਾਲੀ ਜਿਹੜੀ ਕਿਰਾਏ ਦੀ, ਉਹ ਇੱਕ ਵਾਰੀ ਫੇਰ ਦਿਖਾਇਓ ਜੀ। ਜੀ 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 ਬਿਲਕੁਲ ਜੀ। ਇਹ ਪ੍ਰਾਈਵੇਟ ਬੱਸ ਵਾਲੇ ਨੇ ਫ੍ਰੀ ਕੀਤਾ ਕਿ ਗਵਰਨਮੈਂਟ ਦੀ ਬੱਸਾਂ ਨੇ ਕੀਤਾ ਜੀ ਫ੍ਰੀ? ਗਵਰਨਮੈਂਟ ਕੀਤਾ ਜੀ। ਨਾਲੇ ਇੱਕ ਜਿਹੜਾ ਤੁਸੀਂ ਉਹ ਜਿਹੜੀ ਤੁਹਾਡੀ ਬੱਸ ਆ ਤੁਸੀਂ ਫ੍ਰੀ ਚਲਾਓਗੇ ਜੀ ਉਹਦੇ ਵਿੱਚ? ਨਹੀਂ, ਸੁੱਖ ਨਾਲ ਸਾਡੀ ਬਾਹਰ ਹੈ ਜੀ, ਏਸੀ, ਮਰਸਡੀ, ਵੋਲਵੋ, ਇਹ ਤਿੰਨੇ ਬੱਸਾਂ ਨੂੰ ਬਾਹਰ ਰੱਖਿਆ ਗਿਆ। ਇਹ ਸ਼ਲਾਘਾਯੋਗ ਕਦਮ ਹੈ ਜੀ ਇੱਕ। ਜੀ ਜੀ। ਇੱਕ ਜਿਹੜਾ ਕੱਲ ਇੱਕ ਭੈਣ ਜੀ ਨੇ ਤੁਹਾਨੂੰ ਕਿਹਾ ਸੀ ਵੀ ਤੁਹਾਡੀਆਂ ਜਿਹੜੀਆਂ ਆਪਣੀਆਂ ਘਰ ਵਾਲਿਆਂ ਨੇ ਕਿਹੜੇ ਚਾਹ ਬਣਾ ਕੇ ਭੇਜਦੇ ਨੇ, ਉਹਦੇ ਵੀ ਦੱਸਿਓ ਜੀ ਕਿਹੜੇ ਬਰਾੜ ਦੀ ਚਾਹ ਪੀ ਕੇ ਆਉਂਦੇ ਤੁਸੀਂ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਜੀ, ਇੱਕ ਤਾਂ ਇਹ ਤਾਂ ਆਪਾਂ ਚਲੋ ਵਿਖਾ ਦਾਂਗੇ। ਇੱਕ ਵਜੇ ਜੀ ਲਾਸਟ ਗੱਲ ਮੋਹ ਚੋਂ ਪੁੱਛਣੀ ਸੀਗੀ। ਮੰਨ ਲਓ ਉਹ ਬੰਦੇ ਨੂੰ ਇੰਨੀ ਕੀ ਵਿਪਤਾ ਪੈ ਗਈ ਕਿ ਉਹਨੇ ਇੱਕ ਰਕਸ਼ਾ ਕਰਾਇਆ ਤੇ ਪਿੰਡ 'ਚ ਹੋਕਾ ਦੇਤਾ ਵੀ ਲੈ ਜਾਓ ਲੈ ਜਾਓ। ਹੋ ਸਕਦਾ ਠੀਕ ਆ ਉਦੋਂ ਕੋਈ 4 ਬੰਦੇ ਵੀ ਨਾ ਲੈਂਦੇ, ਉਹ ਅਗਲੇ ਦਿਨ ਮਹਿੰਗੀ ਕਰਕੇ ਵੇਚ ਲੈ। ਨਹੀਂ, ਅਗਲੇ ਦਿਨ ਇਹ ਹੁੰਦਾ ਨਹੀਂ ਹੈ ਆਮ ਤੌਰ ਤੇ। ਕਈ ਵਾਰ ਠੇਕੇ ਅੱਗੇ ਇਸੇ ਤਰੀਕੇ ਨਾਲ ਜਿਹੜੇ ਕੁਝ ਰਕਮ ਵਧਾ ਕੇ ਉਸੇ ਠੇਕੇਦਾਰ ਨੂੰ ਦੇ ਦਿੱਤੇ ਜਾਂਦੇ ਨੇ, ਜਿਵੇਂ ਇਸ ਵਾਰ ਕਈ ਵਾਰ ਪੰਜਾਬ ਕਈ ਥਾਵਾਂ ਤੇ ਹੋਇਆ, ਪਰ ਕਈ ਵਾਰ ਉਸ ਠੇਕੇਦਾਰ ਨੂੰ ਉਹ ਨਹੀਂ ਮਿਲਦਾ ਹੈ। ਫਿਰ ਉਹ ਜਿਹੜਾ ਸਟਾਕ ਹੈ ਉਹਨੂੰ ਵਰਤਣਾ ਹੀ ਪੈਂਦਾ। ਉਹ ਸਟਾਕ ਨੂੰ ਕਿਸੇ ਆਪਣੇ ਲਾਊਗਾ ਤਾਂ ਸਹੀ ਸਿਰੇ ਨਾ, ਉਹਨੂੰ ਵੇਚਣਾ ਹੈ ਜਾਂ ਵਰਤਣਾ ਹੈ ਜਾਂ ਕਿਤੇ ਲਾਉਣਾ ਹੈ। ਉਹ ਇਸ ਕਰਕੇ ਉਹ ਕਹਿੰਦਾ ਵੀ ਜਿੰਨਾ ਵੱਧ ਤੋਂ ਵੱਧ ਸਟਾਕ ਲੱਗ ਜੇ, ਜਿਹੜਾ ਮੇਰੇ ਹਿੱਸੇ ਦਾ ਸੀਗਾ, ਮੰਨ ਲਓ ਉਹਨੂੰ 100 ਬੋਤਲ ਦਾ ਸਟਾਕ ਮਿਲਦਾ ਰੋਜ਼ ਦਾ, ਤਾਂ ਉਹ ਜੇ ਬਚਿਆ ਹੋਇਆ ਤਾਂ ਫਿਰ ਉਹ ਵੇਚਣ ਵਾਸਤੇ ਵੀ, ਹੁਣ ਅੱਜ ਤਾਂ 31 ਮਾਰਚ ਹੈ, ਕੱਲ ਨੂੰ ਫਿਰ ਮੈਂ ਕੀ ਕਰੂੰਗਾ? ਹੋ ਸਕਦਾ ਅਗਲੇ ਠੇਕੇਦਾਰ ਨੂੰ ਇਦੋਂ ਵੀ ਘੱਟ ਪਾ ਤੇ ਦੇਣਾ ਪਵੇ, ਉਹ ਫਿਰ ਮੁਨਾਫਾ ਨਹੀਂ ਮਿਲਣਾ। ਜੇ ਮੰਨ ਲਓ ਅਗਲੇ ਠੇਕੇਦਾਰ ਨੂੰ ਵੀ ਦਿੰਦਾ, ਅਗਲਾ 300 ਦੀ ਬੋਤਲ ਆ, ਅਗਲਾ 350 ਥੋੜੀ ਦੇਊਗਾ, ਉਹ ਕਹੂਗਾ ਯਾਰ ਤੂੰ 10 ਰੁਪਏ ਵੱਧ ਲੈ ਲੈ ਯਾਰ, ਹੋਰ ਇਸ ਤੋਂ ਵੱਧ ਕੀ ਕਰ ਸਕਦੇ ਆ। ਜੀ ਜੀ, ਚਲੋ ਇਹ ਗੱਲ ਹੁੰਦੀ ਹੈ ਜੀ 31 ਮਾਰਚ ਵਾਲੀ ਜਿਹੜੀ ਤੁਸੀਂ ਅੱਜ ਸਮਝਾਈ ਹੈ ਜੀ। ਤੇ ਹਾਂਜੀ, ਰੱਖੋ ਜੀ ਗੱਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਕਹੂੰਗਾ ਜੀ, ਜਿਹੜਾ ਤੁਹਾਡਾ ਪ੍ਰੋਗਰਾਮ ਹੈ ਇਹ ਬਹੁਤ ਅਸੀਂ ਦੇਖ ਰਹੇ ਹਾਂ, ਜਿਹੜੀਆਂ ਖਬਰਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਅਸੀਂ ਕਾਲਰ ਜਿਹੜੇ ਵੀ ਤੁਹਾਨੂੰ ਬਹੁਤ ਡਿਸਟਰਬ ਕਰਦੇ ਆ। ਸਾਨੂੰ ਇੱਕ ਬੇਨਤੀ ਇਹੀ ਆ ਵੀ ਸਾਰੇ ਕਾਲਰਾਂ ਨੂੰ ਇਹ ਆ ਵੀ ਤੁਸੀਂ ਸਾਨੂੰ 30 ਸਕਿੰਟ ਜਾਂ ਜਿੰਨੇ ਉਹ ਨੇ ਉਹਨਾਂ ਵਿੱਚ ਗੱਲ ਕਰਨ ਦੀ ਪਲੀਜ਼ ਕਿਰਪਾ ਕਰਕੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਕਰੋ, ਤਾਂ ਕਿ ਜਿਸ ਤਰ੍ਹਾਂ ਸਕੂਲ ਦੇ ਵਿੱਚ ਸਾਨੂੰ ਹੁੰਦਾ ਸੀ ਵੀ ਭਾਸ਼ਣ ਵੇਲੇ ਬੈਲ ਵੱਜ ਜਾਂਦੀ ਸੀ, ਇੰਨੇ ਬੈਲ ਟਾਈਮ 'ਚ
ਗੱਲ ਖਤਮ ਕਰੋ। ਜੀ ਕਈ ਵਾਰ ਲੰਬੀਆਂ ਕਹਾਣੀਆਂ ਹੋ ਜਾਂਦੀਆਂ ਨੇ, ਇਸ ਕਰਕੇ ਤੁਹਾਡੀਆਂ ਖਬਰਾਂ ਬਹੁਤ ਅਧੂਰੀਆਂ ਰਹਿ ਜਾਂਦੀਆਂ ਨੇ। ਬਸ ਇਹੀ ਬੇਨਤੀ ਕਰੂੰਗਾ। ਨਾਮ ਦੱਸ ਦਿਓ ਜੀ ਜਰੂਰ, ਨਾਮ ਦੱਸ ਦਿਓ ਜੀ ਜਰੂਰ ਆਪਣਾ। ਹੈਲੋ ਹਾਂਜੀ, ਨਾਮ ਦੱਸ ਦਿਓ ਜੀ ਆਪਣਾ ਜਰੂਰ ਇੱਕ ਵਾਰ। ਮੈਂ ਸ਼ਿੰਗਾਰਾ ਸਿੰਘ ਬੋਲਦਾ ਸਕੂਲ। ਜੀ ਸ਼ਿੰਗਾਰਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ। ਆ ਤੁਸੀਂ ਗੱਲ ਵਾਕਈ ਜੀ ਸਹੀ ਕਹੀ ਜੀ। ਆਪਾਂ ਇਹ ਦਰਸ਼ਕਾਂ ਦੇ ਉੱਪਰ ਹੀ ਹੈ ਜੀ, ਜੇ ਹਰੇਕ ਬੰਦਾ ਆਪਣੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਰੱਖ ਕੇ ਜੇ 30 ਸੈਕਿੰਡ ਦਾ, ਇਸ ਕਰਕੇ ਅਭਿਜੀਤ ਜੀ ਵਧੀਆ ਗੱਲ ਹੈ ਕਿਉਂਕਿ ਇੱਕ ਤਾਂ ਸਾਰਿਆਂ ਦੀ ਵਾਰੀ ਆ ਜਾਊਗੀ, ਇੱਕ ਫਿਰ ਕਾਫੀ ਜਿਹੜਾ ਲੌਂਗ ਜਿਹੜੀ ਕਾਲ ਚੱਲੀ ਜਾਂਦੀ ਹੈ ਤੇ ਉਹਦੇ ਵਿੱਚ ਵੀ ਕੋਈ ਬਾਲੀ ਫਿਰ ਦਿੱਕਤ ਸਭ ਨੂੰ ਨਾ ਆਊਗੀ। ਸੋ ਇਹ ਜ਼ਰੂਰ ਜੀ ਜੇ ਸਾਰੇ ਜਣੇ ਖਾਸ ਧਿਆਨ ਰੱਖਣ ਤਾਂ ਬਾਲੀ ਵਧੀਆ ਗੱਲ ਹੈ ਜੀ। ਜੀ ਅਭਿਜੀਤ ਜੀ ਅਗਲੇ ਪਾਸੇ ਨੂੰ ਵਧੀਏ। ਈਵੀਐਮ ਵਾਲਾ ਇੱਕ ਮੁੱਦਾ ਦਰਸ਼ਕ ਨੇ ਵੀ ਆਪਾਂ ਨੂੰ ਕਿਹਾ ਸੀਗਾ ਜੀ, ਤੇ ਉਹ ਇੱਕ ਬੰਦੇ ਦੀ ਗੱਡੀ ਚੋਂ ਈਵੀਐਮ ਦੀਆਂ ਮਸ਼ੀਨਾਂ ਫੜੀਆਂ ਗਈਆਂ ਅਭਿਜੀਤ ਜੀ, ਤੇ ਉਹਦੇ ਅੱਗੇ ਕੋਈ ਸਿਕਿਉਰਿਟੀ ਵਗੈਰਾ ਵੀ ਵੈਸੇ ਤਾਂ ਹੁੰਦੀ ਸੀ, ਚਲੋ ਠੀਕ ਹੈ ਜੀ, ਜੇ ਦੂਜੀ ਗੱਡੀ ਖਰਾਬ ਹੋ ਗਈ ਹੋਵੇ ਤੇ ਉਹ ਪਤਾ ਲੱਗਿਆ ਉਹ ਸਹੀ ਸੀ ਜਾਂ ਵੈਸੇ ਕੋਈ ਗੜਬੜੀ ਹੋਣੀ ਸੀ ਉਹਦੇ ਵਿੱਚ? ਦੇਖੋ ਜੀ ਆਪਾਂ ਇਹ ਕਹਿ ਸਕਦੇ ਹਾਂ ਕਿ ਆਸਾਮ ਦੇ ਵਿੱਚ ਪਹਿਲਾਂ ਹੀ ਜਿਹੜੀ ਐਨਡੀਏ ਦੀ ਸਰਕਾਰ ਹੈ ਔਰ ਉੱਥੇ ਬੀਜੇਪੀ ਵਿਧਾਇਕ ਦੀ ਗੱਡੀ ਦੇ ਵਿੱਚੋਂ ਈਵੀਐਮ ਮਿਲਣੀ ਵੋਟਿੰਗ ਤੋਂ ਬਾਅਦ ਇਹ ਆਪਣੇ ਆਪ ਦੇ ਵਿੱਚ ਹੀ ਹੈਰਾਨਕੁਨ ਹੈ। ਕਹਿੰਦੇ ਜੀ ਦਲੀਲ ਇਹ ਦਿੱਤੀ ਗਈ ਸੀ, ਕਹਿੰਦੇ ਸਾਡੀ ਗੱਡੀ ਖਰਾਬ ਹੋ ਗਈ ਤੇ ਅਸੀਂ ਲਿਫਟ ਲੈ ਲਈ। ਠੀਕ ਹੈ, ਲਿਫਟ ਲੈ ਲਈ। ਲਿਫਟ ਵੀ ਕਿਹਦੀ ਲਈ? ਹੋਲਡ ਰੱਖਿਓ ਜੀ। ਹਾਂਜੀ, ਲਿਫਟ ਵੀ ਬੀਜੇਪੀ ਵਿਧਾਇਕ ਦੀ, ਬੀਜੇਪੀ ਜਿਹੜਾ ਦੁਬਾਰਾ ਉਮੀਦਵਾਰ ਉਹ ਕਿਤੇ ਜਾ ਰਿਹਾ ਹੋਊਗਾ ਜੀ ਕੋਲ ਦੀ ਫਿਰ, ਹਨਾ ਜੀ? ਬਿਲਕੁਲ। ਇਹ ਗੱਲ ਪ੍ਰਿਯੰਕਾ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਹਰ ਵਾਰ ਜਦੋਂ ਇਲੈਕਸ਼ਨ ਹੁੰਦੀਆਂ ਨੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ, ਪਰ ਇਹਨਾਂ ਨੂੰ ਦਬਾ ਦਿੱਤਾ ਜਾਂਦਾ, ਇਕਲੌਤਾ ਮਾਮਲਾ ਦੱਸ ਕੇ ਇਹਨਾਂ ਨੂੰ ਮਿੱਟੀ ਪਾ ਦਿੱਤੀ ਜਾਂਦੀ ਹੈ। ਪਰ ਇਹ ਹਰ ਇਲੈਕਸ਼ਨ ਦੇ ਵਿੱਚ ਕਈ ਮਾਮਲੇ ਸਾਹਮਣੇ ਆਉਂਦੇ ਨੇ ਔਰ ਇਹਨਾਂ ਵਿਰੁੱਧ ਹਰ ਵਾਰ ਜਿਹੜੀ ਗੱਡੀ ਹੁੰਦੀ ਹੈ ਉਹ ਕਿਸੇ ਬੀਜੇਪੀ ਆਗੂ ਦੀ ਜਾਂ ਉਹਦੇ ਰਿਸ਼ਤੇਦਾਰਾਂ ਦੀ ਜਾਂ ਉਹਦੇ ਸਾਥੀਆਂ ਦੀ, ਉਹਦੇ ਦੋਸਤਾਂ ਦੀ ਹੁੰਦੀ ਹੈ। ਇਹ ਦੇਖਣ ਵਾਲੀ ਗੱਲ ਹੈ ਕਿ ਹਰ ਵਾਰ ਪ੍ਰਿਯੰਕਾ ਗਾਂਧੀ ਉਹ ਈਵੀਐਮ ਦੀ ਮਸ਼ੀਨ ਦੇ ਪਿੱਛੇ ਰਹਿੰਦੇ ਆ ਜੀ। ਇਹੀ ਗੱਲ ਹੈ ਵੀ ਉਹ ਮਤਲਬ ਆਪਣੀ ਗੱਡੀ ਤਿਆਰ ਰੱਖਦੇ ਨੇ ਕਿ ਉੱਥੇ ਚੋਣ ਕਮਿਸ਼ਨ ਜਾਂ ਆਪ ਹੀ ਫੂਕ ਕੱਢ ਦਿੰਦੇ ਹੋਣੇ ਹੈਗੇ। ਹਵਾ ਕੱਢਤੀ, ਲਓ ਜੀ ਚੋਣ ਕਮਿਸ਼ਨ ਵਾਲਿਆਂ ਦੀ ਗੱਡੀ ਖੱਡੀ ਹੈ, ਚਲੋ ਇਹਦੀ ਫੂਕ ਕੱਢ ਦਿਓ। ਉਹ ਫੂਕ ਕੱਢਤੀ, ਹਵਾ ਕੱਢਤੀ, ਉਹਦੀ ਟਾਇਰ ਚਲੋ ਫਿਸ ਹੋ ਗਿਆ। ਉਸ ਤੋਂ ਬਾਅਦ ਫਿਰ ਕਰ ਦਿਓ ਜੀ ਆਪਾਂ ਲਓ ਜੀ ਹੁਣ ਅਸੀਂ ਆਪਣੀ ਗੱਡੀ ਲਿਆ ਕੇ ਖੜਾਤੀ, ਲਓ ਜੀ ਅੱਛਾ ਹਾਂਜੀ ਸਰ ਤੁਹਾਡੀ ਗੱਡੀ ਖਰਾਬ ਹੋ ਗਈ, ਉਹ ਹਵਾ ਨਿਕਲ ਗਈ, ਆ ਜਾਓ ਫਿਰ ਚੱਲੀਏ। ਚਲੋ ਫਿਰ ਰਾਹ ਦੇ ਵਿੱਚ 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਮਤਲਬ ਇਹ ਬਹੁਤ ਹੀ ਜ਼ਿਆਦਾ ਆਪਣੇ ਆਪ ਰਾਜ ਪਰ ਈਵੀਐਮ ਮਸ਼ੀਨ ਦੀ ਕੋਈ ਗੱਲ ਨਹੀਂ ਹੋਣੀ ਹੋਈ ਜੀ? ਨਹੀਂ, ਕਿਉਂ ਵੀ ਹੁੰਦੀ ਹੋਊਗੀ? ਈਵੀਐਮ ਮਸ਼ੀਨ ਦੀ ਤਾਂ ਗੱਲ ਹੁੰਦੀ ਨਹੀਂ, ਉਹਦੇ ਨਾਲ ਤਾਂ ਕੀਤਾ ਜਾਂਦਾ ਉਹਦੀ ਗੱਲ ਥੋੜੀ ਕੀਤੀ ਜਾਂਦੀ ਆ। ਉਹਦੇ ਨਾਲ ਜੋ ਵੀ ਸਿਸਟਮ ਹੋਏਗਾ, ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੋਟਿੰਗ ਤੋਂ 2 ਘੰਟੇ ਬਾਅਦ ਜਦੋਂ ਇੱਕ ਮਸ਼ੀਨ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਮਿਲਦੀ ਹੈ ਤਾਂ ਉਹਦਾ ਕੀ ਉਸ ਇਲਾਕੇ ਦੇ ਵਿੱਚ ਕੀ ਇਲੈਕਸ਼ਨ ਪ੍ਰਕਿਰਿਆ, ਕੀ ਲੋਕਤੰਤਰ ਰਹਿ ਗਿਆ? ਕੀ ਹੁਣ ਚਾਰ ਅਫਸਰ ਮੁਅੱਤਲ ਕਰਤੇ, ਉਹ ਵਿਚਾਰੇ ਐਵੇਂ ਹੀ ਰਗੜੇ ਗਏ ਹੋਣੇ ਹੈਗੇ, ਦਬਾਅ ਤਾਂ ਕਿਸੇ ਹੋਰ ਪਾਸਿਓਂ ਪੈਂਦਾ, ਹੋਰ ਪਾਸਿਓਂ ਪੈ ਗਿਆ। ਬਿਲਕੁਲ ਜੀ, ਇਹ ਬਹੁਤ ਹੀ ਆਪਣੇ ਆਪ ਦੇ ਵਿੱਚ ਗੰਭੀਰ ਗੱਲ ਹੈ। ਇਹ ਤਾਂ ਇੱਕ ਮਾਮਲਾ, ਜਿਵੇਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇੱਕ ਮਾਮਲਾ ਹੈ, ਇਹ ਤਾਂ ਹਰ ਇਲੈਕਸ਼ਨ ਵੇਲੇ ਕਈ ਮਾਮਲੇ ਸਾਹਮਣੇ ਆਉਂਦੇ ਆ। ਕਦੇ ਪਿਕਅਪ ਟਰੱਕ ਦੇ ਵਿੱਚ ਈਵੀਐਮ ਮਸ਼ੀਨਾਂ ਮਿਲਦੀਆਂ ਨੇ, ਕਦੇ ਕਿਸੇ ਜਗ੍ਹਾ ਤੇ ਸਾਧਨ ਇੱਕ ਪਾਰਟੀ ਦੇ ਹੁੰਦੇ ਆ। ਪਰ ਜਦੋਂ ਜਿਹੜਾ ਫੜਿਆ ਜਾਂਦਾ ਕਹਿੰਦੇ ਜੀ ਪਤਾ ਲੱਗਦਾ ਹਾਂਜੀ ਇਹ ਤਾਂ ਜੀ ਫਲਾਣੀ ਪਾਰਟੀ ਨਾਲ ਹੀ ਸੰਬੰਧਿਤ ਹੈ ਜੀ। ਇਹ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਹੈਗਾ। ਇਸ ਪਾਸੇ ਕਿਉਂਕਿ ਮੀਡੀਆ ਤਾਂ ਹੁਣ ਜ਼ਿਆਦਾਤਰ ਹਿੱਸਾ ਤਾਂ ਕਾਬੂ ਹੇਠ ਹੈ, ਕੰਜੇ ਹੇਠ ਹੈ, ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕਰਨੀ। ਉਹਨਾਂ ਨੇ ਜਿਹੜੇ ਪੱਤਰਕਾਰਾਂ ਨੇ ਇੱਕ ਵਾਰੀ ਕੁਝ ਬੰਦਿਆਂ ਨੇ ਆਪਣੇ ਸੋਸ਼ਲ ਮੀਡੀਆ ਜਿਹੜੇ ਅਕਾਊਂਟਸ ਤੇ ਸ਼ੇਅਰ ਕਰਤੀ ਹੁਣ ਇਸ ਤੇ ਮਿੱਟੀ ਪਾ ਦਿੱਤੀ ਜਾਣੀ ਹੈ, ਉੱਠਣਾ ਹੀ ਨਹੀਂ ਮੁੱਦਾ ਹੈ। ਬਿਲਕੁਲ ਜੀ, ਬਿਲਕੁਲ। ਨਾਲੇ ਇਹ ਪਰੰਪਰਾ ਰੀਤ ਤਾਂ ਨਹੀਂ, ਬਹੁਤ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ। ਆਪਣੇ ਕਾਲਰ ਸੀ ਪ੍ਰੋਗਰਾਮ 'ਚ ਕਾਲ ਕੀਤੀ ਸੀ ਨਾ, 1978 ਦੀ ਗੱਲ ਸੁਣਾਈ ਸੀ ਵੀ ਅਸੀਂ ਕੀ ਕੀਤਾ ਸੀਗਾ ਉਦੋਂ ਵੀ ਦੂਜੇ ਨੂੰ ਹਰਾਉਣ ਵਾਸਤੇ। ਚਲੋ ਜੀ, ਸਵਾਗਤ ਹੈ ਜੀ। ਇੱਕ ਹੋਰ ਦੱਸ ਦਿੰਦੇ ਜੀ, ਮੋਗਾ ਤੋਂ ਇੱਕ ਦਰਸ਼ਕ ਨੇ ਕਾਲ ਕੀਤੀ ਸੀਗੀ ਜੀ ਕਿ ਕਾਰ ਨੂੰ ਕੋਈ ਅੱਗ ਲੱਗ ਗਈ। ਸਾਡੇ ਕੋਲ ਉਹ ਖਬਰ ਆ ਗਈ ਹੈ ਜੀ, ਹੋ ਸਕਦਾ ਉਹ ਮੋਗਾ ਤੋਂ ਹੋਣ ਜੀ। ਉਹ ਅਸੀਂ ਬਿਲਕੁਲ ਇਸ ਤੋਂ ਬਾਅਦ ਅਸੀਂ ਉਹ ਖਬਰ ਤੁਹਾਨੂੰ ਦਿਖਾ ਦਿੰਨੇ ਆ ਜੀ, ਮੋਗਾ ਦੇ ਵਿੱਚ ਜਿਹੜੀ ਕਾਰ ਨੂੰ ਅੱਗ ਲੱਗੀ ਸੀ। ਮੈਂ ਹਰਜਿੰਦਰ ਜੀ ਬੋਲਦਾ ਆਪਣੇ ਤੋਂ ਸੌਰੀ ਤੋਂ। ਜੀ ਹਰਜਿੰਦਰ ਜੀ। ਭਾਈ ਦੇਖੋ ਜਿੱਦਾਂ ਹੁਣ ਕੈਪਟਨ ਸਾਹਿਬ ਨੇ ਆਪਣੇ ਕਿਰਾਏ ਮਾਫ ਕੀਤੇ ਦਿੱਤੀਆਂ ਦੇ ਨਾ। ਜੀ ਪੰਜਾਬ ਰੋਡ ਵੀ ਜਿੱਥੇ ਪੰਜਾਬ ਰੋਡ ਵਰਗੀ ਘਾਟੇ 'ਚ ਜਾਂਦੀ ਹੈ ਨਾ। ਜੀ ਇਹਦਾ ਹੁਣ ਪ੍ਰੋਗਰਾਮ ਪਤਾ ਕੀ ਹੈ ਇਹਦਾ ਕੈਪਟਨ ਸਾਹਿਬ ਦਾ, ਵੀ ਇਹ ਪੰਜਾਬ ਰੋਡ ਜਿਹੜੀ ਬੰਦ ਹੋ ਜਾਵੇ। ਸੁਖਬੀਰ ਬਾਦਲ ਦੀਆਂ ਬੱਸਾਂ ਜਿਹੜੇ ਇਹਨਾਂ ਦੇ ਐਮਐਲਏ ਆ ਉਹਨਾਂ ਦੀਆਂ ਬੱਸਾਂ ਚੱਲਣ, ਇਹਨੂੰ ਖੁੱਡੇ ਲੈਣ ਲੱਗ ਗਏ ਆ ਨਾ। ਇਹ ਗੱਲਾਂ ਦਾ ਸਭ ਨੂੰ ਹਰਜਿੰਦਰ ਜੀ ਪਤਾ ਬਿਲਕੁਲ ਜੀ। ਇਹ ਤਾਂ ਲੋਕਾਂ ਨੂੰ ਖੁਦ ਜਿਹੜਾ ਆਪਣੇ ਹਰਜਿੰਦਰ ਜੀ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਪਊਗੀ ਜੀ, ਤੇ ਫੇਰ ਹੀ ਗੱਲ ਬਣ ਸਕਦੀ ਹੈ। ਲੋਕ ਜੀ ਆਪਾਂ ਇੱਕ ਵਾਰ ਉਹ ਮੋਗਾ ਵਾਲੀ ਖਬਰ ਜ਼ਰੂਰ ਸਾਹਮਣੇ ਰੱਖ ਦਈਏ ਦਰਸ਼ਕਾਂ ਦੇ। ਮੋਗਾ ਦੇ ਵਿੱਚ ਇੱਕ ਕਾਰ ਨੂੰ ਅੱਗ ਲੱਗੀ ਪੂਰੀ। ਮੋਗਾ ਦੇ ਪਿੰਡ ਮਾਣੂਕੇ ਗਿੱਲ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਿੱਥੇ ਕਿ ਪਰਿਵਾਰ ਸਮੇਤ ਜੋ ਕਿ ਕਾਰ ਦੇ ਵਿੱਚ ਬੈਠ ਕੇ ਕਿਤੇ ਜਾ ਰਹੇ ਸਨ, ਕੁਝ ਵਿਅਕਤੀਆਂ ਦੇ ਵੱਲੋਂ
ਕਾਰ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਗਨੀਮਤ ਇਹ ਰਹੀ ਹੈ ਕਿ ਇਸ ਘਟਨਾਕ੍ਰਮ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਗੱਡੀ ਨੂੰ ਰੋਕਿਆ ਜਾਂਦਾ ਹੈ ਅਤੇ ਪਰਿਵਾਰਿਕ ਮੈਂਬਰ ਗੁਜ਼ਾਰਿਸ਼ ਕਰਦੇ ਨੇ ਕਿ ਆਖਿਰਕਾਰ ਉਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਨਾ ਕੀਤਾ ਜਾਵੇ। ਪਰ ਇਸ ਸਭ ਦੇ ਬਾਵਜੂਦ ਜੋ ਹੈ ਇਸ ਤਰ੍ਹਾਂ ਵਿਅਕਤੀ ਨੂੰ ਪਹਿਲਾਂ ਕਾਰ ਦੇ ਵਿੱਚੋਂ ਬਾਹਰ ਕੱਢ ਕੇ ਉਸ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਤੇ ਬਾਕੀ ਪਰਿਵਾਰਿਕ ਮੈਂਬਰ ਜਦੋਂ ਗੱਡੀ ਵਿੱਚ ਬੈਠੇ ਹੋਏ ਸਨ ਤਾਂ ਗੱਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਤਾਂ ਫਿਲਹਾਲ ਦੀ ਘੜੀ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਚੁੱਕੀ ਹੈ। ਪੁਲਿਸ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰਕਾਰ ਉਹ ਕਿਹੜੇ ਵਿਅਕਤੀਆਂ ਦੇ ਵੱਲੋਂ ਇਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਆਪਸੀ ਰੰਜਿਸ਼ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਤਾਂ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਕਿ ਆਖਿਰਕਾਰ ਕਿਸ ਤਰ੍ਹਾਂ ਅੱਗ ਲੱਗੀ ਕਾਰ ਦੇ ਵਿੱਚ, ਵਿਅਕਤੀਆਂ ਦੇ ਵੱਲੋਂ ਇਹ ਅੱਗ ਲਗਾਈ ਗਈ ਹੈ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਵੀ ਗੁਜ਼ਾਰਿਸ਼ ਕਰਦੇ ਵਿਖਾਈ ਦਿੱਤੇ ਕਿ ਆਖਿਰਕਾਰ ਸਾਡੇ ਪਰਿਵਾਰ ਦੇ ਮੈਂਬਰ ਨੂੰ ਛੱਡ ਦਿੱਤਾ ਜਾਵੇ। ਪਰ ਉਹ ਬਦਮਾਸ਼ ਜੋ ਨੇ ਤਾਬੜਤੋੜ ਕੁੱਟਮਾਰ ਕਰਦੇ ਵਿਖਾਈ ਦੇ ਰਹੇ ਸਨ। ਤੁਸੀਂ ਵੀ ਵੇਖੋ ਇਹ ਤਸਵੀਰਾਂ। ਬੀਬੀ ਨੂੰ ਛੱਡ ਜੋੜ ਲਾ। ਹਣੀ ਪੱਥਰ ਲਾਦਾ ਹਣੀ ਕੀ ਗੱਲ ਹੋ ਗਈ? ਹਣੀ ਪੱਥਰ ਥੋੜਾ ਆ ਗਿਆ। ਕੀ ਕਰੀ ਜਾਂਦੇ ਆ? ਕੀ ਗੱਲ ਕਿਉਂ? ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹਾਂ ਮੱਲਾ, ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਵੀਰਾਂ ਨੂੰ। ਮੈਂ ਤਾਂ ਇਹ ਗੱਲ ਕਰਨੀ ਸੀਗੀ ਬਈ ਉਹ ਜਿਹੜੀ ਤੁਹਾਡੀ ਇੱਕ ਆ ਰਹੀ ਆ ਇਹਦੇ ਉੱਤੇ ਖਬਰ ਐਡ ਦੀ ਵੀ ਉਹ ਕਿਹਾ ਵੀ ਜਿਹੜੀ ਫ੍ਰੀ ਕੀਤੀ ਆ ਬੱਸਾਂ ਦੇ ਵਿੱਚ, ਉਹ ਲੇਡੀ ਨੇ ਕਿਹਾ ਵੀ ਇਹ ਮਾੜਾ ਕੀਤਾ। ਮਾੜਾ ਤਾਂ ਬਹੁਤ ਕੀਤਾ। ਤੁਸੀਂ ਦੇਖੋ ਜੀ, ਇਹ ਸੋਚਣਾ ਚਾਹੀਦਾ ਇਹਨਾਂ ਨੂੰ, ਇਹ ਕਿਹੜਾ ਆਪਣੇ ਕੈਪਟਨ ਸਾਹਿਬ ਨੇ ਜਾਂ ਕਿਸੇ ਹੋਰ ਲੀਡਰ ਜੋ ਵੀ ਕਰਦੇ ਨੇ ਗਿਫਟ ਦਿੰਦੇ ਨੇ ਜੀ, ਸਾਹਿਬ ਨੇ ਜਾਂ ਕਿਸੇ ਹੋਰ ਲੀਡਰ ਜੋ ਵੀ ਕਰਦੇ ਨੇ ਗਿਫਟ ਦਿੰਦੇ ਨੇ ਜੀ, ਟੈਕਸ ਪੇਅਰ ਦਾ ਪੈਸਾ ਜੀ। ਇਹ ਪੈਸਾ ਹੁਣ ਆਫਟਰ ਵਾਲੇ ਇੰਨੀ ਭਰਪਾਈ ਕਿੱਥੋਂ ਕਰਨਗੇ? ਇਹ ਸਰਕਾਰ ਕਰਜ਼ਾ ਹੀ ਚੜੂਗਾ ਆਪਣੇ ਪੰਜਾਬ ਦੇ ਸਿਰ। ਪੰਜਾਬ ਤੱਕ ਇਹ ਕਰਜ਼ੇ ਨਾਲ ਤੁੰਨਿਆ ਪਿਆ। ਇਹ ਗੱਲ ਬਿਲਕੁਲ ਮਾੜੀ ਆ। ਦੇਖੋ ਤੁਸੀਂ ਲੋਕਾਂ ਨੂੰ ਕੰਮ ਰੁਜ਼ਗਾਰ ਦਿਓ, ਟਿਕਟ ਲੈ ਲੈਣਗੇ। ਜੇ ਹੁਣ ਅੱਜ ਇੱਕ ਦਿਨ ਟਿਕਟ ਹੁਣ ਕਰ ਲੈਣਗੇ। ਅਸੀਂ ਤਾਂ ਇੱਕ ਵਾਰੀ ਮਦਦ ਕੀਤੀ ਸੀ ਅਫਰੀਕਾ ਦੇ ਵਿੱਚ ਵੀ, ਤੂੰ ਮੇਰੇ ਤੋਂ ਪੈਸੇ ਧਾਰੇ ਲਿਆ ਜਾ, ਤੇਰੇ ਕੋਲ ਕੰਮ ਨਹੀਂ, ਜਦੋਂ ਗਿਆ ਸੀ ਅਫਰੀਕਾ 'ਚ ਜੀ। ਮੈਨੂੰ ਪੈਸੇ ਨਾ ਦੇ ਧਾਰੇ, ਮੈਨੂੰ ਤੂੰ ਕੰਮ ਦਵਾ ਦੇ, ਕਿਉਂਕਿ ਪੈਸੇ ਤੇਰੇ ਮੈਨੂੰ ਮੋੜਨੇ ਪੈਣੇ ਨੇ। ਕੰਮ ਦੀ ਮੈਨੂੰ ਆਮਦਨ ਹੋਊਗੀ ਤੇ ਮੈਨੂੰ ਮੋੜਨੇ ਨਹੀਂ ਪੈਣੇ। ਤੂੰ ਏਦਾਂ ਕਰਨਾ ਚਾਹੀਦਾ। ਇੱਕ ਪੁੱਤ ਮੈਨੂੰ ਨਾ ਜਿਹੜੀ ਖਬਰ ਆ ਰਹੀ ਹੈ ਤੁਹਾਡੀ ਕਾਰ ਜੀ ਉੱਤੇ ਟੁੱਟੀ ਹੋਈ ਹੈ, ਇਹਦਾ ਕੀ ਹੈ ਤਾਂ ਮਾੜਾ ਜ਼ਰੂਰ ਦੱਸਿਓ। ਥੈਂਕ ਯੂ। ਬਿਲਕੁਲ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਪਹਿਲੀ ਗੱਲ ਤਾਂ ਤੁਹਾਡੀ ਜੀ, ਜਿਹੜੀ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਜਿਹੜਾ ਇਹ ਦੱਸਿਆ। ਵਾਰ-ਵਾਰ ਅਸੀਂ ਉਹੀ ਦੱਸ ਰਹੇ ਹਾਂ ਜੀ, ਕੁਛ ਨਹੀਂ ਇਹਦੇ ਵਿੱਚ ਪੱਠਿਆਂ ਵਾਲੀ ਪਾਂਡੀ ਥੋੜੀ ਜਿਹੀ ਭਾਰੀ ਹੋਣੀ ਹੈ ਜੀ। ਉਹ ਬਾਅਦ ਦੂਜੇ ਰੌਲਾ ਪਾਈ ਜਾਣਗੇ ਜੀ 5 ਸਾਲ ਵੀ ਉਹ ਕਰ ਗਏ ਅਸੀਂ ਉਹਨੂੰ ਸੂਤ ਕਰਨਾ ਜੀ। ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹੈਲੋ ਭਾਜੀ, ਮੈਂ ਹਰਮਿੰਦਰ ਜੋਲ ਬੋਲਦਾ ਆਪਣਾ ਜੀ। ਜੋਲ ਸਾਹਿਬ ਜੀ। ਭਾਜੀ ਮੇਰਾ ਵਿੱਚੇ ਫੋਨ ਕਰ ਦਿੱਤਾ, ਇਹ ਇਦਾਂ ਮਤਲਬ ਥੋੜੀ ਮੈਂ ਕੋਈ ਗਲਤ ਨਹੀਂ ਕੀਤੀ, ਮੇਰੀ ਪੂਰੀ ਗੱਲ ਹੋਣੀ, ਬਾਕੀ ਕੋਲ ਇੰਨਾ ਟਾਈਮ ਲੈਂਦੇ ਆ। ਨਹੀਂ ਜੋਲ ਸਾਹਿਬ ਰੱਖੋ ਗੱਲ ਜੀ, ਮਾਫੀ ਚਾਹੁੰਦੇ ਜਿਹੜੀ ਗੱਲ ਰਹਿ ਗਈ ਕਰੋ ਪੂਰੀ ਜੀ। ਹਾਂਜੀ ਭਾਜੀ, ਹੁਣ ਦੇਖੋ ਮੈਂ ਗੱਲ ਕਰਦਾ ਵੀ ਕੈਪਟਨ ਸਾਹਿਬ ਨੇ ਇਹ ਕੀਤੇ ਸੀ, ਮੈਂ ਇਹ ਗੱਲ ਕੀਤੀ ਪਹਿਲਾਂ। ਉਹਨਾਂ ਅਕਾਲੀਆਂ ਦੀ ਗੱਲ ਕਰਦਾ ਵੀ 10 ਸਾਲ ਉਹਨਾਂ ਦੀ ਸਰਕਾਰ ਰਹੀ ਆ ਨਾ ਜੀ। ਰੇਤਾ ਬਜਰੀ ਉਦੋਂ ਵੀ ਇੰਨੀ ਮਹਿੰਗੀ ਰਹੀ ਆ, ਰੇਤਾ ਬਜਰੀ ਹੁਣ ਵੀ ਮਹਿੰਗੀ ਆ ਨਾ ਜੀ। ਜਿਹੜੀ ਸਾਡੀ ਪੰਜਾਬ ਪੁਲਿਸ ਹੈ ਜਿੱਦਾਂ ਲਾਠੀਆਂ ਮਾਰਦੀ, ਮੈਂ ਅੱਜ ਤੱਕ ਬਾਹਰ ਦੀਆਂ ਸਟੇਟਾਂ ਦੀਆਂ ਪੁਲਿਸਾਂ ਨੇ ਲਾਠੀਆਂ ਮਾਰਦੀਆਂ ਨਹੀਂ ਦੇਖੀਆਂ ਜੀ। ਬਿਲਕੁਲ ਜਿੱਦਾਂ ਹੁਣ ਕੈਪਟਨ ਦੇ ਸਮੇਂ ਵੀ ਅਕਾਲੀਆਂ ਦੇ ਸਮੇਂ ਵੀ ਜੀ ਜਦੋਂ ਕੋਈ ਆਪਣਾ ਪ੍ਰਦਰਸ਼ਨ ਕਰਦਾ ਦੇ ਡਾਂਗ ਤੇ ਡਾਂਗ। ਤੁਸੀਂ ਦੱਸੋ ਵੀ ਤੁਸੀਂ ਕਿਸੇ ਸਟੇਟ ਦਾ ਹੋਰ ਦਾ ਦੇਖਿਆ ਇਹ ਕੰਮ ਜੀ। ਬਿਲਕੁਲ ਜੀ, ਸ਼ੁਕਰੀਆ ਜੋਲ ਸਾਹਿਬ, ਬਹੁਤ ਬਹੁਤ ਧੰਨਵਾਦ। ਜਿਹੜਾ ਟੀਚਰ ਦੀ ਉਪਜੀਜੀ ਗੱਲ ਕਰ ਲਈਏ, ਜਿਵੇਂ ਉਹਨਾਂ ਦੇ ਡਾਂਗ ਸੋਟਾ ਵਰਾਇਆ ਸੀ, ਬਾਹਰਲੇ ਆਪਾਂ ਪ੍ਰੋਟੈਸਟ ਜ਼ਰੂਰ ਦੇਖਦੇ ਹਾਂ, ਪਰ ਉਹ ਪ੍ਰੋਟੈਸਟ ਕਹਿੰਦੇ ਵੀ ਕਰਨ ਦਾ ਢੰਗ ਉਹਨਾਂ ਦਾ ਇੱਕ ਵੱਖਰਾ ਹੁੰਦਾ। ਤੇ ਉਸ ਤੋਂ ਬਾਅਦ ਜੇ ਕੋਈ ਧੱਕਾ ਮੁੱਕੀ, ਜਿਵੇਂ ਹੁਣ ਆਪਾਂ ਅਮਰੀਕਾ ਦੇ ਵਿੱਚ ਦੇਖ ਕੇ ਹਟੇ ਹਾਂ, ਉਹ ਕਿਉਂ ਧੱਕਾ ਮੁੱਕੀ ਹੋਈ ਹੈ, ਕਿਵੇਂ ਹੋਈ ਆ, ਉਹਦਾ ਇਹਨਾਂ ਦੇ ਕਹਿਣ ਦਾ, ਜੋਲ ਸਾਹਿਬ ਦਾ ਕਹਿਣ ਦਾ ਮਤਲਬ ਆ ਥੋੜਾ ਜਿਹਾ ਢੰਗ ਵੱਖਰਾ ਹੁੰਦਾ ਹੈ ਜੀ। ਬਿਲਕੁਲ, ਆਪਾਂ ਇੱਕ ਜਿਹੜੀ ਜ਼ਰੂਰ ਵੀਡੀਓ ਸਾਂਝੀ ਕਰ ਦਈਏ, ਜਿਹੜਾ ਅਮਰੀਕਾ ਦੀ ਸੰਸਦ ਦੇ ਸਾਹਮਣੇ ਜਿਹੜਾ ਘਟਨਾਕ੍ਰਮ ਵਾਪਰਿਆ ਜੀ। ਉੱਥੇ ਇੱਕ ਕਾਰ ਡਰਾਈਵਰ ਨੇ ਬੈਰੀਕੇਡਿੰਗ ਤੋੜ ਕੇ ਜਿਹੜੇ 2 ਸੁਰੱਖਿਆ ਮੁਲਾਜ਼ਮਾਂ ਦੇ ਨੂੰ ਦਰੜਤਾ, ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਗੋਲੀਬਾਰੀ ਦੌਰਾਨ ਉਹ ਡਰਾਈਵਰ ਵੀ ਮਾਰਿਆ ਗਿਆ। ਹਾਲਾਂਕਿ ਦੋਹਾਂ ਨੂੰ ਹਸਪੀਟਲ ਲਿਜਾਇਆ ਗਿਆ ਸੀ ਤੇ ਉੱਥੇ ਹੀ ਦੋਹਾਂ ਦੀ ਮੌਤ ਹੋਈ ਹੈ, ਜਿਹੜੀ ਸਿਕਿਉਰਿਟੀ ਗਾਰਡ ਦੀ ਤੇ ਕਾਰ ਡਰਾਈਵਰ ਦੀ ਜੀ। ਬਿਲਕੁਲ ਜੀ, ਇਹ ਕਾਲ ਲੈਣ ਤੋਂ ਬਾਅਦ ਆਪਾਂ ਉਸ ਅਮਰੀਕਾ ਦੀ ਸੰਸਦ ਜੋ ਹਮਲਾ ਹੋਇਆ ਉਹਦੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ। ਰੱਖੋ ਜੀ ਗੱਲ ਆਪਣੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੀ ਆਪਾਂ ਨਾ ਇਲੈਕਸ਼ਨ ਵਾਲੀ ਦਿਖਾਲੀ ਆ ਜੀ, ਇਹ
ਕੱਲਾ ਕਹਿ ਸਾਰੀ ਜ਼ਿੰਦਗੀ ਅਸੀਂ ਇਲੈਕਸ਼ਨਾਂ ਹੀ ਕਰਾਈਆਂ, ਕੱਲਾ ਕਹਿ ਕਿਸੇ ਨੂੰ ਜਾਣ ਦੀ ਅਲਾਉਡ ਨਹੀਂ ਹੁੰਦਾ ਜੀ। ਗਰੁੱਪ ਦੇ ਵਿੱਚ ਜਾਂਦੇ ਆ 4-4 5-5 ਗਰੁੱਪ ਜਿਹੜੇ ਹੁੰਦੇ ਆ ਇੱਕ ਪੋਲਿੰਗ ਸਟੇਸ਼ਨਾਂ ਤੋਂ ਇਕੱਠਾ ਕਰਕੇ ਵਹੀਕਲ ਉਹਨਾਂ ਨੂੰ ਲਿਆਦਾ ਨਾਲ ਸਾਡੇ ਫੋਰਸ ਹੁੰਦੀ ਸੀ ਤੇ ਕੱਲੇ ਨੂੰ ਅਲਾਉਡ ਹੀ ਨਹੀਂ ਹੁੰਦਾ ਕਿ ਨਾਲੇ ਚ ਏਦਾਂ ਮਸ਼ੀਨ ਦੇ ਕੇ ਮਤਲਬ ਕਿ ਕੱਲੇ ਨੂੰ ਤੋੜ ਦਿੱਤਾ ਜਾਂਦਾ ਜੀ। ਇਹ ਤਾਂ ਬਿਲਕੁਲ ਝੂਠ ਵਾ ਸਾਰਾ ਜੀ। ਬਿਲਕੁਲ ਜੀ, ਮੈਂ ਟੀਚਰ ਰਿਹਾ, ਮੈਂ ਸਾਰੀ ਜ਼ਿੰਦਗੀ ਇਲੈਕਸ਼ਨਾਂ ਹੀ ਕਰਾਈਆਂ, ਕਦੇ ਵੀ ਅਸੀਂ ਜਦੋਂ ਕਿ ਖਾਸ ਤੌਰ ਤੇ ਲਾਸਟ ਟਾਈਮ ਤੇ ਇਲੈਕਸ਼ਨ ਤੋਂ ਸਮਾਪਤੀ ਤੋਂ ਬਾਅਦ ਕੱਲਿਆ ਬੰਦਾ ਲੈ ਕੇ ਇਹਨੂੰ ਅਲਾਉਡ ਹੀ ਨਹੀਂ ਹੈ ਜੀ। ਬਿਲਕੁਲ ਉਹ 4-4 5-5 ਬੂਥਾਂ ਤੋਂ ਵਹੀਕਲ ਸਾਨੂੰ ਲੈ ਕੇ ਆਉਂਦਾ, ਇਕੱਠਾ ਨਾਲ ਫੋਰਸ ਹੁੰਦੀ ਆ ਜੀ ਜੀ। ਤੇ ਇਹ ਤਾਂ ਬਿਲਕੁਲ ਉਹਨੇ ਮਤਲਬ ਕਿ ਦਿੱਤਾ ਆ ਸਾਰਾ ਕੁਝ ਉਹਨਾਂ ਦਾ ਆਪਣਾ ਸਿਸਟਮ ਆ। ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਸਾਰੇ ਦਰਸ਼ਕ ਵੀ ਜੁੜੇ ਆ, ਕਰਨੀ ਬਰਾੜ ਰਾਜਸਥਾਨ ਤੋਂ, ਗੋਰਾ ਸਿੱਖੋਂ ਜੀ, ਬਲਵੰਤ ਸਿੰਘ ਜੀ, ਬਹੁਤ ਸਾਰੇ ਦਰਸ਼ਕਾਂ ਦੀਆਂ ਟਿੱਪਣੀਆਂ ਵੀ ਹੈਗੀਆਂ ਜੀ। ਆਪਾਂ ਇੱਕ ਵਾਰ ਉਹ ਸੰਸਦ ਵਾਲੇ ਪਾਸੇ ਚੱਲਦੇ ਹਾਂ ਜੀ। ਅਮਰੀਕਾ ਦੀ ਸੰਸਦ ਤੇ ਜਿਹੜਾ ਹਮਲਾ ਹੋਇਆ ਉਹ ਕਿਵੇਂ ਕੀਤਾ ਗਿਆ, ਉਸ ਤੋਂ ਬਾਅਦ ਕਿੰਨਾ ਕੁ ਬਚਾ ਰਹਿ ਗਿਆ, ਇੱਕ ਵਾਰ ਮਾਰਦੇ ਹਾਂ ਚਾਹ ਜੀ। Two structures were rolled out. Right. Well, the Senate minority leader used the same playbook that he used back in 2009 when President Bush tried to Barack Obama was in office. And that was just to oppose everything. This is unusual. I'm taping this. This is a helicopter literally landing on the east front of the Capitol. I've never in my life seen this before. I've been up here a long time. Again, a helicopter landing on the east front of the Capitol. A U.S. Park Police helicopter. Oh my Lord. Oh my God. Oh my God, he better be a good pilot with that maneuver. I don't know, man. ਇਹ ਉਪਜੀਤ ਜੀ, ਅਮਰੀਕਾ ਦੀ ਸੰਸਦ ਤੇ ਹਮਲਾ ਹੋਣਾ ਇੱਕ ਬਹੁਤ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ, ਕਿਉਂਕਿ ਸਿਕਿਉਰਿਟੀ ਉੱਥੇ ਬਹੁਤ ਹੁੰਦੀ। ਕੋਈ ਜਾਨੀ ਨੁਕਸਾਨ ਹੋਇਆ? ਕੌਣ ਸੀ ਇਹ ਬੰਦੇ? ਜੀ ਦੇਖੋ, ਉਹਦਾ ਮਕਸਦ ਪਤਾ ਨਹੀਂ ਹੈ, ਪਰ ਬੰਦੇ ਨੇ ਕਾਰ ਬਹੁਤ ਤੇਜ਼ ਰਫ਼ਤਾਰ ਲੈ ਕੇ ਗਿਆ, ਉਹ ਬੈਰੀਕੇਡਿੰਗ ਦੇ ਵਿੱਚ ਮਾਰੀ, ਦਰੜ ਤੇ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ 2 ਜਣੇ ਦਰੜੇ, ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਬਾਅਦ ਦੇ ਵਿੱਚ ਜਿਹੜੀ ਫਾਇਰਿੰਗ ਕੀਤੀ ਗਈ ਸਿਕਿਉਰਿਟੀ ਗਾਰਡਸ ਵੱਲੋਂ ਉੱਥੇ ਉਹਦੇ ਵੱਲੋਂ ਪੁਲਿਸ ਵਾਲਿਆਂ ਵੱਲੋਂ, ਤੇ ਉਹ ਬੰਦਾ ਵੀ ਜਿਹੜਾ ਗੰਭੀਰ ਜ਼ਖਮੀ ਹੋ ਗਿਆ ਸੀ, ਉਸਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਇਹ ਜਿਹੜਾ ਘਟਨਾਕ੍ਰਮ ਸਾਹਮਣੇ ਆਇਆ, ਹਾਲਾਂਕਿ ਮੰਤਵ ਪਤਾ ਨਹੀਂ ਲੱਗ ਸਕਿਆ, ਉਹਦੀ ਪਛਾਣ ਵੀ ਜ਼ਾਹਰ ਨਹੀਂ ਕੀਤੀ ਗਈ। ਹਾਂ, ਉਹਦੀ ਗੱਡੀ ਦੇ ਵਿੱਚੋਂ ਇੱਕ ਛੁਰਾ ਜ਼ਰੂਰ ਬਰਾਮਦ ਹੋਇਆ। ਕਾਰਨ ਕੀ ਸੀ, ਕੌਣ ਸੀ ਉਹ? ਟਰੰਪ ਸਮਰਥਕ ਸੀ ਜਾਂ ਜੋ ਬਾਈਡਨ ਦੇ ਕੋਈ ਪ੍ਰਤੀ ਰੋਸ ਰੱਖਦਾ ਸੀ, ਜਾਂ ਕਿ ਕੋਈ ਹੋਰ ਜਿਹੜੀ ਉਹਨੂੰ ਮਾਨਸਿਕ ਪਰੇਸ਼ਾਨੀ ਸੀ? ਇਹਨਾਂ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਪੜਤਾਲ ਹੋਊਗੀ ਕਿ ਆਖਰ ਕੀ ਕਾਰਨ ਸੀ ਕਿ ਜਿਹੜਾ 6 ਜਨਵਰੀ ਨੂੰ ਜੋ ਘਟਨਾਕ੍ਰਮ ਵਾਪਰਿਆ ਸੀ ਅਮਰੀਕਾ ਦੀ ਸੰਸਦ ਤੇ ਹਮਲਾ ਹੋਇਆ ਸੀ, ਉਸ ਤੋਂ ਬਾਅਦ ਇਹ ਦੁਬਾਰਾ ਇਹ ਘਟਨਾ ਵਾਪਰਦੀ ਹੈ। ਇੱਕ ਸ਼ਖਸ ਜਿਹਦਾ ਉਸ ਰਾਹ ਨਾਲ ਕੋਈ ਲੈਣਾ ਦੇਣਾ ਨਹੀਂ, ਅਚਾਨਕ ਉੱਥੇ ਤੇਜ਼ ਰਫ਼ਤਾਰ ਗੱਡੀ ਲੈ ਕੇ ਆ ਜਾਂਦਾ। ਬਿਲਕੁਲ ਜੀ। ਇੱਕ ਦਰਸ਼ਕ ਨੇ ਉਪਜੀ ਜੀ ਕਾਲ ਕੀਤੀ ਸੀ ਕਿ ਜਿਹੜਾ ਉਹ ਟਾਇਰ ਜਿਹੜੀ ਗੱਡੀ ਦੀ ਛੱਤ ਦੇ ਵਿੱਚ ਵੱਜਿਆ ਸੀ, ਉਹ ਇੱਕ ਵਾਰ ਜਿਹੜੀਆਂ ਤਸਵੀਰਾਂ ਟੈਕਨੀਕਲ ਟੀਮ ਨੂੰ ਗੁਜ਼ਾਰਿਸ਼ ਹੈ ਦੁਬਾਰੇ ਉਪਜੀ ਜੀ, ਇਹ ਉਹ ਗੱਡੀ ਹੈ ਜਿੱਥੇ ਟਾਇਰ ਵੱਜਿਆ। ਪਰ ਇੱਕ ਚੀਜ਼ ਜਿਹੜਾ ਦੁਬਾਰੇ ਇਹ ਦੱਸੋ ਜੀ, ਟਾਇਰ ਖੁੱਲਿਆ, ਇਹ ਆਪਾਂ ਦੇਖਦੇ ਹਾਂ ਵੀ ਜਾਂ ਤਾਂ ਉਹਨੇ ਬੋਨਟ ਵਿੰਗਾ ਕਰ ਸਕਦਾ ਸੀ ਥੋੜਾ ਜਿਹਾ ਵੈਸੇ ਹੋਰ, ਪਰ ਇਹ ਐਂ ਲੱਗਦਾ ਜਿਵੇਂ ਗਾਡਰ ਉਤਲੇ ਪਾਸੇ ਵੱਜੀ ਹੁੰਦੀ ਹੈ, ਜਿਵੇਂ ਉਹਨੂੰ ਪਾੜ ਦਿੱਤਾ ਛੱਤ ਨੂੰ। ਇਹ ਟਾਇਰ ਵੀ ਇੰਨੀ ਤੇਜ਼, ਇਹਦੀ ਸਪੀਡ ਜ਼ਿਆਦਾ ਸੀ ਜਾਂ ਫਿਰ ਉਹ ਛੱਤ ਕਿਵੇਂ ਪਾੜ ਗਈ ਜੀ ਲੋਹੇ ਦੀ ਟਾਇਰ ਨਾਲ? ਮਸਲਾ ਇਹ ਹੈ ਕਿ ਕਿਸੇ ਗੱਡੀ ਦਾ ਟਾਇਰ, ਹਾਈਵੇ 401 ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਬਹੁਤ ਵੱਡੀ ਸੜਕ ਹੈ, ਹੁਣ ਕਿੱਥੇ ਗੱਡੀ ਦਾ ਕਿਹੜੀ ਦਾ ਖੁੱਲ ਗਿਆ ਟਾਇਰ ਤੇ ਉਹ ਇੰਨੀ ਤੇਜ਼ੀ ਨਾਲ ਬੁੜਕ ਕੇ ਇੱਕ ਉਹਨੇ ਟੱਪਾ ਕਹਿਨੂੰ ਡਿੱਕ ਖਾਦੀ ਤੇ ਉਹ ਆ ਕੇ ਬੋਨਟ ਤੇ ਤਾਂ ਟੱਚ ਨਹੀਂ ਕੀਤਾ, ਸਿੱਧਾ ਵਿੰਡਸ਼ੀਲਡ ਦੇ ਉੱਪਰਲੇ ਹਿੱਸੇ ਤੇ ਆ ਕੇ ਲੱਗਿਆ। ਉਹਦੇ ਵਿੱਚ ਦੇਖੀ ਆਪਾਂ ਜੇ ਲੀਜ਼ਾ ਮੈਕਨੀਲ ਨੇ, ਆਪਾਂ ਉਹਦੀ ਦਿਖਾਈ ਵੀ ਹੈ, ਦਰਸ਼ਕਾਂ ਦੇ ਨਾਲ ਸਾਂਝਾ ਵੀ ਕੀਤਾ ਕਿ ਕਿਸ ਤਰੀਕੇ ਨਾਲ ਮਸਾਂ ਹੀ ਬਚੀ ਆ ਉਹ ਡਰਾਈਵਰ ਸੀਟ ਤੋਂ। ਦੇਖ ਲਓ ਆਪਾਂ ਇੱਧਰ ਬਿਲਕੁਲ ਆ ਡਰਾਈਵਰ ਸੀਟ ਹੈ, ਤੇ ਜੇ ਉਹ ਮਤਲਬ ਪਿੱਛੇ ਨਾ ਹਟਦੀ ਤਾਂ ਸ਼ਾਇਦ ਜਿਹੜਾ ਇਹ ਨੁਕਸਾਨ ਹੈ ਜਿਹੜਾ ਬਹੁਤ ਭਾਰੀ ਹੋ ਸਕਦਾ ਸੀ, ਜਾਨੀ ਨੁਕਸਾਨ। ਹਾਲਾਂਕਿ ਚਲੋ ਉਹਦੀ ਗੱਡੀ ਦਾ
ਨੁਕਸਾਨ ਤਾਂ ਉਹ ਬਰਦਾਸ਼ਤ ਕਰ ਲੂਗੀ, ਉਹ ਕੋਈ ਵੱਡੀ ਗੱਲ ਨਹੀਂ ਹੈ ਇਹਦੇ ਵਿੱਚ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਵਰਗੇ ਜੇ ਆਪਾਂ ਗੱਲ ਕਰ ਲਈ ਜਾਵੇ ਕਿ ਵਿਕਸਿਤ ਮੁਲਕ ਦੇ ਵਿੱਚ ਜਿੱਥੇ ਬਹੁਤ ਹੀ ਜਿਹੜਾ ਟ੍ਰੈਫਿਕ ਰੂਲਸ ਸਖਤ ਨੇ, ਗੱਡੀਆਂ ਦੀ ਮੇਨਟੇਨੈਂਸ ਬਾਰੇ ਜਿਹੜੇ ਰੂਲਸ ਬਹੁਤ ਜ਼ਿਆਦਾ ਸਖਤ ਨੇ, ਉੱਥੇ ਵੀ ਕਿਸੇ ਨਾ ਕਿਸੇ ਗੱਡੀ ਦਾ ਪਹੀਆ ਖੁੱਲ ਕੇ ਆਪਾਂ ਕਹਿ ਸਕਦੇ ਹਾਂ ਨੁਕਸਾਨ ਕਰ ਸਕਦਾ। ਅਗਲੇ ਪਾਸੇ ਪੰਜਾਬ ਦੀ ਇੱਕ ਹੋਰ ਅਹਿਮ ਗੱਲ ਹੈਗੀ ਹੈ ਜੀ, ਕੈਪਟਨ ਸਰਕਾਰ ਕਹਿੰਦੀ ਹੈ, ਕੈਪਟਨ ਸਾਹਿਬ ਕਹਿ ਰਹੇ ਮੁੱਖ ਮੰਤਰੀ ਸਾਹਿਬ ਵੀ ਸ਼ਨੀਵਾਰ ਨੂੰ ਬੰਦੇ ਬਹੁਤ ਮਿਲਦੇ ਆ ਆਪਸ ਵਿੱਚ, ਜਾਂ ਤਾਂ ਉਹ 6 ਦਿਨ ਤਾਂ ਜਿਹੜੇ ਦਫ਼ਤਰਾਂ ਦੇ ਵਿੱਚ ਰਹਿੰਦੇ ਆ ਤੇ ਸ਼ਨੀਵਾਰ ਵਾਲੇ ਦਿਨ ਉਹ ਭੜਾਸ ਕੱਢਦੇ ਆ ਪੂਰੀ, ਤੇ ਸ਼ਨੀਵਾਰ ਨੂੰ ਜਾਂ ਵੀਕਐਂਡ ਤੇ ਆਪਾਂ ਉਹ ਕਹਿੰਦੇ ਵੀ ਲੋਕਡਾਊਨ ਆਪਾਂ ਲਾ ਦੇਣਾ ਪੰਜਾਬ ਦੇ ਵਿੱਚ, ਲਾ ਦੇਣਾ ਤੇ ਕਦੋਂ ਤੋਂ ਲੱਗ ਸਕਦਾ ਇਹਦੇ ਬਾਰੇ ਦੱਸ ਦਿਓ। ਦੇਖੋ ਆਪਾਂ ਕਹਿ ਸਕਦੇ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਜੀ, ਇਹ ਜਿਹੜੀ ਆਪਾਂ ਘੁਰਕੀ ਪਹਿਲਾਂ ਵੀ ਮਾਰ ਚੁੱਕੇ ਨੇ, ਪਿਛਲੇ ਸਾਲ ਵੀ ਆਪਾਂ ਦਿਖਾਈ ਸੀ, ਅਗਸਤ ਦੇ ਐਂਡ ਦੀ ਗੱਲ ਹੈ ਸ਼ਾਇਦ, ਪਰ ਉਸ ਤੋਂ ਬਾਅਦ ਗੱਲ ਆਈ ਗਈ ਹੋਗੀ ਤੇ ਚਲੋ ਹੁਣ ਦੁਬਾਰਾ ਜਿਹੜਾ ਸੁਚੇਤ ਕੀਤਾ ਗਿਆ। ਪਰ ਉਹਨਾਂ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੱਲ ਫੇਰ ਅਕਾਲੀ ਦਲ ਨੇ ਇੱਕ ਵੱਡੀ ਰੈਲੀ ਕੀਤੀ ਹੈ ਅਟਾਰੀ ਵਿਖੇ, ਦੂਜੀ ਰੈਲੀ, ਬਿਲਕੁਲ ਹਾਂਜੀ, ਪਹਿਲਾਂ ਜਿਹੜੀ ਹੋਰ ਸੀ ਇਹ ਗੁਲਜ਼ਾਰ ਸਿੰਘ ਰਣੀਕੇ ਨੇ ਜਿਹੜੇ ਸਾਬਕਾ ਮੰਤਰੀ, ਉਹਨਾਂ ਨੂੰ ਦੁਬਾਰਾ ਉਮੀਦਵਾਰ ਐਲਾਨਿਆ। ਇਹ ਗੱਲਾਂ ਫਿਰ ਨਾ ਹੀ ਉੱਥੇ ਸੁਖਬੀਰ ਸਿੰਘ ਬਾਦਲ ਨੇ ਫੇਰ ਦੁਬਾਰਾ ਮਾਸਕ ਪਾਇਆ ਹੋਇਆ ਸੀ, ਉਹਨਾਂ ਨੂੰ ਟੋਕਣ ਦੀ ਹਿੰਮਤ ਕਿਉਂ ਨਹੀਂ ਕਰ ਰਹੇ ਕੈਪਟਨ ਅਮਰਿੰਦਰ ਸਿੰਘ? ਉਹਨਾਂ ਨੂੰ ਵੀ ਟੋਕਣਾ ਚਾਹੀਦਾ ਹੈ ਕਿ ਤੁਸੀਂ ਇੱਕ ਫਲਾਣੀ ਪਾਰਟੀ ਹੈ, ਗੱਲਾਂ 'ਚ ਹੀ ਸੁਣਾ ਸਕਦੇ, ਬਿਲਕੁਲ ਹਾਂ, ਨਾਮ ਲੈਣਾ ਚਾਹੀਦਾ ਹੈ। ਇਹਨਾਂ ਨੂੰ ਲੋਕ ਤਾਂ ਦਿਸ ਰਹੇ ਨੇ ਸੈਟਰਡੇ ਸੰਡੇ ਨੂੰ ਘਰੇ ਬੈਠਦੇ ਨੇ ਜੀ, ਉਹ ਆਂਢ ਗੁਆਂਢ ਦੇ ਵਿੱਚ ਜਾਂਦੇ ਨੇ, ਠੀਕ ਹੈ, ਬਿਲਕੁਲ ਜਾਂਦੇ ਨੇ, ਕੋਈ ਛੁੱਟੀ ਹੁੰਦੀ ਹੈ ਬੰਦਿਆਂ ਨੂੰ, ਕੋਈ ਨਾ ਕੋਈ ਆਪਣਾ ਫੰਕਸ਼ਨ ਵੀ ਕਰਦੇ ਨੇ ਜਾਂ ਸਮਾਜਿਕ ਮੇਲ ਮਿਲਾਪ ਹੁੰਦਾ ਹੈ, ਪਰ ਉਹ ਦੂਜੇ ਇਹਨਾਂ ਚੀਜ਼ਾਂ ਨੂੰ ਚਲੋ ਮੌਜੂਦਾ ਹਾਲਾਤ ਦੇ ਵਿੱਚ ਰੋਕਿਆ ਜਾਣਾ ਚਾਹੀਦਾ ਹੈ, ਪਰ ਉਹ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਕਿਉਂ ਕੋਈ ਕਦਮ ਨਹੀਂ ਚੁੱਕਿਆ ਜਾਂਦਾ? ਕਿਉਂ ਕੋਈ ਹਦਾਇਤ ਨਹੀਂ ਦਿੱਤੀ ਜਾਂਦੀ ਕਿ ਅਕਾਲੀ ਦਲ ਕਿਵੇਂ ਰੈਲੀਆਂ ਕਰ ਰਿਹਾ ਹੈ? ਇੱਕ ਪਹਿਲਾਂ ਆਪਾਂ ਰੈਲੀ ਦਾ ਕੱਲ ਜ਼ਿਕਰ ਕੀਤਾ ਜੀ, ਹੁਣ ਦੁਬਾਰਾ ਫੇਰ ਹੋ ਗਈ ਹੈ ਉੱਥੇ ਅਟਾਰੀ, ਸੌਰੀ ਹਾਂਜੀ, ਤੇ ਉੱਥੇ ਫੇਰ ਇਹ ਹੁਣ ਜਦੋਂ ਇਕੱਠ ਹੋ ਰਿਹਾ ਬਗੈਰ ਮਾਸਕ ਤੋਂ ਲੋਕ ਬੈਠੇ ਨੇ, ਕਿਸੇ ਕਿਸੇ ਨੇ ਲਾਇਆ ਹੋਇਆ, ਇਹ ਨਹੀਂ ਕਿ ਸਾਰਿਆਂ ਨੇ ਨਹੀਂ ਲਾਇਆ ਹੋਇਆ, ਪਰ ਮੈਜੋਰਿਟੀ ਜੇ ਆਪਾਂ ਕਹੀਏ 60% ਲੋਕਾਂ ਨੇ ਮਾਸਕ ਨਹੀਂ ਲਾਇਆ, ਨਹੀਂ ਪਹਿਨਿਆ, ਫਿਰ ਉੱਥੇ ਕਰੋਨਾ ਕੀ ਨਹੀਂ ਫੈਲਦਾ? ਲੋਕ ਨਜ਼ਰ ਆ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਹੈ ਕਿ ਜੀ ਹਾਂਜੀ ਆਪਸ ਵਿੱਚ ਮਿਲਦੇ ਨੇ, ਜਿਹੜਾ ਤੁਸੀਂ ਗੱਲ ਕੀਤੀ ਹੈ। ਫਿਰ ਇਹ ਜੇ ਰੈਲੀ ਦੇ ਵਿੱਚ ਕੀ ਕਰ ਰਹੇ ਨੇ? ਉਹ ਰੈਲੀ ਦੇ ਵਿੱਚ ਕੀ ਉਹ ਸੋਸ਼ਲ ਡਿਸਟੈਂਸਿੰਗ ਹੈਗੀ ਸੀ 2-2 ਮੀਟਰ ਦੀ? ਕੀ ਉਹ 2-2 ਮੀਟਰ ਦੇ ਫਾਸਲੇ ਦੇ ਬੈਠੇ ਸੀ? ਬਿਲਕੁਲ ਨਹੀਂ ਹੈਗਾ। ਤੁਸੀਂ ਸਟੇਜ ਤੇ ਹੀ ਦੇ ਸਕਦੇ ਹੋ, ਜਿਹੜਾ ਸਟੇਜ ਤੇ ਇਕੱਠ ਹੈ ਬਹੁਤ ਜ਼ਿਆਦਾ ਹੈ, ਤੇ ਜਦੋਂ ਸੁਖਬੀਰ ਸਿੰਘ ਬਾਦਲ ਗੁਲਜ਼ਾਰ ਸਿੰਘ ਰਣੀਕੇ ਦੀ ਉਮੀਦਵਾਰੀ ਦਾ ਐਲਾਨ ਕਰ ਦਿੰਦੇ ਤਾਂ ਦੋਵਾਂ ਬਗੈਰ ਮਾਸਕ ਤੋਂ ਔਰ ਦੋਵੇਂ ਜੱਫੀ ਪਾਈ ਹੋਈ ਹੈ ਦੋਵਾਂ ਨੇ ਜੀ। ਇਹ ਹੁਣ ਰੂਲ ਤਾਂ ਫਿਰ ਸਾਰਿਆਂ ਤੇ ਹੀ ਲਾਗੂ ਹੋਣੇ ਚਾਹੀਦੇ ਨੇ, ਇਹ ਸਾਰਿਆਂ ਤੇ ਹੀ ਲਾਗੂ ਕੀਤੇ ਜਾਣ। ਕੀ ਉਡੀਕ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਕਿ ਹਾਂਜੀ ਅਕਾਲੀ ਦਲ ਆਪਣੀਆਂ ਰੈਲੀਆਂ ਜਦੋਂ ਨਿਬੇੜ ਲੂਗਾ, ਜਦੋਂ ਸਾਰੀਆਂ ਨਿਬੜ ਜਾਣਗੀਆਂ, ਜਦੋਂ ਸੁਖਬੀਰ ਸਿੰਘ ਬਾਦਲ ਨਿਬੇੜ ਦੇਣਗੇ ਹਾਂਜੀ ਸਾਰੇ ਉਮੀਦਵਾਰ ਮੈਂ ਐਲਾਨ ਤੇ, ਫਿਰ ਅਸੀਂ ਲਾਕਡਾਊਨ ਲਾ ਦਾਂਗੇ ਜੀ, ਫਿਰ ਲਾਕਡਾਊਨ ਲਾ ਦਾਂਗੇ, ਫਿਰ ਅਸੀਂ ਫਿਰ ਕਹਿ ਦਾਂਗੇ ਨਾ ਜੀ ਹੁਣ ਮਾਮਲੇ ਘਟਣ ਲੱਗ ਗਏ, ਹੁਣ ਅਸੀਂ ਦੁਬਾਰੇ ਹੁਣ ਅਸੀਂ ਰੈਲੀਆਂ ਸ਼ੁਰੂ ਕਰਨੀਆਂ। ਫਿਰ ਕਾਂਗਰਸ ਨੇ ਵੀ ਕਰਨੀਆਂ ਹੀ ਨੇ, ਹੁਣ ਪਹਿਲਾਂ ਆਮ ਆਦਮੀ ਪਾਰਟੀ ਨੇ ਕਰ ਲਈ, ਹੁਣ ਅਕਾਲੀ ਦਲ ਵਾਲੇ ਕਰ ਰਹੇ ਨੇ, ਫਿਰ ਕਾਂਗਰਸ ਕਹੂਗੀ ਹਮ ਵੀ ਪਿੱਛੇ ਕਿਉਂ ਰਹੇ, ਅਸੀਂ ਕਿਉਂ ਪਿੱਛੇ ਰਹੀਏ ਬਈ, ਸਾਡੀ ਵੀ ਹੱਕ ਬਣਦਾ। ਫਿਰ ਉਹ ਕੁਝ 2-4 ਹਫ਼ਤੇ ਦਾ 2 ਹਫ਼ਤੇ ਦਾ ਲਾਕਡਾਊਨ ਲਾ ਕੇ ਫਿਰ ਕਹਿ ਦੇਣਗੇ ਨਹੀਂ ਜੀ ਹੁਣ ਲੋਕ ਸੁਧਰ ਗਏ ਨੇ, ਹੁਣ ਕਾਂਗਰਸ ਦੀਆਂ ਰੈਲੀਆਂ ਦੀ ਵਾਰੀ ਆਈ ਹੈ। ਬਿਲਕੁਲ ਜੀ, ਇਹ ਅਭਿਜੀਤ ਜੀ ਬਸ ਇਹੀ ਡਰ ਸੀਗਾ। ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਅਮੀਰ ਬੰਦਾ ਹੁੰਦਾ ਉਹ ਤਾਂ ਡਰਦਾ ਕਿ ਹਾਏ ਕਰੋਨਾ ਨਾ ਹੋ ਜੇ, ਤੇ ਜਿਹੜਾ ਗਰੀਬ ਆ ਉਹ ਡਰਦਾ ਕਿਤੇ ਲੋਕਡਾਊਨ ਨਾ ਹੋ ਜੇ, ਮਰ ਜਾਾਂਗੇ। ਕਿਉਂਕਿ ਜਿਹੜਾ 300 ਰੁਪਇਆ 400 ਰੁਪਇਆ ਜਿਹਨੇ ਦਿਹਾੜੀ ਕਰਨੀ ਆ, ਉਹਨਾਂ ਨੇ ਕਿਸ਼ਤਾਂ ਤੇ ਮੋਟਰਸਾਈਕਲ ਵੀ ਲਏ ਆ, ਤੇ ਕਿਸ਼ਤ ਉਹ ਤਾਂ ਹੀ ਭਰ ਸਕਣਗੇ ਜੇ ਉਹ ਡੇਲੀ ਦਿਹਾੜੀ ਤੇ ਜਾਣਗੇ। ਪਿਛਲੇ ਵਾਰ ਵੀ ਦਿਵਾਲਾ ਉਹਨਾਂ ਦਾ ਰੱਜ ਕੇ ਨਿਕਲਿਆ ਜੀ, ਕੋਈ ਉਹ ਤਾਂ ਬਾਅਦ ਦੇ ਵਿੱਚ ਉਪਜੀਤ ਜੀ ਜਦੋਂ ਕਾਫੀ ਟਾਈਮ ਨਿਕਲ ਗਿਆ ਸੀ ਨਾ, ਫਿਰ ਰਸਦ ਰਾਸ਼ਨ ਜਿਹੜੀ ਹੈਗੀ ਉਹ ਪਹੁੰਚਣੀ ਕਈਆਂ ਥਾਵਾਂ ਤੇ ਸ਼ੁਰੂ ਹੋਈ ਹੈ। ਬਿਲਕੁਲ ਆਪਾਂ ਸਾਂਝੇ ਕੀਤੇ ਆ ਬਿਲਕੁਲ ਵੀਡੀਓ ਕਿ ਰਾਸ਼ਨ ਪਹੁੰਚ ਹੀ ਨਹੀਂ ਰਿਹਾ। ਬਿਲਕੁਲ ਜੇ ਇਹ ਹੁਣ ਹਾਲਾਤ, ਚਲੋ ਹੁਣ ਗੱਲ ਕੀਤੀ ਜਾ ਰਹੀ ਹੈ ਕਿ ਕੱਲਾ ਸੈਟਰਡੇ ਸੰਡੇ ਦਾ ਲਾਕਡਾਊਨ ਲੱਗੂਗਾ, ਪਰ ਉਹ ਵਿਚਾਰੇ ਕੀ ਕਰਨਗੇ ਜਿਹੜੇ ਦਿਹਾੜੀ ਕਰਕੇ ਰੋਜ਼ਾਨਾ ਖਾਂਦੇ ਨੇ? ਹੋ ਸਕਦਾ ਉਹਨਾਂ ਦੀ ਦਿਹਾੜੀ ਸੋਮਵਾਰ ਨੂੰ ਪਹਿਲਾਂ ਹੀ ਨਾ ਲੱਗੀ ਹੋਵੇ ਤੇ ਮੰਗਲਵਾਰ ਨੂੰ ਪਹਿਲਾਂ ਹੀ ਨਾ ਲੱਗੀ ਹੋਵੇ, ਉਧਰੋਂ ਤੁਸੀਂ ਸੈਟਰਡੇ ਸੰਡੇ ਤੁਸੀਂ ਬੰਦ ਕਰਤਾ ਹੋਇਆ, ਉਹ ਵਿਚਾਰਾ ਕਿੱਧਰ ਜਾਊਗਾ? ਰੈਲੀਆਂ ਦੀ ਫੀਸ ਵਧਾਉਣ ਫਿਰ ਜੀ। ਜੀ ਜੀ ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ, ਜੀ ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਕਾਲ ਕੀਤੀ ਤੁਹਾਨੂੰ, ਸਰਜੀਤ ਬਰੈਂਪਟਨ ਤੋਂ ਬੋਲ ਰਿਹਾ ਜੀ। ਸਰਜੀਤ ਜੀ ਹਾਂਜੀ, ਮੈਂ ਤੁਸੀਂ ਹੁਣ ਖਬਰ ਸਾਂਝੀ ਕਰ ਰਹੇ ਸੀ ਵੀ ਜਿਹੜਾ ਉਹ ਲਾਕਡਾਊਨ ਲਾ ਰਹੇ ਆ ਵੀਕਐਂਡ ਦੇ ਕੈਪਟਨ ਸਾਹਿਬ, ਇਹ ਤਾਂ ਜੀ ਜਿਵੇਂ ਆਪਣੇ ਕਹਾਵਤ ਹੁੰਦੀ ਹੈ ਨਾ ਵੀ ਤਗੜੇ ਦਾ 37 20 100, ਉਹ ਗੱਲ ਹੈ। ਇਹ ਆਪਦੇ ਤਾਂ ਰੂਲ ਕੋਈ ਫੋਲੋ ਨਹੀਂ ਕਰਦੇ ਤੇ ਜਨਤਾ ਨੂੰ ਇਹਨਾਂ ਨੇ ਵੀ ਹਾਂ ਤੁਸੀਂ ਇਕੱਠ ਨਹੀਂ ਕਰਨਾ, ਆਹ ਨਹੀਂ ਕਰਨਾ। ਹੁਣ ਤੁਸੀਂ ਵੇਖ ਲਓ ਕਿੰਨੀਆਂ ਰੈਲੀਆਂ ਹੋ ਰਹੀਆਂ, ਕਿਹੜਾ ਉੱਥੇ ਸੋਸ਼ਲ ਡਿਸਟੈਂਸ ਰੱਖ ਰਿਹਾ, ਕਿਹੜਾ ਮਾਸਕ ਪਾ ਰਿਹਾ, ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ ਕੋਈ।
ਜੀ ਜੀ ਬਿਲਕੁਲ ਆਮ ਲੋਕਾਂ ਦੇ ਰੂਲ ਚੜਾਈ ਜਾਂਦੇ ਆ ਡੰਡਾ ਵੀ ਹਾਂ ਵੀ ਐ ਕਰੋ। ਕਿੰਨੇ ਲੋਕਾਂ ਦੇ ਚਲਾਨ ਕੱਟ ਰਹੇ ਆ, ਦੇਣਾ ਤਾਂ ਕੀ ਹੈ ਇਹਨਾਂ ਨੇ। ਤੁਸੀਂ ਇਹ ਸਮਝ ਨਹੀਂ ਆਉਂਦੀ ਵੀ ਇਹ ਕੀ ਕਰ ਕੀ ਰਹੇ ਆ। ਬਿਲਕੁਲ ਜੀ, ਸ਼ੁਕਰੀਆ ਸਰਬਜੀਤ ਜੀ। ਉਪਜੀਤ ਜੀ, ਇੱਕ ਗੱਲ ਇਹਨਾਂ ਨੇ ਪਾਰਟੀ ਵਾਲੀ ਗੱਲ ਹੈ ਤੇ ਉਹਦੇ ਚੋਂ ਮੈਂ ਨਾ ਓਨਟਾਰੀਓ ਦੀ ਗੱਲ ਇੱਕ ਛੋਟੀ ਜਿਹੀ ਦੁਬਾਰੇ ਕਰਨਾ ਚਾਹੁੰਦਾ। ਡਾਕਟਰ ਸਾਹਿਬ ਨੇ ਕਹਿਤਾ ਵੀ ਇੱਕ ਤਾਂ ਵਿਆਹ ਸ਼ਾਦੀ ਤੇ ਜਾਂ ਕੋਈ ਅੰਤਿਮ ਕਿਰਿਆਵਾਂ ਜਿਹੜੀਆਂ ਕਰਨੀਆਂ, ਇਹ ਦੋਵਾਂ ਨੂੰ ਮੈਂ ਛੱਡਤਾ ਤੇ ਬਾਕੀ ਵੀ ਕੋਈ ਬੰਦੇ ਹੁਣ ਇਕੱਠੇ ਨਾ ਬੈਠੋ। ਇਹਦੇ ਵਿੱਚ ਫਿਰ ਲੋਕਾਂ ਨੇ ਇਹ ਵੀ ਤਾਂ ਰਾਹ ਕੱਢ ਹੀ ਲੈਣਾ ਨਾ। ਜਿਵੇਂ ਪਹਿਲਾਂ ਖਬਰਾਂ ਆਈਆਂ ਸੀ 10-15 ਬੰਦੇ ਰਾਤ ਨੂੰ ਬਹਿ ਜਾਂਦੇ, ਉਹ ਕਹਿੰਦੇ ਵੀ ਆਹ ਵੇਖੋ ਮੁੰਡੇ ਦੀ ਅੱਜ ਅੰਗੇਜਮੈਂਟ ਹੋਈ ਹੈ ਜੀ ਤੇ ਉਹਦੀ ਖੁਸ਼ੀ ਦੇ ਵਿੱਚ ਅਸੀਂ ਇਹ ਕੰਮ ਕਰ ਰਹੇ ਹਾਂ। ਜੇ ਛਾਪਾ ਪੈ ਵੀ ਜਾਵੇ, ਰਾਹ ਤਾਂ ਹੁਣ ਜਿਨ੍ਹਾਂ ਨੇ ਕੱਢਣਾ ਉਹ ਤਾਂ ਕੱਢ ਹੀ ਲੈਣਗੇ ਇਸ ਤਰੀਕੇ ਦੇ। ਉਹ ਚੱਲਣਾ ਨਹੀਂ ਨਾ ਜੀ ਰਾਹ, ਉਹ ਕੈਨੇਡਾ ਹੈ। ਅੱਛਾ ਜੀ, ਆਪਾਂ ਕਹਿ ਸਕਦੇ ਹਾਂ ਕੈਨੇਡਾ ਦਾ ਇੱਕ ਹਿੱਸਾ ਹੈ ਓਨਟਾਰੀਓ, ਇੱਕ ਸਟੇਟ ਹੈ ਜੋ ਉੱਥੇ ਜਿਹੜਾ ਲੋਕਡਾਊਨ ਲਾਇਆ ਗਿਆ ਹੈ ਉਹ ਕਿਸੇ ਮੰਤਵ ਵਾਸਤੇ ਲਾਇਆ ਗਿਆ ਕਿ ਆਹ ਕੰਮ ਤਾਂ ਬਿਲਕੁਲ ਤੁਸੀਂ ਕਰਨੇ। ਸੋਸ਼ਲ ਗੈਦਰਿੰਗਸ ਤੇ ਤਾਂ ਜਮਾ ਹੀ ਰੋਕ ਹੈ। ਬਾਹਰ ਵੀ ਜਿਹੜੀਆਂ ਆਊਟਡੋਰ ਗੈਦਰਿੰਗਸ ਵੀ 5 ਤੋਂ ਵੱਧ ਬੰਦੇ ਨਹੀਂ ਹੋਣੇ ਚਾਹੀਦੇ। 5 ਬੰਦੇ ਤੋਂ ਵੱਧ ਹੋ ਗਏ ਉਹਨਾਂ ਨੂੰ ਵੀ ਫਿਰ ਜੁਰਮਾਨਾ ਜਿਹੜੀ ਟਿਕਟ ਦੇ ਦਿੱਤੀ ਜਾਣੀ ਹੈ। ਪਰ ਦੇਖੋ ਰੋਕੇ ਤਾਂ ਪਿਛਲੇ ਸਮੇਂ ਦੌਰਾਨ ਵੀ ਨਹੀਂ। ਕੋਈ ਜਿਹੜੇ ਹੁੰਦੇ ਨੇ ਲੋਕ ਹਰ ਵਰਗ ਹਰ ਤਰ੍ਹਾਂ ਦੇ ਲੋਕ ਮਿਲ ਜਾਂਦੇ ਨੇ। ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਪਾਰਟੀ ਕਰਨੀ ਹੈ, ਚਾਹੇ ਨੌਜਵਾਨ ਹੋਣ ਚਾਹੇ ਜਿਹੜੀ ਵੀ ਉਮਰ ਦੇ ਹੋਣ। ਉਹ ਟਲਦੇ ਨਹੀਂ ਹੈਗੇ ਤੇ ਉਹਨਾਂ ਨੂੰ ਫਿਰ ਜੁਰਮਾਨੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਨੇ ਤੇ ਇਸ ਦੌਰਾਨ ਵੀ ਕੀਤੇ ਜਾਣਗੇ। ਬਿਲਕੁਲ ਜਿਹੜੀਆਂ ਲਾਅ ਐਨਫੋਰਸਮੈਂਟ ਜਿਹੜੀਆਂ ਏਜੰਸੀਜ਼ ਨੇ, ਬਿਲਕੁਲ ਜਿਹੜੇ ਉੱਥੇ ਸਥਾਨਕ ਪੁਲਿਸ ਹੈ ਜਾਂ ਹੋਰ ਜਿਹੜੇ ਬਾਇਲਾ ਆਫੀਸਰਸ ਨੇ, ਉਹ ਇਹ ਕੰਮ ਕਰਨਗੇ ਤੇ ਬਿਲਕੁਲ ਰੋਕਿਆ ਜਾਊਗਾ। ਬਿਲਕੁਲ ਜੀ। 3 ਮਿੰਟ ਰਹਿ ਗਏ ਉਪਜੀਤ ਜੀ, ਦੋ ਖਬਰਾਂ ਹੈਗੀਆਂ ਛੇਤੀ ਆਪਾਂ ਕੱਢ ਦਈਏ। ਇੱਕ ਤਾਂ ਰਕੇਸ਼ ਟਕੈਤ ਸਾਹਿਬ, ਇੱਕ ਆਪਾਂ ਪ੍ਰੋਗਰਾਮ 'ਚ ਹੀ ਦੱਸ ਕੇ ਹਟੇ ਸੀ, ਇੱਕ ਪਹਿਲਾਂ ਅਫਵਾਹ ਫੈਲਤੀ ਸੀ ਸੋਸ਼ਲ ਮੀਡੀਆ ਤੇ ਉਹਨਾਂ ਤੇ ਹਮਲਾ ਹੋ ਗਿਆ ਉੜੀਸਾ ਦੇ ਵਿੱਚ, ਉਹ ਤਾਂ ਜੀ ਝੂਠੀ ਸੀਗੀ। ਜਿਹੜਾ ਕੱਲ ਰਾਜਸਥਾਨ ਦੇ ਅਲਵਰ ਦੇ ਵਿੱਚ ਉਹਨਾਂ ਦੀ ਗੱਡੀ ਦੇ ਉੱਪਰ ਉਪਜੀਤ ਜੀ ਹਮਲਾ ਹੋ ਗਿਆ। ਦੱਸਿਆ ਵੀ ਜਾ ਰਿਹਾ ਕਿ ਉੱਥੇ ਗੋਲੀ ਚੱਲੀ ਹੈ। ਛੋਟੀ ਜਿਹੀ ਵੀਡੀਓ ਵਾਇਰਲ ਹੋਈ ਹੈ ਜੀ, ਇੱਕ ਵਾਰ ਉੱਤੇ ਆਪਾਂ ਝਾਤ ਮਾਰ ਲੈਂਦੇ ਫਿਰ ਕਰਦੇ ਹਾਂ वापसी। जिले के बरवाल चौराहे पे राकेश टिकैत जी के गाड़ी पे भाजपा के नेता द्वारा नरेंद्र मोदी किसान विरोधी नेता के द्वारा जानलेवा हमला किया गया है। गाड़ी पे गोली भी चलाई गई है। यहाँ से आप लाइव देख सकते हैं, राकेश टिकैत जी की गाड़ी पे गोली चलाई गई है, पत्थरबाजी की गई है, शाही फेंकी गई है भाजपा के नेताओं के द्वारा। नरेंद्र मोदी द्वारा जो किसान विरोधी है, जनमानस का विरोधी है, देश को बेचने पे तुला है, उसने राकेश टिकैत जी के देश के नेता पे, आपके नेता पे गोली चलवाया है, शाही फेंकवाया है आपके नेता पे। हम यहाँ रोक जाम करके बैठे हैं। जब तक हमें न्याय नहीं मिलेगा तब तक हम ऐसे बैठे रहेंगे यहाँ पे। हमारे साथ अलवर जिले की जनता साथ में है, हम लड़ते रहेंगे और देश की लड़ाएंगे, देश के किसान की लड़ाएंगे और जीतेंगे। अन्नदाता की आवाज दबने नहीं दी जाएगी, अन्नदाता की आवाज उठाई जाएगी। सराम झूठ क्यों ਸਵਾਗਤ ਹੈ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ। ਯਾਦਵਿੰਦਰ ਜੀ, ਮੈਂ ਗੱਲ ਕਰਨੀ ਹੈ ਜੀ ਪੰਜਾਬ ਦੇ ਵਿੱਚ ਜੋ ਰੈਲੀਆਂ ਹੁੰਦੀਆਂ ਪਈਆਂ ਆਪਣੇ ਅਕਾਲੀ ਤੇ ਕਾਂਗਰਸੀ ਤੇ ਆਪ ਵਾਲੇ ਜੀ, ਜਦੋਂ ਤਾਂ ਲੋਕਾਂ ਨੂੰ ਉੱਥੇ ਮਾਰ ਪੈਂਦੀ ਆ, ਕਹਿੰਦੇ ਸਾਡੇ ਨਾਲ ਆਹ ਹੋ ਗਿਆ, ਧੱਕਾ ਹੋ ਗਿਆ, ਐਵੇਂ ਹੋ ਗਿਆ, ਉਵੇਂ ਹੋ ਗਿਆ, ਹਨਾ ਜੀ। ਪਰ ਹੁਣ ਇਹੀ ਲੋਕ ਉਹੀ ਨੇ ਜਿਹੜੇ ਰੈਲੀਆਂ ਵਿੱਚ ਜਾ ਕੇ ਉਹਨਾਂ ਦੇ ਨਾਅਰੇ ਲਾਉਂਦੇ ਆ, ਆਹ ਕਰਦੇ ਉਹ ਕਰਦੇ ਆ, ਤੇ ਇਹਨਾਂ ਦੇ ਕੀ ਬਣੂ? ਇਹ ਕੀ ਚਾਹੁੰਦੇ ਨੇ ਲੋਕ? ਬਿਲਕੁਲ ਜੀ, ਲੋਕਾਂ ਦਾ ਕੋਈ ਸਟੈਂਡ ਹੈਗਾ ਨਹੀਂ। ਇੱਕ ਲੋਕ ਉਹ ਨੇ ਜਿਹੜੇ ਉੱਥੇ ਧਰਨਿਆਂ ਦੇ ਬੈਠੇ ਨੇ, ਹਨਾ। ਬਿਲਕੁਲ ਜੀ, ਜਿਹੜੇ ਆਪਣੇ ਹੱਕਾਂ ਲਈ ਲੜਦੇ ਪਏ ਆ। ਤੇ ਦੂਜੇ ਉਹੀ ਲੋਕ ਨੇ ਜਿਹੜੇ ਉਹਨਾਂ ਦੀ ਰੈਲੀਆਂ 'ਚ ਜਾ ਕੇ ਉਹਨਾਂ ਨੂੰ ਫੇਰ ਸਾਥ ਦੇਈ ਜਾਂਦੇ ਆ, ਏਦਾਂ ਕਰਦੇ ਆ। ਸਮਝ ਨਹੀਂ ਆਉਂਦੀ ਲੋਕਾਂ ਨੂੰ। ਇਹ ਬਹੁਤ ਧੰਨਵਾਦ ਯਾਦਵਿੰਦਰ ਸਿੰਘ ਜੀ। ਜੀ ਠੀਕ ਹੈ, ਥੈਂਕ ਯੂ। ਸ਼ੁਕਰੀਆ ਜੀ। ਜਿਹੜੀ ਗੱਲ ਤੁਹਾਡੀ ਬਹੁਤ ਦਰੁਸਤ ਹੈਗੀ ਹੈ ਜੀ। ਬਹੁਤ ਅਹਿਮ ਸਵਾਲ ਉਠਾਇਆ ਜੀ। ਦੇਖੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਹੁਣ ਤਾਂ, ਮਤਲਬ ਵਾਰੀਆਂ ਬਣ ਲੀਆਂ ਹਰ ਪਿੰਡ ਦੇ ਵਿੱਚ, ਹਰ ਘਰ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ। ਬਕਾਇਦਾ ਤੌਰ ਤੇ ਰਜਿਸਟਰ ਲੱਗੇ ਹੋਏ ਨੇ ਕਿ ਜੀ ਹੁਣ ਆਹ ਇੰਨੇ ਬੰਦਿਆਂ ਨੇ ਜਾਣਾ ਆਹ ਪਿੰਡ ਤੋਂ ਤੇ ਇਹ ਇੰਨੀ ਤਰੀਕ ਤੱਕ ਰਹਿਣਗੇ, ਫਿਰ ਉਹ ਵਾਪਸ ਆ ਜਾਣਗੇ, ਫਿਰ ਉਹ ਇੰਨੇ ਜਾਣਗੇ, ਫਿਰ ਉਹ ਇੰਨੇ ਵਾਪਸ ਆ ਜਾਣਗੇ ਤੇ ਉਹ ਇੰਨੇ ਜਾਣਗੇ। ਹੁਣ ਤਾਂ ਮਤਲਬ ਇੱਕ ਕਹਿ ਸਕਦੇ ਹਾਂ ਪੂਰਾ ਆਪਾਂ ਕਹਿ ਸਕਦੇ ਸ਼ੈਡਿਊਲ ਬਣ ਚੁੱਕਿਆ। ਪਰ ਇਸ ਦੇ ਬਾਵਜੂਦ ਵੀ ਹੁਣ ਜਿਹੜੀ ਆਪਾਂ ਅਕਾਲੀ ਦਲ ਨੇ ਪਿਛਲੇ 2 ਦਿਨਾਂ ਦੌਰਾਨ ਰੈਲੀਆਂ ਕੀਤੀਆਂ, ਉਹਦੇ ਵਿੱਚ ਵੀ ਲੋਕ ਪਹੁੰਚੇ ਹੋਏ ਸੀ। ਜੇ ਆਪਾਂ ਮੰਨ ਲਿਆ ਜਾਵੇ ਹਜ਼ਾਰ ਬੰਦਾ ਹੀ ਸੀ, ਉਹ 1000 ਬੰਦੇ ਕੌਣ ਸੀ? ਬਿਲਕੁਲ ਕੀ ਉਹ ਕਿਸਾਨਾਂ ਦੇ ਵਿਰੁੱਧ ਸੀ, ਕਿਸਾਨ ਹਿੱਤਾਂ ਦੀ ਵਿਰੋਧਤਾ ਕਰਨ ਵਾਲੇ ਸੀ, ਜਾਂ ਸਿਰਫ ਉਹ 500 ਰੁਪਏ ਦਿਹਾੜੀ ਪਿੱਛੇ ਗਏ ਸੀ? ਇਹ ਵੀ ਬੜੀ ਵੱਡੀ ਗੱਲ ਹੈ, ਕਿਉਂਕਿ ਦਿਹਾੜੀਆਂ ਵੀ ਦਿੱਤੀਆਂ ਜਾਂਦੀਆਂ ਨੇ, ਹੋਰ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾਂਦੇ ਨੇ। ਸਾਰਾ ਕੁਝ ਆ ਜਾਂਦਾ ਜੀ ਬਾਅਦ ਚ ਸੋਸ਼ਲ ਮੀਡੀਆ ਦੇ ਉੱਪਰ। ਟਕੈਤ ਸਾਹਿਬ ਦੀ ਥੋੜੀ ਜਿਹੀ ਗੱਲ ਕਰਕੇ ਆਪਾਂ ਸਮਾਪਤੀ ਕਰਾਂਗੇ। ਜੀ ਅਲਵਰ ਚ
ਇੱਕ ਕਹਿੰਦੇ ਆ ਵੀਡੀਓ ਦੇ ਵਿੱਚੋਂ ਦੱਸ ਰਹੇ ਆ ਕਿ ਗੋਲੀ ਤੱਕ ਵੀ ਗੱਡੀ ਦੇ ਉੱਪਰ ਚਲਾਈ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਸੜਕ ਦੇ ਉੱਤੇ ਹੀ ਧਰਨਾ ਜਿਹੜਾ ਦੇਤਾ ਸੀ। ਉਸ ਤੋਂ ਬਾਅਦ ਕੋਈ ਮਾੜੀ ਮੋਟੀ ਕੋਈ ਅਪਡੇਸ਼ਨ ਆਈ ਹੋਵੇ, ਚਲੋ ਉਹ ਤਾਂ ਬਾਅਦ ਦੀ ਗੱਲ ਆ, ਪਰ ਜੋ ਵੀ ਇਹ ਕੰਮ ਕੀਤਾ ਇਹਦੀ ਵਾਕਈ ਇੱਕ ਨਿੰਦਣਯੋਗ ਹੈਗਾ। ਇੱਕ ਜਿਹੜਾ ਕਿਸਾਨ ਆਗੂ ਉਹਦੇ ਤੇ ਇਸ ਤਰੀਕੇ ਦਾ ਹਮਲਾ ਕਰਨਾ, ਜਾਂ ਫਿਰ ਇਹ ਇੱਕ ਸਿਰਫ ਉਹ ਤੀਲੀ ਲਾਉਣ ਦੀ ਸੀਖ ਲਾਈ ਗਈ ਹੈ ਵੀ ਅਗਲੇ ਪਾਸੇ ਕੁਝ ਹੋਰ ਹੋਵੇ। ਨਹੀਂ ਦੇਖੋ, ਜੇ ਪੰਜਾਬ 'ਚ ਆਪਾਂ ਗੱਲ ਕੀਤੀ ਸੀ, ਪੰਜਾਬ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਜਿਹੜੇ ਭਾਜਪਾ ਆਗੂਆਂ ਤੇ ਅਰੁਣ ਨਾਰੰਗ ਦਾ ਆਪਾਂ ਜ਼ਿਕਰ ਕਰ ਲਾਂਗੇ ਇੱਥੇ ਕਿ ਉਹ ਕੋਸ਼ਿਸ਼ ਹੈ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀ। ਆਪਾਂ ਜਿਹੜੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੀ ਗੱਲ ਕੀਤੀ ਸੀ, ਕਿਸਾਨ ਕਹਿੰਦੇ ਯੂਪੀ ਵਾਲਿਆਂ ਨੂੰ, ਬਿਹਾਰ ਵਾਲਿਆਂ ਨੂੰ ਨਸ਼ੇ ਤੇ ਲਾ ਕੇ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾ ਰਹੇ ਨੇ। ਇਹ ਵੀ ਇੱਕ ਯਤਨ ਹੈ ਢਾਹ ਲਾਉਣ ਦਾ ਕਿਸਾਨ ਅੰਦੋਲਨ ਨੂੰ। ਦੂਜਾ ਆ ਜਿਹੜੀ ਹੁਣ ਗੱਲ ਕਰਦੇ ਆ ਆਪਾਂ ਕਿ ਉੱਥੇ ਹਮਲਾ ਹੋ ਗਿਆ, ਹਮਲਾ ਕਿਹਨੇ ਕੀਤਾ, ਕਿਵੇਂ ਹੋਇਆ, ਇਹ ਹਲੇ ਜਾਂਚ ਦਾ ਵਿਸ਼ਾ ਵਸਤੂ ਆ, ਹਲੇ ਤੱਕ ਕਲੀਅਰ ਨਹੀਂ ਹੋ ਸਕਿਆ। ਪਰ ਕਈ ਵਾਰੀ ਵੈਸੇ ਵੀ ਆਪਾਂ ਕਹਿ ਸਕਦੇ ਆ ਰੜਕ ਹੁੰਦੀ ਹੈਗੀ ਆਪਣੇ ਪੱਧਰ ਤੇ ਵੀ। ਇਹ ਜ਼ਰੂਰੀ ਨਹੀਂ ਹੈ ਕਿ ਜਥੇਬੰਦੀ ਦੇ ਪੱਧਰ ਤੇ ਜਾਂ ਕਿਸਾਨ ਵਿਰੋਧੀ ਹੀ ਕੋਈ ਸ਼ਖਸ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਊਗਾ। ਕਈ ਹੋਰ ਤਰੀਕੇ ਦੀਆਂ ਜਿਹੜੇ ਹਾਲਾਤ ਵੀ ਹੁੰਦੇ ਨੇ ਜਿਹੜੀਆਂ ਅਜਿਹੀਆਂ ਘਟਨਾਵਾਂ ਦਾ ਕਾਰਨ ਬਣਦੇ ਨੇ। ਬਿਲਕੁਲ ਜੀ। ਲਈਏ ਛੁੱਟੀਆਂ ਅਭਿਜੀਤ ਜੀ? ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਅੱਜ ਜਿੰਨਾ ਪ੍ਰੋਗਰਾਮ ਦੇ ਵਿੱਚ ਤੁਸੀਂ ਪਿਆਰ ਮਾਣ ਸਤਿਕਾਰ ਦਿੱਤਾ ਹੈ ਜੀ। ਔਰ ਇੱਕ ਬੇਨਤੀ, ਜਿਵੇਂ ਇੱਕ ਦਰਸ਼ਕ ਨੇ ਕਹੀ ਸੀ, ਜੇ ਆਪਾਂ ਟਾਈਮ ਨੂੰ ਦੇਖ ਲਈਏ ਵੀ 30 ਸੈਕਿੰਡਾਂ ਦੇ ਵਿੱਚ ਹੀ ਆਪਾਂ ਗੱਲ ਨੂੰ ਖਤਮ ਕਰਨਾ ਤੇ ਉਹ ਬਹੁਤ ਜ਼ਿਆਦਾ ਵਧੀਆ ਹੋਊਗਾ, ਕਿਉਂਕਿ ਵਾਰੀ ਵੀ ਫਿਰ ਸਾਰਿਆਂ ਦੀ ਆ ਜਾਇਆ ਕਰੂਗੀ ਤੇ ਸਾਨੂੰ ਵੀ ਕੋਈ ਇੱਥੇ ਵਾਲੀ ਕੋਈ ਦਿੱਕਤ ਪਰੇਸ਼ਾਨੀ ਉਹਦੇ ਵਿੱਚ ਨਹੀਂ ਹੁੰਦੀ, ਕਿਉਂਕਿ ਬਾਕੀ ਫਿਰ ਹੋਲਡ ਤੇ ਜਿਹੜੇ ਬੰਦੇ ਆਉਂਦੇ ਆ ਉਹਨਾਂ ਦੀ ਕਾਲ ਫਿਰ ਨਹੀਂ ਲਈ ਜਾਂਦੀ। ਇੱਕ ਲਾਸਟ ਕਾਲ ਹੈ ਜੀ, ਉਸ ਤੋਂ ਬਾਅਦ ਫਤਿਹ ਬੁਲਾਵਾਂਗੇ ਜੀ। ਸਤਿ ਸ੍ਰੀ ਅਕਾਲ ਜੀ, ਨਾਮ ਦੱਸੋ ਤੇ ਗੱਲ ਰੱਖੋ ਜੀ। ਬਜ਼ਾਰ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਟਾਈਮ ਤੁਹਾਡਾ ਵੀ ਮੁੱਕਣ ਵਾਲਾ, ਗੱਲ ਹੁਣ ਅਗਲੀ ਵਾਰ ਨੂੰ ਕਰੂੰਗਾ। ਮੈਂ ਤਰਸੇਮ ਸਿੰਘ ਬੋਲਦਾ ਕਲੋਨੀ ਤੋਂ। ਓਕੇ ਜੀ, ਸ਼ੁਕਰੀਆ ਤਰਸੇਮ ਸਿੰਘ ਜੀ, ਪਰਮਾਤਮਾ ਚੜ੍ਹਦੀ ਉਡੀਕ ਕਰਾਂਗੇ ਜੀ ਤੁਹਾਡੇ ਕਾਲ ਦੀ ਅਸੀਂ। ਬਿਲਕੁਲ ਬਿਲਕੁਲ ਜੀ, ਓਕੇ ਥੈਂਕ ਯੂ ਜੀ। ਇਹ ਕੋਈ ਦਰਸ਼ਕ ਹੁੰਦੇ ਆ ਬਿਲਕੁਲ ਅਭਿਜੀਤ ਜੀ, ਉਹਨਾਂ ਨੂੰ ਜਿਹੜਾ ਟਾਈਮ ਦਾ ਵੀ ਪਾਬੰਦੀਆਂ ਦਾ ਸਾਰਾ ਹਿਸਾਬ ਕਿਤਾਬ ਹੁੰਦਾ ਜੀ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮਿਲਦੇ ਆ ਜੀ, ਸਤਿ ਸ੍ਰੀ ਅਕਾਲ।